ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਸਰਦਾਰ ਜਗਰੂਪ ਸਿੰਘ ਸੇਖੋਂ ਸਾਹਿਬ ਮੌਜੂਦ ਨੇ। ਇਸ ਵੇਲੇ ਕੈਨੇਡਾ ਦੇ ਵਿੱਚ ਨੇ ਤੇ ਅਸੀਂ ਗੱਲਬਾਤ ਜੋ ਮੌਜੂਦਾ ਹਾਲਾਤ ਮੁਲਕ ਦੀ ਸਿਆਸਤ ਦੇ ਨੇ, ਜੋ ਕੁਝ ਭਾਰਤ ਦੇ ਅੰਦਰ ਵਾਪਰ ਰਿਹਾ ਆ, ਇੰਡੀਆ ਨਾ ਤੋਂ ਇੰਨੀ ਘਬਰਾਹਟ ਹੈ ਕਿ ਮੇਕ ਇਨ ਇੰਡੀਆ ਜਾਂ ਮੇਡ ਇਨ ਇੰਡੀਆ ਕਹਿਣ ਨੂੰ ਲੈ ਕੇ ਵੀ ਇੱਕ ਤਰੀਕੇ ਦਾ ਬੋਝ ਮਹਿਸੂਸ ਹੁੰਦਾ ਉਹਨਾਂ ਧਿਰਾਂ ਨੂੰ ਜਿਨ੍ਹਾਂ ਨੂੰ ਵਿਰੋਧੀ ਏਕਤਾ ਤੋਂ ਜਿਹੜਾ ਖਤਰਾ ਲੱਗਦਾ। ਇੱਥੋਂ ਤੱਕ ਕਿ ਦਿੱਲੀ ਪੁਲਿਸ ਦੇ ਕੋਲ ਇੱਕ ਸ਼ਿਕਾਇਤ ਵੀ ਦੇ ਦਿੱਤੀ ਗਈ ਕਿ ਇੰਡੀਆ ਨਾ ਕਿਉਂ ਰੱਖਿਆ ਗਿਆ। ਖੈਰ, ਗੱਲ ਮਣੀਪੁਰ ਤੋਂ ਵੀ ਸ਼ੁਰੂ ਕਰਦੇ ਹਾਂ ਅਸੀਂ ਕਿ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਜਿਸ ਤਰ੍ਹਾਂ ਦਾ ਹੰਗਾਮਾ ਹੈ, ਦਿੱਲੀ ਦੀਆਂ ਸੜਕਾਂ ਤੇ ਮਣੀਪੁਰ ਦੇ ਵਿੱਚ ਵੀ ਹਾਲਾਤ ਇਹੋ ਜਿਹੇ ਬਣੇ ਹੋਏ ਨੇ। ਮੈਂ ਕਿਤੇ ਪੜ੍ਹ ਰਿਹਾ ਸੀਗਾ ਕਿ ਮਣੀਪੁਰ ਦੇ ਮੁੱਖ ਮੰਤਰੀ ਤਾਂ ਇੱਥੋਂ ਤੱਕ ਕਹਿ ਦਿੰਦੇ ਨੇ ਕਿ ਇੱਥੇ ਤਾਂ ਨੈਟ ਬੰਦ ਆ, ਕਿ ਇਸ ਤੋਂ ਪਹਿਲਾਂ ਜੋ ਕੁਝ ਵਾਪਰ ਰਿਹਾ ਹੈ ਇਹਨਾਂ ਦਿਨਾਂ ਦੇ ਦੌਰਾਨ ਜਦੋਂ ਦੀ ਹਿੰਸਾ ਆ, ਇਹ ਤੋਂ ਵੀ ਵੱਡੀਆਂ ਜਿਹੜੀਆਂ ਵਾਰਦਾਤਾਂ ਜਾਂ ਘਟਨਾਵਾਂ ਜਾਂ ਅਸ਼ਲੀਲਤਾ, ਉਹ ਸਾਰਾ ਕੁਝ ਜਿਹੜਾ ਲੋਕਾਂ ਦੇ ਸਾਹਮਣੇ ਨਹੀਂ ਆਇਆ ਤੇ ਜੋ ਕੁਝ ਸਾਹਮਣੇ ਆ ਰਿਹਾ ਉਹ ਆਪਣੇ ਆਪ 'ਚ ਪੂਰੇ ਮੁਲਕ ਨੂੰ ਸ਼ਰਮਸਾਰ ਕਰਦਾ। ਕੀ ਪ੍ਰੋਫੈਸਰ ਸਾਹਿਬ ਸਿਰਫ ਏਦਾਂ ਕਹਿਣ ਦੇ ਨਾਲ ਕਿ ਮੋਦੀ ਸਾਹਿਬ ਕਹਿਣ ਕਿ ਮੈਂ ਬਹੁਤ ਗੁੱਸੇ ਵਿੱਚ ਆ, ਅਸੀਂ ਪੂਰਾ 140 ਕਰੋੜ ਜਿਹੜੇ ਭਾਰਤੀ ਨੇ ਉਹ ਸ਼ਰਮਸਾਰ ਹੋ ਰਹੇ ਨੇ, ਕੀ ਸਿਰਫ ਇੱਥੋਂ ਤੱਕ ਸਰਦਾ? ਮਾਨਯੋਗ ਸੁਪਰੀਮ ਕੋਰਟ ਨੇ ਵੀ ਬਹੁਤ ਸਖਤ ਲਹਿਜ਼ੇ ਦੇ ਨਾਲ ਕਿਹਾ ਆ ਕਿ ਇਹ ਮਾਨਯੋਗ ਸੁਪਰੀਮ ਕੋਰਟ ਦੀ ਵੀ ਪਰਵਾਹ ਨਹੀਂ ਕਰਦੇ ਕਿ ਬੀਤੇ 2 ਮਹੀਨਿਆਂ ਤੋਂ ਉੱਤੇ ਦਾ ਸਮਾਂ ਹੋ ਗਿਆ, ਮਣੀਪੁਰ ਮੱਚ ਰਿਹਾ ਆ ਤੇ ਤੁਸੀਂ ਬੈਠੇ ਆਪਣਾ ਕਦੇ ਅਮਰੀਕਾ ਤੁਰ ਗਏ, ਕਦੇ ਕਿਤੇ ਚਲੇ ਗਏ। ਤੁਸੀਂ ਇੱਕ ਵੱਖਰੇ ਤਰੀਕੇ ਦੀ ਰਣਨੀਤੀ ਤੇ ਕੰਮ ਕਰ ਰਹੇ ਹੋ ਕਿ 2024 ਕਿਵੇਂ ਜਿੱਤਣਾ। ਸੁਖਿੰਦਰ, ਅਸੀਂ ਬੜੇ ਨਾਜ਼ੁਕ ਦੌਰ ਦੇ ਵਿੱਚੋਂ ਨਿਕਲ ਰਹੇ ਹਾਂ ਔਰ ਇਹ ਸਾਡੀ ਸਾਰਿਆਂ ਲਈ ਬਹੁਤ ਇੱਕ ਪਰਖ ਦੀ ਘੜੀ ਆ। ਔਰ ਜਿਸ ਤਰੀਕੇ ਨਾਲ 2014 ਤੋਂ ਬਾਅਦ ਇੱਕ ਇੰਸਟੈਂਸ ਸਾਹਮਣੇ ਆਇਆ, ਜਦੋਂ ਇਹ ਚਲੇ ਜਾਣਗੇ, ਆਸ ਹੈ ਕਿ 2024 ਦੇ ਵਿੱਚ ਇਹ ਤਾਕਤ ਤੋਂ ਲੋਕੀ ਇਹਨਾਂ ਨੂੰ ਲਾਂਭੇ ਕਰ ਦੇਣਗੇ। ਉਸ ਤੋਂ ਬਾਅਦ ਜੇ ਕੋਈ ਚੰਗੀ ਸਰਕਾਰ, ਦਿਆਨਤਦਾਰ ਲੋਕ ਤਾਕਤ ਦੇ ਵਿੱਚ ਆਉਂਦੇ ਆ, ਫਿਰ ਤੁਸੀਂ ਵੇਖ ਕੇ ਹੈਰਾਨ ਹੋਗੇ ਕਿ ਜਿਸ ਕਿਸਮ ਦਾ ਤਾਂਡਵ ਇਹਨਾਂ ਨੇ, ਮਣੀਪੁਰ ਇੱਕ ਐਗਜ਼ਾਮਪਲ ਆ ਸਾਡੇ ਸਾਹਮਣੇ। ਕੋਈ ਵੀ ਜਿਹੜਾ ਖਿੱਤਾ ਹੈ, ਚਾਹੇ ਉਹ ਆਰਥਿਕਤਾ ਦਾ ਖਿੱਤਾ ਲੈ ਲਓ, ਚਾਹੇ ਜਿਸ ਕਿਸਮ ਦੀ ਪੋਲੀਟੀਕਲ ਜਿਹੜੀ ਡੀਜਨਰੇਸ਼ਨ ਇਹਨਾਂ ਨੇ ਕੀਤੀ ਆ ਤਾਕਤ ਦੇ ਬਦਲੇ, ਜਾਂ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਆਮ ਆਵਾਮ ਦੀ ਜਿਹੜੀ ਹੈਗੀ ਆ ਉਹ ਆਵਾਜ਼ ਨੂੰ ਕੁਚਲਿਆ ਹੈ। ਸ਼ਾਇਦ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਲਖਨਊ ਦੇ ਵਿੱਚ ਇੱਕ ਦੁਕਾਨਦਾਰ ਨੇ ਟਮਾਟਰਾਂ ਦੀ ਰੇਹੜੀ ਦੇ ਅੱਗੇ ਆਪਣੇ ਜਿਹੜੇ ਸੀ ਬਾਉਂਸਰ ਖੜੇ ਕਰ ਦਿੱਤੇ ਸੀਗੇ। ਇੱਕ ਸਿੰਬੋਲਿਕ ਚੀਜ਼ਾਂ ਹੁੰਦੀਆਂ ਵਾ ਔਰ ਉਹਨਾਂ ਤੇ ਕੇਸ ਜਿਹੜਾ ਦਰਜ ਕਰ ਦਿੱਤਾ। ਔਰ ਉਹ ਜਿਹੜੇ ਸੀਗੇ ਦੁਕਾਨਦਾਰ, ਸ਼ਾਇਦ ਭਗੌੜੇ ਆ, ਉਹ ਜਿਹੜੇ ਉੱਥੇ ਖੜੇ ਸੀ ਲੋਕ, ਉਹਨਾਂ ਨੂੰ ਜੇਲ੍ਹ ਦੇ ਵਿੱਚ ਅੰਦਰ ਬੰਦ ਕਰਤਾ। ਬੋਲਣ ਦੀ ਆਜ਼ਾਦੀ ਨਹੀਂ ਹੈ। ਸਾਰੇ ਦੇਸ਼ ਨੂੰ ਇੱਕ ਅੱਗ ਦੀ ਭੱਠੀ ਦੇ ਵਿੱਚ ਇਹਨਾਂ ਨੇ ਝੋਕ ਦਿੱਤਾ ਹੈ। ਹਿੰਦੂਤਵ ਦੀ ਇੱਕ ਲੈਬੋਰਟਰੀ ਬਣਾਈ ਜਾ ਰਹੀ ਹੈ, ਜਿਹੜੀ ਨੈਗੇਟਿਵ ਹਿੰਦੂਤਵ ਹੈਗਾ ਉਹਦੇ ਵਿੱਚੋਂ ਮਾਈਵੇ ਔਰ ਹਾਈਵੇ ਦੀ ਰਾਜਨੀਤੀ ਤੇ ਖੇਡ ਰਹੇ ਆ। ਨਾਰਥ ਈਸਟ ਬਹੁਤ ਵਨਰੇਬਲ ਸਟੇਟਸ ਸੀਆਂ ਸਾਡੀਆਂ ਜਿਹੜੀਆਂ ਹੁੰਦੀਆਂ, ਉੱਥੇ ਤੁਸੀਂ ਉਹਨਾਂ ਦਾ ਡੈਮੋਗ੍ਰਾਫਿਕ ਸਟਰਕਚਰ ਵੇਖੋ, ਤੁਸੀਂ ਉਹਨਾਂ ਦਾ ਜਿਹੜੇ ਰਿਲੀਜੀਅਸ ਜਾਂ ਜਿਹੜੀ ਉਹਨਾਂ ਦੀ ਟਰਾਈਬਲ ਕੰਪੋਜੀਸ਼ਨ ਵੇਖੋ, ਬਹੁਤ ਵਿਚਿੱਤਰ ਕਿਸਮ ਦੇ ਲੋਕ ਆ। ਉਹ ਤੇ ਸ਼ੁਕਰ ਇਸ ਗੱਲ ਦਾ ਹੈ ਕਿ 47 ਤੋਂ ਬਾਅਦ ਸਾਡੇ ਕੋਲ ਚੰਗੀ ਲੀਡਰਸ਼ਿਪ ਰਹੀ, ਜਿਹਦੀ ਵਜ੍ਹਾ ਕਰਕੇ ਉਹ ਹੌਲੀ ਹੌਲੀ ਇਸ ਦੇਸ਼ ਦੇ ਵਿੱਚ ਉਹਨਾਂ ਨੂੰ ਇੰਟੈਗਰੇਟ ਕੀਤਾ ਗਿਆ, ਨਾਲ ਲਿਆਂਦਾ ਗਿਆ, ਜੋੜਿਆ ਗਿਆ। ਇੰਟੈਗਰੇਟ ਤਾਂ ਨਹੀਂ ਹੋਇਆ। ਉਹਨਾਂ ਦੀ ਆਪਣੀਆਂ ਜਿਹੜੀਆਂ ਹੈਗੀਆਂ, ਆਰਟੀਕਲ 371 ਹੈਗਾ, ਟਰਾਈਬਲ ਦੀਆਂ ਦੂਸਰੀਆਂ ਜਿਹੜੀਆਂ ਆਪਣੀਆਂ ਇੰਡੀਪੈਂਡੈਂਟ ਐਂਟੀਟੀਜ਼ ਹੈਗੀਆਂ, ਆਇਡੈਂਟੀਟੀਜ਼ ਹੈਗੀਆਂ। ਇਸ ਸਰਕਾਰ ਨੇ ਸਾਰੇ ਦੇਸ਼ ਨੂੰ ਇੱਕੇ ਸੁਭਾਗੇ ਦੇ ਨਾਲ ਹੀ ਜਿਹੜਾ ਹੈਗਾ ਸੀ ਉਹ ਪੱਧਰਾ ਕਰਨ ਦੀ ਕੋਸ਼ਿਸ਼ ਕੀਤੀ। ਉਹ ਬਹੁਤ ਛੋਟੀਆਂ ਸਟੇਟਾਂ ਵਾ ਔਰ ਉਹਨਾਂ ਸਟੇਟਾਂ ਦੇ ਵਿੱਚ ਜਿਹਦੀ ਵੀ ਸੈਂਟਰ ਦੀ ਸਰਕਾਰ ਹੁੰਦੀ ਹੈ, ਬੀਜੇਪੀ ਨੇ ਧੱਕੇ ਨਾਲ ਸਰਕਾਰ ਬਣਾਈ ਸੀ ਉੱਥੇ, ਜਦੋਂ ਅੱਜ ਤੋਂ 6-7 ਸਾਲ ਪਹਿਲਾਂ ਚੋਣਾਂ ਹੋਈਆਂ ਸੀਗੀਆਂ, ਕਿਉਂਕਿ ਕਾਂਗਰਸ ਦਾ ਢਾਂਚਾ ਬਹੁਤ ਗਲ ਚੁੱਕਾ ਸੀਗਾ, ਸੜ ਚੁੱਕਾ ਸੀਗਾ। ਕਾਂਗਰਸ ਬਹੁਤ ਕਰਪਟ ਹੋ ਚੁੱਕੀ ਸੀਗੀ। ਲੰਮੇ ਸਮੇਂ ਤੋਂ ਰਹਿਣ ਦੇ ਵਿੱਚ ਕਾਂਗਰਸ ਦੇ ਨਾਲ ਉਹ ਲੋਕ ਲੜ ਗਏ ਸੀ, ਜੁੜੇ ਸੀ, ਜਿਹੜੇ ਇਹ ਸਾਰਾ ਸੀਗਾ ਇੱਕ ਵੈਕਿਊਮ ਪੈਦਾ ਹੋਇਆ ਸੀਗਾ ਕਿ ਜਿਹਦੇ ਵਿੱਚੋਂ ਇਹ ਬੀਜੇਪੀ ਨੂੰ ਜਿਹੜਾ ਅੱਗੇ ਲਿਆਂਦਾ ਗਿਆ। 2014 ਦੇ ਵਿੱਚ ਉਹ ਅੱਗੇ ਵਧੇ। 19 ਦੇ ਵਿੱਚ ਜਿਹੜਾ ਪੁਲਵਾਮਾ ਦਾ ਜਿਹੜਾ ਆਪਾਂ ਅੱਗੇ ਵੀ ਕਿਹੜੀ ਗੱਲ ਚੁੱਕੇ ਆ, ਉਹ ਇੰਸਟੈਂਸ ਹੋਇਆ, ਉਹ ਇੰਸੀਡੈਂਟ ਹੋਇਆ। ਜੇ ਪੁਲਵਾਮਾ ਨਾ ਹੁੰਦਾ ਤੇ ਬੀਜੇਪੀ ਦੀਆਂ ਜਿਹੜੀਆਂ ਸੀਟਾਂ ਸੀ 200 ਤੋਂ ਉੱਪਰ ਨਹੀਂ ਸੀ ਜਾਣੀਆਂ। ਪਰ ਪੁਲਵਾਮਾ ਨੇ ਸਾਰੀ ਦੀ ਸਾਰੀ ਜਿਹੜੀ ਉਹ ਖੇਡ ਜਿਹੜੀ ਉਹ ਬਦਲ ਦਿੱਤੀ। ਔਰ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਇਹ ਜਿਹੜੀਆਂ ਮਾਈਨੋਰਟੀਜ਼ ਹੈਗੀਆਂ, ਜਿਹੜੇ ਟਰਾਈਬਲ ਲੋਕ ਹੈਗੇ ਆ, ਜਿਹੜੀ ਉਹਦੀਆਂ ਵੱਖਰੀਆਂ ਵੱਖਰੀਆਂ ਆਇਡੈਂਟੀਟੀਜ਼ ਹੈਗੀਆਂ,
ਇਸ ਆਰਐਸਐਸ ਦੀ ਜਿਹੜੀ ਬੈਕਡ ਗਵਰਨਮੈਂਟ ਹੈ ਬੀਜੇਪੀ, ਇਹਦਾ ਤੇ ਕੰਮ ਹੀ ਇਹ ਭਰਾ ਨੂੰ ਭਰਾ ਨਾਲ ਲੜਾਉਣਾ। ਤੁਸੀਂ ਦੇਖੋ ਜਿਸ ਤਰੀਕੇ ਨਾਲ ਬੀਜੇਪੀ ਨੇ ਪੰਜਾਬ ਦੇ ਵਿੱਚ ਮਤਲਬ ਮੈਂ ਤਾਂ ਕਹੂੰਗਾ ਪੂਛ ਚੁੱਕੀ ਆ। ਇਹ ਠੀਕ ਆ, ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਗੇ। ਮੈਂ ਇੱਥੋਂ ਦੇਖ ਰਿਹਾ ਕਿ ਇੱਥੇ ਆਪਣੇ ਜਾ ਰਹੇ ਆ ਜਾਖੜ ਸਾਹਿਬ ਜਾ ਰਹੇ, ਲੋਕੀ ਉਹਨਾਂ ਨੂੰ ਵੜਨ ਨਹੀਂ ਦਿੰਦੇ। ਔਰ ਪੰਜਾਬ ਦੇ ਵਿੱਚ ਸਾਰਾ ਡਿਸਕ੍ਰੈਡਿਟ ਜਿਹੜੇ ਕਾਂਗਰਸ ਦੇ ਬੰਦੇ ਸੀ ਜਾਂ ਅਕਾਲੀਆਂ ਦੇ, ਉਹ ਸਾਰੇ ਬੀਜੇਪੀ 'ਚ ਗਏ ਆ। ਜੇ ਕਿਤੇ ਬੀਜੇਪੀ ਦਾ ਥੋੜਾ ਜਿਹਾ ਵੀ ਪੈਰ ਲੱਗਾ ਤੇ ਹਿੰਦੂ ਸਿੱਖ ਦਾ ਸਵਾਲ ਬਣਾਉਣਗੇ ਪੰਜਾਬ 'ਚ। ਇਹ ਉਹ ਪ੍ਰਚਾਰ ਕਰਨਗੇ ਹਿੰਦੂ ਮੁੱਖ ਮੰਤਰੀ ਕਿਉਂ ਨਹੀਂ ਬਣ ਰਿਹਾ। ਇਹ ਲੋਕਾਂ ਦੇ ਜਿਹੜੇ ਹੈਗੇ ਆ ਉਸ ਦੇ ਨਾਲ ਖੇਡਣਗੇ। ਤੁਸੀਂ ਦੇਖੋ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਾਸ਼ੀਏ ਤੇ ਲਿਆ ਕੇ ਖੜਾ ਕੀਤਾ, ਜਿਸ ਤਰੀਕੇ ਦੇ ਨਾਲ ਲੋਕ ਦਲ ਨੂੰ ਹਰਿਆਣੇ 'ਚ ਹਾਸ਼ੀਏ 'ਚ ਖੜਾ ਕੀਤਾ, ਜੋ ਇਹਨਾਂ ਨੇ ਖਿਲਾਰਿਆ ਐਨਸੀਪੀ ਦਾ ਪਾਇਆ ਹੈ, ਜੋ ਇਹਨਾਂ ਨੇ ਉਧਵ ਠਾਕਰੇ ਦੇ ਨਾਲ ਕੀਤਾ ਹੈ, ਜੋ ਇਹਨਾਂ ਨੇ ਖਾਸ ਕਰਕੇ ਜਿਸ ਤਰੀਕੇ ਦੇ ਨਾਲ ਬੀਐਸਪੀ ਨੂੰ ਯੂਜ਼ ਕਰਦੇ ਆ ਇਲੈਕਸ਼ਨਾਂ ਜਿਤਾਉਣ ਤੇ ਹਰਾਉਣ ਵਾਲੇ ਪਾਸੇ ਹਲ ਕਰਕੇ, ਜਿਸ ਤਰੀਕੇ ਦਾ ਤਾਂਡਵ ਇਹਨਾਂ ਨੇ ਵੈਸਟ ਬੰਗਾਲ ਦੇ ਵਿੱਚ ਜਿਹੜਾ ਖੜਾ ਕੀਤਾ ਸੀਗਾ। ਤਾਂ ਮਨੀਪੁਰ ਤਾਂ ਇੱਕ ਐਗਜ਼ਾਮਪਲ ਹੈ। ਤੁਸੀਂ ਦੇਖੋ ਇਹ ਗਏ ਸੀ, ਆਪਣਾ ਹੋਮ ਮਿਨਿਸਟਰ ਗਿਆ ਸੀ, ਕੀ ਕਰਕੇ ਆ ਉੱਥੋਂ, ਇਹਦੇ ਪਾਸੇ ਮੂੰਹ ਨਹੀਂ ਕਰਦੇ। ਜੰਮੂ ਕਸ਼ਮੀਰ ਦੇ ਵਿੱਚ ਜੋ ਇਹਨਾਂ ਨੇ ਕੀਤਾ ਵਾ, ਆਉਣ ਵਾਲੀਆਂ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਜੰਮੂ ਕਸ਼ਮੀਰ ਦੀ ਇਲੈਕਸ਼ਨ ਹੀ ਬੀਜੇਪੀ ਨੂੰ ਸ਼ੀਸ਼ਾ ਵਿਖਾਲ ਦਊਗੀ, ਜਿਹਦਾ ਜਿਹੜਾ ਖਾਸ ਕਰਕੇ ਉਸ ਸ਼ੀਸ਼ੇ ਦਾ ਜਿਹੜਾ ਅਸਰ ਆ ਸਾਰੇ ਦੇਸ਼ ਦੇ ਵਿੱਚ ਹੋਊਗਾ। ਹੱਦ ਹੋ ਗਈ ਆ, ਮਤਲਬ ਅੱਤ ਹੋ ਗਈ ਆ। ਭਰਾਵਾਂ ਨੂੰ ਭਰਾਵਾਂ ਨਾਲ ਲੜਾ ਰਹੇ, ਕੁਕੀ ਤੇ ਮੈਤੀਜ਼ ਵਾਲੇ ਹੈਗੇ ਉੱਥੇ, ਨਾਗਾਜ਼ ਨੂੰ ਜਿਹੜੇ ਹੈਗੇ ਨੌਨ ਨਾਗਾਜ਼ ਨਾਲ ਲੜਾ ਰਹੇ ਆ। ਇਹਨਾਂ ਦੀ ਜਿਹੜੀ ਅਸਲ ਦੇ ਵਿੱਚ ਜਿਹੜੀ ਰਾਜਨੀਤੀ ਹੈਗੀ, ਉਹ ਲੜਾਓ, ਮਾਰੋ, ਕੁੱਟੋ ਲੋਕਾਂ ਨੂੰ ਵਿਦਿਆ ਤੋਂ ਵਾਂਝੇ ਕਰੋ, ਲੋਕਾਂ ਨੂੰ ਭੂਤਕਾਲ ਦੇ ਵਿੱਚ ਲੈ ਜਾਓ, ਲੋਕਾਂ ਨੂੰ ਪੁਰਾਣੀਆਂ ਮਿਥ ਜਿਹੜੀਆਂ ਹੈਗੀਆਂ ਵਾ ਉਹਨਾਂ ਦੀ ਪੜ੍ਹਾਈ ਕਰਾਉਣੀ ਸ਼ੁਰੂ ਕਰ ਦਿਓ, ਤਾਂ ਕਿ ਲੋਕਾਂ ਦਾ ਸਾਇੰਟੀਫਿਕ ਟੈਂਪਰਾਮੈਂਟ ਖਤਮ ਹੋ ਜਾਵੇ, ਤਾਂ ਕਿ ਭੀੜ ਇਕੱਠੀ ਕੀਤੀ ਜਾ ਸਕੇ। ਔਰ ਹੁਣ ਇਹ ਗੱਲ ਜ਼ਰੂਰ ਹੈਗੀ ਆ ਕਿ ਭੀੜ ਦੀ ਕਦੀ ਵੀ ਗਿਣਤੀ ਜ਼ਿਆਦਾ ਨਹੀਂ ਹੁੰਦੀ, ਪਰ ਜਿਹੜੇ ਸਾਇਲੈਂਟ ਸਪੈਕਟੇਟਰ ਹੋ ਜਾਂਦੇ ਆ ਉਹ ਪਿਛਾਂਹ ਹੋ ਕੇ ਖਲੋ ਜਾਂਦੇ ਆ। ਸਾਨੂੰ ਕੀ, ਮੈਨੂੰ ਕੀ, ਤੈਨੂੰ ਕੀ, ਸਾਨੂੰ ਕੀ, ਇਹ ਵਰਤਾਰਾ ਸਾਡੇ ਸਮਾਜ 'ਚ ਆ ਚੁੱਕਾ ਹੈ। ਤੋ ਇਸ ਕਰਕੇ ਮੈਨੂੰ ਤੇ ਲੱਗਦਾ ਕਿ ਲਾਸਟ ਨੇਲ ਆ ਇਹ ਕਫਨ ਦੇ ਵਿੱਚ, ਜਿਹੜਾ ਰੂਲਿੰਗ ਡਿਸਪੈਂਸੇਸ਼ਨ ਹੈਗੀ, ਜਿਹੜੀ ਟੈਰਨੀਕਲ ਰਜੀਮ ਹੈਗਾ, ਇਦਾਂ ਹੀ ਸ਼ੁਰੂ ਹੁੰਦਾ। ਔਰ ਜਿਸ ਤਰੀਕੇ ਨਾਲ ਨਵੀਂ ਪਹਿਲ ਸ਼ੁਰੂ ਹੋਈ ਆ, ਖਾਸ ਕਰਕੇ ਆ ਜਿਹੜਾ ਆਪੋਜੀਸ਼ਨ ਪਾਰਟੀਆਂ ਨਾਲ ਇਕੱਠਾ ਹੋਣਾ, ਮੈਂ ਰਾਜਨੀਤੀ ਦਾ ਵਿਦਿਆਰਥੀ ਹਾਂ, ਮੈਂ 77 ਤੋਂ ਬਾਅਦ ਲੈ ਕੇ 67 ਤੋਂ ਬਾਅਦ 77 ਆਇਆ, 77 ਤੋਂ ਬਾਅਦ ਜਿਹੜਾ ਸੀ 89 ਆਇਆ ਸੀ, 91 ਆਇਆ ਸੀਗਾ, 96 ਸੀ, 98 ਸੀਗਾ, 2004 ਸੀ, 9 ਸੀ, 14 ਸੀ। ਕਦੀ ਵੀ ਆਪੋਜੀਸ਼ਨ ਪਾਰਟੀਆਂ ਦਾ ਇਸ ਤਰੀਕੇ ਦੇ ਨਾਲ ਇੱਕ ਨੈਚੁਰਲ, ਇੱਕ ਸੰਭਾਵਿਤ ਜਿਹੜਾ ਉਹ ਏਜੰਡਾ ਨਹੀਂ ਸੀ ਬਣਿਆ, ਕਿਉਂਕਿ ਹੁਣ ਜਿਹਨੂੰ ਕਹਿੰਦੇ ਨਾ ਵੀ ਸਿਰ ਦੇ ਉੱਤੋਂ ਦੀ ਪਾਣੀ ਲੰਘ ਗਿਆ ਹੈ। ਦੇਸ਼ ਤੁਹਾਡੇ ਸਾਹਮਣੇ ਆ, ਦੇਸ਼ ਦਾ ਇਤਿਹਾਸ ਸਾਹਮਣੇ ਆ। ਸਾਡੇ ਦੇਸ਼ ਦੀ ਇੱਕ ਖਾਸ ਕਰਕੇ ਮਿੱਟੀ ਦੇ ਵਿੱਚ ਜਿਹੜਾ ਹੈਗਾ ਸੀਗਾ, ਉਹ ਕੰਪੋਜ਼ਿਟ ਕਲਚਰ ਹੈਗਾ ਵਾ, ਉਹ ਇੱਕ ਸਾਡੀ ਸੰਸਕ੍ਰਿਤੀ ਹੈਗੀ ਆ। ਬੇਸਿਕਲੀ ਇਹਨਾਂ ਨੇ ਉਹ ਸੰਸਕ੍ਰਿਤੀ ਨੂੰ ਦੇ ਨਾਲ ਖੇਡਣ ਦਾ ਜਿਹੜਾ ਕੰਮ ਕੀਤਾ। ਇਸੇ ਕਰਕੇ ਮੈਨੂੰ ਲੱਗਦਾ ਵੀ ਜਿਹੜੇ ਵੀ ਜਿਉਂਦੀਆਂ, ਜਿਹਨੂੰ ਕਹਿੰਦੇ ਹੁੰਦੇ ਨਾ, ਜਿਹੜੇ ਲੋਕ ਹੈਗੇ ਆ, ਇਹਨਾਂ ਦੀ ਕੌਨਸ਼ੀਅਸ ਥੋੜੀ ਬਹੁਤੀ ਵੀ ਜਿੰਦੀ ਆ। ਹੁਣ ਕੌਨਸ਼ੀਅਸ ਨੂੰ ਹਿਲਾਉਣਾ ਬਹੁਤ ਹੋਇਆ। ਮੈਂ ਅੱਜ ਦੇਖ ਰਿਹਾ ਸੀਗਾ ਕਿ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਪਾਰਲੀਮੈਂਟ ਦੇ ਵਿੱਚ ਬਾਹਰ ਭਾਸ਼ਣ ਦਿੱਤਾ ਸੀਗਾ, ਉਹਦੇ ਵਿੱਚ ਜਦੋਂ ਔਰਤਾਂ ਦੀ ਬੇਅਦਬੀ ਦੀ ਗੱਲ ਕਰਦੇ ਸੀ, ਰਾਜਸਥਾਨ ਤੇ ਛੱਤੀਸਗੜ੍ਹ ਦਾ ਨਾਮ ਲਿਆ ਸੀਗਾ ਤੇ ਨਾਲ ਮਨੀਪੁਰ ਦਾ ਲਿਆ ਸੀਗਾ। ਉਹ ਤੁਸੀਂ ਦੇਖੋ ਉਹਦੇ ਵਿੱਚ, ਮੈਨੂੰ ਨਹੀਂ ਪਤਾ, ਮੈਂ ਸੁਣਿਆ ਵਾ ਜਾਂ ਇੱਥੇ ਸਾਹਮਣੇ ਆਇਆ ਵਾ। ਯੂਪੀ ਭੁੱਲ ਗਏ, ਜਾਂ ਜਿਹੜਾ ਹੈਗਾ ਮੱਧ ਪ੍ਰਦੇਸ਼ ਕੀ ਹੋ ਰਿਹਾ ਭੁੱਲ ਗਏ ਹੈ, ਜਾਂ ਇਹਨਾਂ ਨੇ ਜਿਹੜਾ ਉੱਥੇ ਇਹਨਾਂ ਦੇ ਸਮੇਂ 'ਚ ਜਿਹੜਾ ਸੀਗਾ ਛੋਟਾ ਰਾਜਸਥਾਨ, ਆਪਣੇ ਸਮੇਂ ਦੀ ਗੱਲ ਕਰਦੇ, ਹੁਣ ਮਹਾਰਾਸ਼ਟਰ 'ਚ ਕੀ ਹੋ ਰਿਹਾ ਉਹ ਭੁੱਲ ਗਏ। ਤਾਂ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਜਿਹੜਾ ਮਨੀਪੁਰ ਵਾਲਾ, ਇਹ ਬਹੁਤ ਵੱਡਾ ਕਲੰਕ ਵਾ ਇਸ ਖਾਸ ਕਰਕੇ ਸਰਕਾਰ ਦੇ ਸਿਰ ਦੇ ਉੱਤੇ। ਔਰ ਇੱਕ ਪਾਸੇ ਤੁਸੀਂ ਜਿਹੜਾ ਹੈਗਾ ਵਾ ਦੁਨੀਆ ਨੂੰ ਕਿਹੜਾ ਮੂੰਹ ਖਾਲਦੇ, ਜੋ ਤੁਸੀਂ ਟਵਿੱਟਰ ਦੇ ਉੱਤੇ ਕਹਿਣ ਡਏ ਉਹਨਾਂ ਨੂੰ ਦੂਰ ਕਰ ਦਿਓ, ਮੀਡੀਆ ਦੇ ਉੱਤੇ ਪਹੁੰਚ ਗਿਆ। ਕਿਸ ਕਿਸਮ ਦਾ ਇਮੇਜ? ਮੈਨੂੰ ਲੱਗਦਾ ਕਿ ਇਹ ਹਿੰਦੁਸਤਾਨੀ ਲੋਕਾਂ ਵਾਸਤੇ, ਤੁਹਾਡੇ ਸਾਡੇ ਸਾਰਿਆਂ ਵਾਸਤੇ ਇਹ ਬਹੁਤ ਹੀ ਇੱਕ ਕਿਸਮ ਦਾ ਚੈਲੰਜ ਹੈ। ਔਰ ਇਸ ਚੈਲੰਜ ਨੂੰ ਮੀਟ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਪੈਣਾ। ਮੇਰੇ ਖਿਆਲ ਉਹਦੀ ਇੱਕ ਰਿਫਲੈਕਸ਼ਨ ਜਿਹੜੀ ਸਾਡੀ ਪੋਲੀਟੀਕਲ ਲੀਡਰਸ਼ਿਪ ਹੈ। ਮੈਂ ਥੋੜੀ ਗੱਲ ਤੁਹਾਡੀ ਹੋਰ ਕਰਨਾ ਚਾਹੁੰਦਾ। ਹੁਣ ਲੀਡਰ ਕੋਈ ਚੌਧਰੀ ਨਹੀਂਗਾ, 2 ਤੇ 2 4 ਨਹੀਂ ਹੈ ਵੀ ਕਾਂਗਰਸ ਦੇ 4 ਇਕੱਠੇ ਹੋ ਗਏ ਤੇ ਆਪ ਦੇ ਇਕੱਠੇ ਹੋ ਗਏ ਤੇ ਲੋਕੀ ਵੋਟਾਂ ਪਾ ਦੇਣਗੇ। ਕਦੀ ਵੀ ਨਹੀਂ ਏਦਾਂ ਹੁੰਦਾ। ਹੁਣ ਜਿਹੜੀ ਹੈਗੀ ਆ, ਲੋਕੀ ਦੇਖਦੇ ਆ ਕਿਹੜਾ ਉਹਨਾਂ ਵਾਸਤੇ ਖੜਾ ਹੁੰਦਾ ਵਾ। ਇਹ ਅਸਲ ਦੇ ਵਿੱਚ ਪ੍ਰੈਸ਼ਰ ਫਰੋਮ ਦਾ ਬਿਲੋ ਹੈ ਸੁਖਵਿੰਦਰ ਜੀ। 2 ਤਰੀਕਿਆਂ ਦੇ ਨਾਲ ਲੋਕਾਂ ਦੇ ਕੰਮ ਹੋ ਸਕਦੇ ਆ।
ਜਿਸ ਕੰਮ ਨੂੰ ਅਸੀਂ 75 ਸਾਲਾਂ ਤੋਂ ਵੇਟ ਕਰਨ ਰਹੇ ਹਾਂ, ਜਿਹੜਾ ਸਾਡਾ ਸੰਵਿਧਾਨ ਕਹਿੰਦਾ ਕਿ ਵੀ ਦਾ ਪੀਪਲ, ਅਸੀਂ ਅਲਟੀਮੇਟ ਆ। ਜਾਂ ਤਾਂ ਸਰਕਾਰਾਂ ਬਹੁਤ ਇਮਾਨਦਾਰ ਹੋਣ, ਦਿਆਨਤਦਾਰ ਹੋਣ, ਉਹਨੂੰ ਰਿਸਪੌਂਡ ਕਰਨ, ਉਹ ਜ਼ਿੰਮੇਵਾਰ ਹੋਣ। ਪਰ ਆਪਣੇ ਤਾਂ ਇਹ ਹੈਗੇ ਆ ਵੀ ਕਿਸ ਕਿਸਮ ਦੇ ਚੋਰ ਚੱਕੇ, ਕ੍ਰਿਮੀਨਲ, ਔਰਤਾਂ ਨਾਲ ਛੇੜਛਾੜ ਵਾਲੇ, ਗੁੰਡੇ, ਬਦਮਾਸ਼, ਪੈਸੇ ਖਾਣ ਵਾਲੇ, ਕਰਪਟ ਬੰਦੇ। ਹੁਣ ਜੇ ਮੈਨੂੰ ਲੱਗਦਾ ਕਿ ਇਸ ਦੇਸ਼ ਦੇ ਵਿੱਚ ਗਿਣਨੇ ਚਾਹੁਣ ਵੀ ਇਮਾਨਦਾਰ ਬੰਦੇ ਆ, ਮੈਨੂੰ ਨਹੀਂ ਲੱਗਦਾ ਵੀ 10% ਬੰਦੇ ਸਾਨੂੰ ਸਾਫ਼ ਸੁਥਰੇ ਜਿਹੜੇ ਹੈਗੇ ਆ ਉਹ ਜਿਹੜੇ ਦਾਮਨ ਵਾਲੇ ਮਿਲ ਜਾਣ। ਇਸ ਕਰਕੇ ਉਹਨਾਂ ਦੀ ਦਿਆਨਤਦਾਰੀ ਤੋਂ ਆਸ ਨਹੀਂ ਕੀਤੀ ਗਈ। ਦੂਸਰਾ ਕੰਮ ਕਰਾਉਣ ਦਾ ਤਰੀਕਾ ਹੁੰਦਾ ਪ੍ਰੈਸ਼ਰ ਫਰਮ ਦਾ ਬਿਲੋ, ਲੋਕਾਂ ਦਾ ਡੰਡਾ। ਡੰਡਾ ਮੈਂ ਉਹ ਨਹੀਂ ਕਹਿੰਦਾ, ਲੋਕਾਂ ਕੋਲ ਸਭ ਤੋਂ ਵੱਡਾ ਡੰਡਾ ਹੈਗਾ ਉਹਨਾਂ ਦੀ ਵੋਟ, ਉਹਨਾਂ ਦੀ ਪਬਲਿਕ ਓਪੀਨੀਅਨ। ਇਸ ਵੇਲੇ ਲੱਗਦਾ ਹੈ ਕਿ ਲੋਕਾਂ ਨੇ ਜਿਹੜੀਆਂ ਇਹ ਰਾਜਨੀਤਿਕ ਪਾਰਟੀਆਂ ਹੈਗੀਆਂ ਜਾਂ ਲੀਡਰ ਵਾ, ਇਹ ਸਾਡੇ ਤੋਂ ਇੱਕ ਪੀੜ੍ਹੀ ਅੱਗੇ ਹੁੰਦੇ ਆ। ਇਹਨਾਂ ਨੂੰ ਇਹ ਗੱਲ ਸਮਝ ਆ ਗਈ ਕਿ ਅਸੀਂ ਜ਼ੀਰੋ ਹੋ ਜਾਵਾਂਗੇ। ਜ਼ਰੂਰੀ ਨਹੀਂ ਹੈ ਕਿ ਮਮਤਾ ਨੂੰ ਸਾਰੇ ਵੋਟ ਪਾਉਣਗੇ ਜਾਂ ਦੂਸਰਾ ਹੈਗਾ ਯੂਪੀ ਵਾਲੇ ਨੂੰ ਵੋਟ ਪਾਉਣਗੇ ਜਾਂ ਭਗਵੰਤ ਮਾਨ ਨੂੰ ਵੋਟ ਪਾਉਣਗੇ ਪਾਰਲੀਮੈਂਟ ਦੇ ਵਿੱਚ। ਹੋ ਸਕਦਾ ਲੋਕੀ ਕਿਸੇ ਹੋਰ ਤਰੀਕੇ ਨਾਲ ਵੋਟ ਪਾ ਦੇਣ। ਦਿੱਲੀ 'ਚ ਤੁਸੀਂ ਦੇਖ ਹੀ ਰਹੇ ਜੋ, ਲੋਕਾਂ ਦੇ ਵੋਟ ਪਾਉਣ ਦਾ ਪੈਟਰਨ ਹੋਰ ਹੋ ਗਿਆ। ਸੋ ਅਲਟੀਮੇਟਲੀ ਇਹ ਗੱਲ ਆਪੋਜੀਸ਼ਨ ਵਾਲਿਆਂ ਨੂੰ ਸਮਝ ਆ ਗਈ ਆ ਕਿ ਲੋਕਾਂ ਨੇ ਸਾਨੂੰ ਮਾਫ ਨਹੀਂ ਕਰਨਾ। ਰੂਲਿੰਗ ਪਾਰਟੀ ਨੇ ਜੋ ਤਬਾਹੀ ਮਚਾਉਣੀ ਸੀ ਉਹ ਮਚਾਤੀ, ਜੋ ਤਾਂਡਵ ਨਚਾਉਣਾ ਸੀ ਉਹ ਤਾਂਡਵ ਨਚਾ ਦਿੱਤਾ। ਅਜੇ ਤਾਂ ਪਤਾ ਲੱਗੂ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਹ ਜਿਹੜਾ ਡੈਮੇਜ ਇਹਨਾਂ ਨੇ ਕੀਤਾ ਹੈਗਾ ਵਾ, ਉਹ ਡੈਮੇਜ ਨੂੰ ਭਰਨ ਵਾਸਤੇ ਸਾਨੂੰ ਦਿਆਨਤਦਾਰ, ਸਾਨੂੰ ਉਹ ਕਰਪਟ ਬੰਦੇ ਨਹੀਂ ਚਾਹੀਦੇ ਜਿਹੜੇ ਪਹਿਲਾਂ ਹੁੰਦੇ ਸੀਗੇ। ਸਾਨੂੰ ਉੱਦਾਂ ਦੇ ਗੁੰਡੇ ਮਵਾਲੀ ਨਹੀਂ ਚਾਹੀਦੇ। ਸਾਨੂੰ ਸੈਂਸਿਟਿਵ ਲੋਕ ਚਾਹੀਦੇ ਆ। ਸਾਨੂੰ ਉਹ ਲੋਕ ਚਾਹੀਦੇ ਹੁੰਦੇ ਆ ਜਿਨ੍ਹਾਂ ਦੀ ਲੋਕਾਂ ਪ੍ਰਤੀ ਕੰਸਰਨ ਹੋਵੇ। ਇਸ ਕਰਕੇ ਇਹ ਸਾਰਾ ਤਾਣਾ ਬਾਣਾ ਤਾਂ ਇਹ ਤਾਂ ਕਹਿ ਲਓ ਤੁਸੀਂ ਹੈਗਾ ਵੀ ਜਿਹੜਾ ਮਨੀਪੁਰ ਵਾਲਾ ਇੱਕ ਇੰਸਟੈਂਸ ਹੈਗਾ ਵੇ, ਇਹੋ ਜਿਹੇ ਸੈਂਕੜੇ ਇੰਸਟੈਂਸ ਹੋਣਗੇ। ਔਰ ਇਹ ਇੰਸਟੈਂਸ ਜਿਹੜਾ ਹੈ ਦੇਸ਼ ਦੇ ਉੱਤੇ, ਲੋਕਾਂ ਦੇ ਨਹੀਂ। ਇਹ ਰੂਲਿੰਗ ਜਿਹੜੀ ਸਰਕਾਰ ਹੈਗੀ ਆ, ਕੇਂਦਰ ਦੀ ਸਰਕਾਰ ਹੈਗੀ ਆ, ਜਾਂ ਮਨੀਪੁਰ ਦੇ ਵਿੱਚ ਇਹਨਾਂ ਦੀ ਬੈਕ ਹੈਗੀ। ਤੁਸੀਂ ਦੇਖੋ ਚੀਫ ਮਿਨਿਸਟਰ ਰਿਜ਼ਾਈਨ ਨਹੀਂ ਕਰ ਰਿਹਾ, ਉਹਨੂੰ ਰੈਜ਼ੋਲੂਸ਼ਨ ਵਾਸਤੇ ਨਹੀਂ ਕਿਹਾ ਜਾ ਰਿਹਾ। ਤੁਸੀਂ ਜਿੱਦਾਂ ਕਿਹਾ ਕਿ ਪ੍ਰਧਾਨ ਮੰਤਰੀ ਜੀ ਅਮਰੀਕਾ ਜਾ ਰਹੇ ਆ, ਉਹ ਫਰਾਂਸ ਜਾ ਰਹੇ ਆ, ਉਹ UAE ਜਾ ਰਹੇ ਆ, ਉਹ ਮਨੀਪੁਰ ਨਹੀਂ ਜਾ ਰਿਹਾ। ਮਨੀਪੁਰ ਦੇ ਜਿਹੜੇ ਸਪੋਰਟਸ ਸੀਗੇ, ਜਿਹੜੇ ਸਾਡੇ ਨੈਸ਼ਨਲ ਪਲੇਅਰ ਸੀਗੇ, ਓਲੰਪੀਅਨ ਸੀਗੇ, ਉਹ ਰਿਕੁਐਸਟ ਕਰਨ ਰਹੇ ਆ। ਪਰ ਉਹਨਾਂ ਦੀ ਰਿਕੁਐਸਟ ਦਾ ਕੀ ਅਸਰ ਆ? ਇੱਥੇ ਤਾਂ ਵਰਲਡ ਫੈਡਰੇਸ਼ਨ ਵਾਲੇ ਜਿਹੜੇ ਹੈਗੇ ਆ, ਉਹ ਜਿਹੜੇ ਉਹ ਤੁਸੀਂ ਦੇਖ ਲਓ ਵੀ ਉਹਨਾਂ ਦਾ ਕੀ ਵਿਗਾੜ ਰਹੇ ਤੁਸੀਂ। ਤਾਂ ਇਸ ਕਰਕੇ ਬਹੁਤ ਅਨਫੋਰਚੂਨੇਟ ਆ। ਪਰ ਮੈਂ ਬਹੁਤ ਹੋਪਫੁਲ ਹਾਂ। ਮੈਂ 77 ਨੂੰ ਬਹੁਤ ਨੇੜਿਓਂ ਵੇਖਿਆ, ਮੈਂ ਹੋਰ ਨਾ ਜਿਹੜੀਆਂ ਚੇਂਜਿਸ ਉਹਨਾਂ ਨੂੰ ਬਹੁਤ ਨੇੜੇ ਵੇਖਿਆ। ਮੈਂ 2004 ਨੂੰ ਬਹੁਤ ਨੇੜਿਓਂ ਵੇਖਿਆ, ਜਦੋਂ ਇਹ ਲੱਗਦਾ ਸੀ ਇਹਨਾਂ ਨੇ ਪ੍ਰੀਪੋਨ ਕਰਤੀ ਸੀ ਇਲੈਕਸ਼ਨ, ਇੰਡੀਆ ਸ਼ਾਈਨਿੰਗ ਦਾ ਨਾਰਾ ਦਿੱਤਾ ਸੀ। ਉਦੋਂ ਮੋਦੀ BJP ਨੇ ਇੰਡੀਆ ਸ਼ਾਈਨਿੰਗ ਦੀ ਗੱਲ ਕੀਤੀ ਸੀ, ਭਾਰਤ ਦੀ ਗੱਲ ਨਹੀਂ ਸੀ ਕਰਦੇ। ਭਾਰਤ ਦੀ ਗੱਲ ਇਹਨਾਂ ਹੁਣ ਵੀ ਨਹੀਂ ਕੀਤੀ। ਹੁਣ ਵੀ ਪਿਛਲੇ 9 ਸਾਲਾਂ ਦੇ ਵਿੱਚ ਇਹ ਇੰਡੀਆ ਦੀ ਗੱਲ ਕਰਦੇ ਆ, ਇੰਡੀਆ ਦੀ ਚਮਕ ਦੀ ਗੱਲ ਕਰਦੇ ਆ, ਇਹ ਜਿਹੜੇ ਸਮਾਰਟ ਸਿਟੀ ਦੀ ਗੱਲ ਕਰਦੇ ਆ। 70% ਲੋਕ ਪਿੰਡਾਂ 'ਚ ਨਹੀਂ ਤੇ ਪਿੰਡਾਂ ਦੀ ਗੱਲ ਨਹੀਂ ਕਰਦੇ। ਇਹ ਜਿਹੜੇ 2, 3, 4, 5 ਵੱਡੇ ਬਿਜ਼ਨਸਮੈਨ ਆ ਉਹਨਾਂ ਦੀ ਗੱਲ ਕਰਦੇ ਆ। ਇਹ ਛੋਟੇ ਮੋਟੇ ਸਾਡੇ ਵਰਗੇ ਜਿਹੜੇ ਸਮਾਲ ਸਕੇਲ ਇੰਡਸਟਰੀ ਉਹਨਾਂ ਦੀ ਗੱਲ ਨਹੀਂ ਕਰਦੇ। ਇਹ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਗੱਲ ਕਰਦੇ ਆ, ਇਹ ਪਬਲਿਕ ਇੰਸਟੀਟਿਊਸ਼ਨ ਦੀ ਗੱਲ ਨਹੀਂ ਕਰਦੇ। ਇਹ ਵੱਡੇ ਵੱਡੇ ਹਸਪੀਟਲਾਂ ਦੀ ਗੱਲ ਕਰਦੇ ਆ, ਇਹ ਜਿਹੜਾ ਸਾਡਾ ਪਬਲਿਕ ਹੈਲਥ ਸਿਸਟਮ ਆ ਉਹਦੀ ਨਹੀਂ ਗੱਲ ਕਰਦੇ। ਇਹ ਵੱਡੇ ਵੱਡੇ ਹਾਈਵੇ ਬਣਾਉਂਦੇ ਆ, ਉਹਨਾਂ ਨੂੰ ਜਿਹੜਾ ਪ੍ਰਾਈਵੇਟ ਪਲੇਅਰਾਂ ਨੂੰ ਦਿੰਦੇ ਆ। ਇਹ ਜਿਹੜੀਆਂ ਪਬਲਿਕ ਵਰਕਸ ਡਿਪਾਰਟਮੈਂਟ ਹੁੰਦਾ, ਜਿਹੜੀ ਇਹਨਾਂ ਦੀ ਜ਼ਿੰਮੇਵਾਰੀ ਆ, ਇਹ ਉਹਦੀ ਗੱਲ ਨਹੀਂ ਕਰਦੇ। ਸੋ ਇਸ ਕਰਕੇ ਇਹ ਸਾਰਾ ਬੰਬਾਲ ਖੜਾ ਹੋਇਆ। ਮੈਨੂੰ ਇਹ ਲੱਗਦਾ ਵੀ ਨਹੀਂ, ਇਹਨਾਂ ਨੂੰ ਤਾਂ ਲੋਕੀ ਜਿਹੜਾ ਹੈਗਾ ਨਾ ਇਹ ਵਿਖਾਲ ਦੇਣਗੇ ਜਿਹੜੀ ਇਹਨਾਂ ਦੀ ਅਸਲੀ ਜਗ੍ਹਾ ਹੈਗੀ ਆ। ਔਰ ਜੇ ਇੱਕ ਵਾਰੀ ਉਹ ਜਗ੍ਹਾ ਵਿਖਾਲੀ ਗਈ, ਤੁਸੀਂ ਦੇਖਿਓ ਉਸ ਤੋਂ ਬਾਅਦ ਇਹਨਾਂ 'ਚ ਲੱਭਣਾ ਨਹੀਂ ਕਿਸੇ ਨੇ। ਇਹਨਾਂ ਦੇ ਲੋਕਾਂ ਦੇ ਸਾਹਮਣੇ ਫੇਸ ਕਰਨ ਜੋਗੇ ਨਹੀਂ ਰਹਿਣਗੇ ਜੋ ਇਹਨਾਂ ਨੇ ਵਰਤਾਰਾ ਜਾਂ ਜਿਸ ਕਿਸਮ ਦਾ ਡੈਮੇਜ ਸਮਾਜ ਨੂੰ, ਦੇਸ਼ ਨੂੰ, ਆਰਥਿਕਤਾ ਨੂੰ, ਰਾਜਨੀਤਿਕ ਨਿਜ਼ਾਮ ਨੂੰ। ਤੁਸੀਂ ਦੇਖੋ ਜਿਹੜਾ ਇਹਨਾਂ 'ਚੋਂ ਆ ਗਿਆ ਉਹ ਓਨੈਸਟ ਵਾ। ਇਹਨਾਂ ਦੀ ਵਾਸ਼ਿੰਗ ਮਸ਼ੀਨ ਜਿਹੜੀ ਉਹ ਕਰਾਊਡਡ ਹੋਈ ਪਈ ਆ। ਆਪਾਂ ਦੂਰ ਦੇਖੋ ਕਿ ਜਾਣਾ, ਆਪਾਂ ਕੋਲ ਪੰਜਾਬ ਦੀ ਆਪਣੇ ਕੋਲ ਐਗਜ਼ਾਮਪਲ ਹੈਗੀ ਆ ਕਿ ਜਿਹੜੇ ਬੰਦੇ ਇਹਨਾਂ ਕੋਲ ਗਏ ਆ ਉਹ ਕਿੰਨੇ ਕੁ ਜਿਹੜੇ ਹੈਗੇ ਆ ਦੂਸਰੇ ਜਿਹੜੇ ਆ ਉਹ ਦੁੱਧ ਧੋਤੇ ਆ। ਸੋ ਇਸ ਕਰਕੇ ਇਹ ਬਹੁਤ ਅਨਫੋਰਚੂਨੇਟ ਗੱਲ ਹੈ, ਇਹ ਬਹੁਤ ਹੀ ਚੈਲੰਜਿੰਗ ਗੱਲ ਹੈਗੀ ਆ। ਪਰ ਚਲੋ ਸਮੇਂ ਆਉਂਦੇ ਆ, ਸਮਿਆਂ ਦੇ ਵਿੱਚ ਲੋਕ ਟੈਸਟ ਕੀਤੇ ਜਾਂਦੇ ਆ। 2024 ਦੇ ਵਿੱਚ ਲੋਕਾਂ ਦਾ ਟੈਸਟ ਹੋਣਾ, ਮੈਨੂੰ ਲੱਗਦਾ ਕਿ ਉਹ ਟੈਸਟ ਦੇ ਵਿੱਚ ਲੋਕੀ ਪਾਸ ਹੋਣਗੇ। ਪ੍ਰੋਫੈਸਰ, ਜਦੋਂ ਅਸੀਂ ਗੁੰਡਈ ਸਿਆਸਤ ਦੀ ਗੱਲ ਕਰਦੇ ਆ
ਬੀਜੇਪੀ ਦੇ ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ, ਭਾਵੇਂ ਕਿ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਪੱਕੀ ਜ਼ਮਾਨਤ ਮਿਲ ਗਈ, ਪਰ ਸਵਾਲ ਜਾਂ ਇਲਜ਼ਾਮ ਜਿਹੜੇ ਨੇ ਜਾਂ ਜਿਹੜੇ ਦੋਸ਼ ਲਾਏ ਗਏ ਉੱਥੇ ਦੇ ਉੱਥੇ ਹੀ ਖੜੇ ਨੇ। ਪਤਾ ਨਹੀਂ ਕਿੰਨਾ ਕੁ ਚਿਰ ਕਾਰਵਾਈ ਚੱਲੇਗੀ। ਮੈਂ ਜਦੋਂ ਨਜ਼ਰ ਮਾਰਦਾ ਸਾਰੀਆਂ ਸਿਆਸੀ ਪਾਰਟੀਆਂ ਦੇ ਮੋٹے-ਮੋٹے ਜੇ ਨਾਮ ਲੈ ਲਈਏ, ਕਾਂਗਰਸ ਦੇ ਵਿੱਚ ਜਗਦੀਸ਼ ਟਾਈਟਲਰ ਵਰਗੇ, ਸੱਜਣ ਕੁਮਾਰ ਵਰਗੇ, ਆਖਿਰਕਾਰ ਕਾਰਨ ਕੀ ਹੈ ਕਿ ਤੁਸੀਂ ਬਾਹੂਬਲੀਆਂ ਨੂੰ ਜਾਂ ਇਹੋ ਜਿਹੇ ਲੋਕਾਂ ਨੂੰ ਆਪਣੀ ਪਾਰਟੀਆਂ ਤੋਂ ਬਾਹਰ ਨਹੀਂ ਕਰਦੇ? ਤੇ ਲੋਕ ਵੀ ਇਹੋ ਜਿਹੇ ਨੇ ਜਿਹੜੇ ਇਹਨਾਂ ਨੂੰ ਹੀ ਚੁਣਨਾ ਪਸੰਦ ਕਰਦੇ ਨੇ। ਇਹਨਾਂ ਦੀ ਕਨਸਟੀਟੂਐਂਸੀ ਦੇ ਵਿੱਚ ਇਹੋ ਜਿਹਾ ਕਿਹੋ ਮਤਲਬ ਕਿ ਕਿਹੜੀ ਸਿਆਸਤ ਖੇਡੀ ਜਾਂਦੀ ਹੈ ਕਿ ਇਹੀ ਲੋਕ ਵਾਰ-ਵਾਰ ਸੱਤਾ ਹੰਢਾਉਂਦੇ ਨੇ। ਜੇ ਨਹੀਂ ਆਉਂਦੇ, ਜੇ ਲੋਕ ਨਹੀਂ ਚੁਣਦੇ ਤਾਂ ਪਿਛਲੇ ਦਰਵਾਜ਼ੇ ਉਹ ਰਾਜ ਸਭਾ ਦੀ ਸੀਟ ਮਿਲ ਜਾਂਦੀ ਹੈ, ਉਦਾਂ ਫਿੱਟ ਕਰ ਦਿੱਤੇ ਜਾਂਦੇ ਨੇ। ਫਿਰ ਜੇ ਅਸੀਂ ਆਮ ਆਦਮੀ ਪਾਰਟੀ ਵੱਲ ਝਾਤ ਮਾਰ ਲਈ, ਇੱਧਰ ਵੀ ਜੇਲ੍ਹਾਂ 'ਚ ਬੈਠਿਆਂ ਨੂੰ ਚੇਅਰਮੈਨੀਆਂ, ਭਾਵੇਂ ਜਿੱਡੇ ਮਰਜ਼ੀ ਵੱਡੇ ਅਸ਼ਲੀਲਤਾ ਦੇ ਇਲਜ਼ਾਮ ਲੱਗ ਜਾਣ, ਬੰਦਾ ਟਸ ਤੋਂ ਮਸ ਨਹੀਂ ਕੀਤਾ ਜਾਂਦਾ। ਕੋਈ ਇਹ ਨਹੀਂ ਕਿ ਕੁਰਸੀ ਤੋਂ ਇੱਧਰ ਉੱਧਰ ਕਰ ਦਿੱਤਾ ਜਾਏ। ਮੰਤਰੀਆਂ ਉੱਤੇ ਲੱਗ ਹੀ ਰਹੇ ਨੇ, ਐਮਐਲਏ ਤੇ ਲੱਗਦੇ ਨੇ, ਈਵਨ ਤੱਕ ਕਿ ਚਲਾਨ ਵੀ ਪੇਸ਼ ਹੋ ਜਾਂਦੇ ਨੇ। ਐਮਐਲਏ ਫਿਰ ਵੀ ਬਾਹਰ ਆ ਕੇ ਉਵੇਂ ਦੰਦ ਲਾਉਂਦੇ ਫਿਰਦੇ ਨੇ। ਕੋਈ ਨਹੀਂ ਪੁੱਛਦਾ ਕਿ ਭਾਈ ਤੂੰ ਤੇ ਕਰਪਟ ਹੈ, ਤੈਨੂੰ ਕੁਰਸੀ ਤੇ ਕਿੰਨੇ ਪਾਇਆ, ਨਹੀਂ ਪੁੱਛਦਾ। ਤਕਰੀਬਨ ਜਿੰਨੀਆਂ ਹੋਰ ਪਾਰਟੀਆਂ ਨੇ ਸਾਰੀਆਂ ਨੇ ਬਾਹੂਬਲੀ ਪਾਲੇ ਹੋਏ ਨੇ ਆਪੋ ਆਪਣੀ ਪਾਰਟੀ ਦੇ ਵਿੱਚ। ਇਹ ਸਾਰਾ ਕੁਝ ਚੱਲ ਰਿਹਾ ਆ। ਤਾਂ ਫਿਰ ਅਸੀਂ ਕਿਸ ਬਿਹਾਫ ਤੇ ਇਹ ਗੱਲ ਕਹਿ ਸਕਦੇ ਹਾਂ ਕਿ ਜਿਹੜੀ ਵਿਰੋਧੀ ਏਕਤਾ ਜਾਂ ਜਿਹੜੀਆਂ ਦੂਜੀਆਂ ਧਿਰਾਂ ਨੇ ਉਹ ਆਪਣੇ ਆਪ 'ਚ ਬਦਲਾਅ ਲੈ ਕੇ ਆਉਣਗੀਆਂ, ਜਾਂ ਕੋਈ ਬਦਲਵੀਂ ਸਿਆਸਤ ਲੈ ਕੇ ਆਉਣਗੀਆਂ, ਜਾਂ ਉਹਨਾਂ ਨੇ ਸਿਆਸਤ ਤੋਂ ਬਾਹਰ ਰਹਿ ਕੇ ਕੀ ਕੁਝ ਸਿੱਖਿਆ, ਮਤਲਬ ਕੇਂਦਰੀ ਸੱਤਾ ਤੋਂ ਬਾਹਰ ਰਹਿ ਕੇ ਉਹਨਾਂ ਨੇ ਕੀ ਕੁਝ ਸਿੱਖਿਆ? ਕੀ ਉਹ ਵਾਕਈ ਬਦਲ ਚੁੱਕੀਆਂ ਨੇ? ਕੀ ਹੁਣ ਉਹਨਾਂ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਸਿਰਫ ਕਿ ਮੋਦੀ ਬਨਾਮ ਵਿਰੋਧੀ ਏਕਤਾ ਬਣ ਰਹੀ ਹੈ, ਜਾਂ ਫਿਰ ਦੇਸ਼ ਨੂੰ ਤਕੜਾ ਕਰਨ ਦੇ ਲਈ ਕੋਈ ਰਣਨੀਤੀ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ? ਕੀ ਮੋਦੀ ਸਾਹਿਬ ਨੂੰ ਹਟਾਉਣ ਤੋਂ ਬਾਅਦ ਇਹਨਾਂ ਸਾਰੀਆਂ ਜਿਹੜੀਆਂ ਜਿੰਨੇ ਵੀ ਤਾਣੀਆਂ ਉਲਝੀਆਂ ਨੇ ਇਹਨਾਂ ਨੂੰ ਸੁਲਝਾਇਆ ਜਾਵੇਗਾ, ਜਾਂ ਫਿਰ ਇਹ ਉੱਥੇ ਦੀ ਉੱਥੇ ਟੇਕ ਕੇ ਉਹਨਾਂ ਨੂੰ ਹੀ ਅੱਗੇ ਵਧਾਇਆ ਜਾਵੇਗਾ? ਕਿਉਂਕਿ ਨਾ ਇਹਨਾਂ ਨੇ ਸੂਬਿਆਂ ਦੀ ਜਿਹੜੀ ਖੁਦਮੁਖਤਿਆਰੀ ਹੈ ਜਾਂ ਫੈਡਰਲਿਜ਼ਮ ਹੈ ਉਸ ਤਾਕਤ ਨੂੰ ਇਹਨਾਂ ਨੇ ਮਜ਼ਬੂਤ ਕੀਤਾ, ਨਾ ਅਗਲਿਆਂ ਨੇ ਕੀਤਾ, ਨਾ ਪਿਛਲਿਆਂ ਨੇ ਕੀਤਾ, ਤੇ ਨਾ ਗਾਹ ਕਿਸੇ ਨੇ ਕਰਨਾ ਹੈ। ਜਿਹੜੀਆਂ ਤਾਕਤਾਂ ਸੂਬਿਆਂ ਤੋਂ ਖੋਹ ਲਈਆਂ ਗਈਆਂ ਉਹ ਉੱਥੇ ਦੀਆਂ ਉੱਥੇ ਹੀ ਟਿਕੀਆਂ ਨੇ। ਉਹਨਾਂ ਨੂੰ ਹੋਰ ਅੱਗੇ ਵਧਾ ਦਿੱਤਾ ਗਿਆ, ਰਫ਼ਤਾਰ ਤੇਜ਼ ਕਰ ਦਿੱਤੀ ਗਈ, ਪਰ ਬੈਕ ਕਦੇ ਨਹੀਂ ਆਈਆਂ। ਕੀ ਇਸ ਉੱਤੇ ਚੱਲਣਗੇ? ਮਤਲਬ ਕਿ ਜਿਹੜੀ ਗੁੰਡਾਈ ਸਿਆਸਤ ਹੈ ਉਹ ਤੋਂ ਬਾਹਰ ਨਿਕਲ ਕੇ ਅਸਲ ਦੇ ਵਿੱਚ ਸਿਆਸਤ ਜਿਹੜੀ ਹੁੰਦੀ ਆ ਉਹ ਸਮਾਜ ਦਾ ਇੱਕ, ਉਹਨੂੰ ਕੀ ਕਹਿੰਦੇ ਆ, ਰਿਪਰੈਜ਼ੈਂਟੇਟਿਵ, ਜਿਹਨੂੰ ਬਿੰਬ ਕਹਿੰਦੇ ਆ, ਉਹਦਾ ਇਮੇਜ ਹੁੰਦਾ। ਸਿਆਸਤ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡਾ ਸਮਾਜ ਕਿੱਦਾਂ ਦਾ ਹੈ। ਸਿਆਸਤ ਹਵਾ 'ਚੋਂ ਨਹੀਂ ਆਉਂਦੀ, ਵੈਕਿਊਮ 'ਚ ਨਹੀਂ ਹੁੰਦੀ। ਸਿਆਸਤ ਜਿਹੜੀ ਹੁੰਦੀ ਹੈ, ਜੇ ਸੋਸ਼ਲ ਇਕਨੋਮਿਕ ਪੋਲੀਟੀਕਲ ਕੰਡੀਸ਼ਨਸ ਹੁੰਦੀਆਂ ਉਹਦੇ ਵਿੱਚੋਂ ਹੀ ਇਵੋਲਵ ਹੁੰਦੀ ਆ। ਔਰ ਜਿਹੜੇ ਸਾਡੇ ਸਾਹਮਣੇ ਚੈਲੰਜ ਹੈਗੇ ਆ, ਜਿੱਦਾਂ ਆਪਾਂ ਕਹਿੰਦੇ ਆ ਕਿ ਅਨਪੜ੍ਹਤਾ ਵਾਲਾ ਪਾਸਾ ਹੈਗਾ, ਓਵਰ ਕਰਾਊਡਡ ਵੀ ਹੈਗੀ ਆ, ਅਸੀਂ ਬਹੁਤ ਧਾਰਮਿਕ ਵਾਂ। ਤੁਸੀਂ ਦੇਖੋ ਵੀ ਆਪਣੇ ਪੰਜਾਬ ਦੇ ਵਿੱਚ ਪਿੰਡਾਂ ਦੇ ਸਕੂਲ ਇੱਕ ਪਾਸੇ ਵੇਖ ਲਓ ਤੇ ਇੱਕ ਪਾਸੇ ਜਿਹੜੇ ਧਰਮ ਦੇ ਪਲੇਸ ਉਹ ਵੇਖ ਲਓ। ਕਿੰਨਾ ਜ਼ੋਰ ਧਰਮ ਤੇ ਦਿੱਤਾ ਜਾ ਰਿਹਾ। ਜਿਸ ਡੈਮੋਕ੍ਰੇਸੀ ਦੀ, ਜਿਸ ਰਾਜਨੀਤੀ ਦੀ ਅਸੀਂ ਗੱਲ ਕਰਦੇ ਹਾਂ, ਉਹ ਰਾਜਨੀਤੀ ਦੇ ਵਿੱਚ ਤੁਸੀਂ ਆਣ ਕੇ ਦੇਖੋ ਕਿ ਲੋਕਾਂ ਦੀ ਜਿਹੜੀ ਰੈਸ਼ਨਲ ਕਿੰਨੇ ਹੋ ਰਹੇ ਆ। ਧਾਰਮਿਕ ਜਿਹੜੀ ਹੈਗੀ ਆ, ਠੀਕ ਹੈ, ਧਰਮ ਪਰਸਨਲ ਮਸਲਾ ਹੈ, ਇੱਥੇ ਧਰਮ ਜਿਹੜਾ ਹੈਗਾ ਉਹ ਪਬਲਿਕ ਮਸਲਾ ਹੈ। ਪਹਿਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੇ ਵਿੱਚ ਜਾਂ ਦਰਬਾਰ ਸਾਹਿਬ ਦੀ ਗੁਰਬਾਣੀ ਕਿਹਨੇ ਰਿਲੇ ਕਰਨੀ ਹੈ, ਕਿਹਨੇ ਨਹੀਂ ਕਰਨੀ, ਸਾਰੇ ਪੰਜਾਬ ਦਾ, ਸਾਰੀ ਰਾਜਨੀਤੀ ਦਾ, ਸਾਰੀਆਂ ਪੋਲੀਟੀਕਲ ਪਾਰਟੀਆਂ ਦਾ, ਮੁੱਖ ਮੰਤਰੀ ਦਾ, ਹੋਰ ਮੰਤਰੀਆਂ ਦਾ, ਸੰਤਰੀਆਂ ਦਾ ਜ਼ੋਰ ਹੀ ਉੱਤੇ ਲੱਗਾ ਵਾ। ਮੁੱਦਾ ਹੀ ਉਹ ਬਣ ਗਿਆ। ਕੀ ਉਸ ਮੁੱਦੇ ਨਾਲ ਲੋਕਾਂ ਦਾ ਰੋਟੀ ਰੋਜੀ ਦਾ ਮਸਲਾ ਹੱਲ ਹੁੰਦਾ ਵਾ? ਕੀ ਉਸ ਮੁੱਦੇ ਦੇ ਨਾਲ ਜਿਹੜਾ ਹੈਗਾ ਲੋਕਾਂ ਦੀ ਜਿਹੜੇ ਅਸਲੇ ਮਸਲੇ ਆ ਉਥੋਂ ਟੈਨਸ਼ਨ ਡਿਵਰਟ ਹੁੰਦੀ ਹੈ? ਨਹੀਂ ਹੁੰਦੀ। ਅਸੀਂ ਤਾਂ ਆਪ ਉਹਦੇ ਵਿੱਚ ਵੜਦੇ ਹਾਂ ਜਾ ਕੇ। ਅਸੀਂ ਤਾਂ ਆਪ ਉਹਦਾ ਦਾ ਜਿਹੜਾ ਸੇਠਦੇ ਕੰਮ ਉਹਦੇ ਵਿੱਚੋਂ। ਜਾਤ ਸਾਡੀ ਉਸੇ ਤਰ੍ਹਾਂ ਖੜੀ ਆ, ਧਰਮ 'ਚ ਉੱਦਾਂ ਹੀ ਅਸੀਂ ਜੁੜੇ ਪਏ ਆ, ਬੇਈਮਾਨੀ ਸਾਡੀ ਉਸ, ਝੂਠ ਸਾਡੇ 'ਚ ਉਸੇ ਤਰੀਕੇ ਨਾਲ ਬਣਿਆ ਪਿਆ ਵਾ, ਚੰਗੀ ਵਿਦਿਆ ਸਾਡੇ ਨੇੜੇ ਤੇੜੇ ਨਹੀਂ ਆਉਣ ਲਈ ਉਹਦੇ ਵਿੱਚੋਂ ਕਰਕੇ। ਤੋ ਇਸ ਕਰਕੇ ਜਿੱਦਾਂ ਦਾ ਸਮਾਜ ਹੋ ਰਿਹਾ, ਤੰਗੀਆਂ ਵੱਧ ਰਹੀਆਂ ਵਾ, ਇੰਪਲੋਇਮੈਂਟ ਮਿਲ ਨਹੀਂ ਰਹੀ, ਕੋਈ ਆਸ ਨਹੀਂ ਦਿਖ ਰਹੀ, ਕੋਈ ਫਿਊਚਰ ਨਹੀਂ ਦਿਖ ਰਿਹਾ। ਜਦੋਂ ਅਸੀਂ ਸਟੇਬਲ ਹੀ ਨਹੀਂ ਹੋ ਰਿਹਾ, ਸਮਾਜ ਹੀ ਸਟੇਬਲ ਨਹੀਂ ਹੋ ਰਿਹਾ, ਇਨਸਿਕਿਉਰਿਟੀ ਵੱਧ ਰਹੀ ਆ, ਤੇ ਉਹਦੇ ਵਿੱਚੋਂ ਰਾਜਨੀਤੀ ਵੀ ਤਾਂ ਉਦਾਂ ਦੀ ਨਿਕਲੂਗੀ। ਫਿਰ ਰਾਜਨੀਤੀ ਦੇ ਵਿੱਚ ਜਿਹੜੇ ਆਉਣ ਵਾਲੇ ਅਗਲੇ ਬੰਦੇ ਉਹ ਵੀ ਉਸ ਤਰੀਕੇ ਨਾਲ ਨਿਕਲਣਗੇ, ਉਹੀ ਪ੍ਰਚਾਰ ਕਰਨਗੇ। ਪਰ ਇਹਦੇ ਨਾਲ ਇੱਕ ਆਸ ਵੀ ਹੁੰਦੀ ਆ। ਉਹ ਆਸ ਇਹ ਹੈਗੀ ਕਿ ਸਾਡਾ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ ਵੀ ਘੱਟੋ ਘੱਟ ਜਿਹੜਾ ਇੱਕ ਥੋੜਾ ਬਹੁਤਾ ਪੋਲੀਟੀਕਲ ਆਟੋਨਮੀ ਲੋਕਾਂ ਦੇ ਵਿੱਚ ਆਈ ਆ। ਇਹ ਅਸੀਂ ਆਪਣੇ ਅੰਦਾਜ਼ੇ ਨਾਲ ਵੀ, ਮਤਲਬ ਆਪਣੇ ਤਜਰਬੇ ਤੇ ਕਹਿ ਸਕਦੇ ਹਾਂ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਵਿਅਕਤੀ ਜਿਹੜੇ ਹੈਗੇ ਆ ਉਹ ਪੋਲੀਟੀਕਲ ਆਟੋਨਮਸ ਹੋ ਰਹੇ ਆ। ਉਹ ਚੰਗੀ ਗੱਲ ਆ। ਆਮ ਆਦਮੀ ਪਾਰਟੀ ਦੀ ਤੁਸੀਂ ਗੱਲ ਕੀਤੀ ਆ, ਲੋਕਾਂ ਨੇ ਦੂਸਰਿਆਂ ਨੂੰ ਲਾਂਭੇ ਕਰਕੇ ਇਹਨਾਂ ਨੂੰ ਅੱਗੇ ਲੈਣ ਦਿੱਤਾ।
ਪਰ ਤੁਹਾਡੀ ਉਹ ਵੀ ਗੱਲ ਠੀਕ ਆ ਵੀ ਆਮ ਆਦਮੀ ਪਾਰਟੀ ਨੂੰ ਪਾਰਲੀਮੈਂਟ ਦੇ ਵਿੱਚ ਜਾਂ ਲੋਕ ਸਭਾ ਵਾਸਤੇ ਬੰਦਾ ਹੀ ਨਹੀਂ ਕੋਈ ਲੱਭਾ। ਉਹੀ ਬੰਦਾ ਜਿਹੜਾ ਪਹਿਲੋਂ ਕਾਂਗਰਸ ਦੇ ਵਿੱਚ ਬਾਹੂਬਲੀ ਦਾ ਕੰਮ ਕਰਦਾ ਸੀਗਾ ਜਾਂ ਉੱਥੇ ਜਿਹੜਾ ਉਹ ਸੀਗਾ ਉਹਨੂੰ ਇਸ ਪਾਸੇ ਇਹਨਾਂ ਨੇ ਲੈਣ ਤਾ। ਤੋ ਤਾਕਤ ਬਦਲੀ ਹੈ, ਆਲਟਰਨੇਟਿਵ ਪੋਲਿਟਿਕਸ ਨਹੀਂ ਨਾ ਬਦਲੀ। ਆਲਟਰਨੇਟਿਵ ਪੋਲਿਟਿਕਸ ਜਿਹੜੀ ਬਦਲਣ ਵਾਲਾ ਕੰਮ ਹੈਗਾ ਵਾ ਉਹ ਹੈਗਾ ਕਿ ਤੁਸੀਂ ਕਿਹੜੀਆਂ ਨੀਤੀਆਂ ਲੈ ਕੇ ਆਉਂਦੇ ਹੋ, ਤੁਹਾਡਾ ਏਜੰਡਾ ਕੀ ਹੈਗਾ। ਆਮ ਆਦਮੀ ਪਾਰਟੀ ਦਾ ਕੀ ਏਜੰਡਾ ਹੈਗਾ, ਉਹੀ ਏਜੰਡਾ ਨਾ ਜਿਸ ਤਰੀਕੇ ਨਾਲ ਪ੍ਰੋਪੇਗੈਂਡਾ ਕਰ ਦੋ, ਉਹੀ ਤਰੀਕਾ ਹੈਗਾ ਨਾ ਵੀ ਜਿਹੜਾ ਮਤਲਬ ਮੈਂ ਤੇ ਇੱਕ ਦੇਖ ਰਿਹਾ ਸੀ ਵੀ ਇੱਕ ਐਸਐਸਪੀ ਜਿਹੜੀ ਆ 17 ਮਹੀਨਿਆਂ ਦੇ ਵਿੱਚ 4 ਵਾਰੀ ਉਹਦੀ ਬਦਲੀ ਕਰਤੀ ਆ। ਜਿਹੜੀ ਬਦਲੀ ਵਾਲੀ ਪੋਲਿਟਿਕ ਕਿਉਂ ਨਹੀਂ ਐਸਐਸਪੀ ਨੂੰ 3 ਸਾਲ ਦਿੰਦੇ ਜਾਂ ਕਿਉਂ ਨਹੀਂ ਉਹਨੂੰ 2 ਸਾਲ ਦਿੰਦੇ, ਜਿਹੜਾ ਕੋਈ ਕੰਮ ਕਰਨ ਲੱਗਦਾ ਵਾ ਉਸੇ ਤਰੀਕੇ ਨਾਲ ਹੋ ਜਾਂਦਾ। ਨਸ਼ੇ ਬਾਰੇ ਵੀ ਤੁਸੀਂ ਵੇਖ ਲਓ, ਕੋਈ ਹੋਈ ਉਹ 'ਚ ਫਰਕ ਪਿਆ। ਲੋਕੀ ਐਲੀਗੇਸ਼ਨ ਕਰਨ ਰਹੇ ਆ ਵੀ ਜਾਂ ਤੇ ਢਿੱਲੇ ਪੈ ਗਏ ਆ ਜਾਂ ਇਹਨਾਂ ਨੇ ਉਹਦੇ ਨਾਲ ਕਰ ਲਿਆ ਹੈ, ਬਾਹਰ ਪੈਰ ਪਸਾਰ ਲਏ ਆ, ਉਹਦੇ ਲਈ ਪੈਸਾ ਚਾਹੀਦਾ ਵਾ, ਪੈਸਾ ਦਿੱਲੀ ਤੋਂ ਤਾਂ ਨਿਕਲੂਗਾ ਨਹੀਂ, ਉਹ ਤਾਂ ਫੜ ਕੇ ਅੰਦਰ ਦੇਣਗੇ ਇਹਨਾਂ ਨੂੰ। ਹੋਰ ਕਿਤੇ ਇਹਨਾਂ ਦੀ ਸਰਕਾਰ ਨਹੀਂ ਹੈਗੀ, ਫਿਰ ਪੈਸੇ ਕਿੱਥੋਂ ਆਉਣੇ ਆ। ਮੰਤਰੀਆਂ ਨੇ ਤਨਖਾਹਾਂ 'ਚ ਥੋੜੇ ਪੈਸੇ ਦੇਣੇ ਆ, ਐਮਐਲਏ ਤਨਖਾਹਾਂ 'ਚ ਥੋੜੇ ਪੈਸੇ ਦੇਣੇ ਆ। ਕੰਪਲਸ਼ਨ ਆਫ ਪੋਲਿਟਿਕਸ ਹੈਗੀ ਆ। ਫਿਰ ਤੁਸੀਂ ਪਾਵਰ ਦਾ ਡੀਸੈਂਟਰਲਾਈਜ਼ ਨਹੀਂ ਕੀਤਾ। ਐਮਐਲਏ ਕੋ ਕਿੰਨੀ ਆਟੋਨਮੀ ਹੈਗੀ ਆ, ਆਟੋਨਮੀ ਡਿਫਰੈਂਟ ਕਿਸਮ ਦੀ ਹੈਗੀ ਆ। ਤੂੰ ਤਹਿਸੀਲਦਾਰ ਤੇਰੇ ਆਣ ਕੇ ਜਿਹੜਾ ਹਾਜ਼ਰੀ ਲਵਾ ਦੂਗਾ, ਪਟਵਾਰੀ ਹਾਜ਼ਰੀ ਲਵਾ ਦੂਗਾ, ਥਾਣੇਦਾਰ ਦੀ ਤੇਰੀ ਗੱਲ ਮੰਨ ਲੂਗਾ। ਮੰਤਰੀ ਕੋ ਕਿੰਨੀ ਆਟੋਨਮੀ ਹੈਗੀ, ਕੋਈ ਮੰਤਰੀ ਆਪਣਾ ਸਟੇਟਮੈਂਟ ਦਿੰਦਾ ਵਾ, ਤੁਸੀਂ ਉਸੇ ਵੇਲੇ ਨੂੰ ਇਹ ਪਾਸਲ ਕਰ ਦਿੰਦੇ। ਕਿਹੜੇ ਤੁਸੀਂ ਮੰਤਰੀ ਲਾਉਣ ਡਏ ਜੋ? ਕਿੰਨੀ ਕੁ ਉਹ ਬੰਦਾ ਲਿਟਰੇਟ ਹੈਗਾ, ਕਿੰਨਾ ਕੁ ਅਵੇਕਨਡ ਹੈਗਾ, ਕਿੰਨਾ ਕੁ ਸੋਸ਼ਲ ਕੰਪਲੈਕਸਿਟੀ ਨੂੰ ਸਮਝਦਾ ਹੈ, ਕਿੰਨਾ ਕੁ ਜਿਹੜੀ ਖਾਸ ਕਰਕੇ ਜੇ ਕੋਈ ਮੰਤਰੀ ਲੈ ਕੇ ਵੇਖ ਲਓ ਤੁਸੀਂ, ਸਾਰੇ 2-4 ਨੂੰ ਛੱਡ ਕੇ ਤੁਸੀਂ ਉਹਦੇ ਵਿੱਚੋਂ ਕਿਹੜੇ ਲੋਕ ਲਾਏ ਆ। ਇਹ ਹਾਲ ਨੈਸ਼ਨਲ ਉਹਦੇ ਵਿੱਚੋਂ ਹੈਗਾ। ਜਿੰਨਾ ਚਿਰ ਸਾਡੇ ਨਿਜ਼ਾਮ ਦੇ ਵਿੱਚ ਤਾਕਤ ਨੂੰ ਹਥਿਆਉਣਾ ਹੀ ਪੋਲੀਟੀਸ਼ੀਅਨਸ ਦਾ ਮੰਤਵ ਰਹੂਗਾ, ਉਹ ਇਦਾਂ ਹੀ ਚੱਲਦਾ ਰਹੂਗਾ। ਇੱਕ ਆ ਗਏ ਦੂਸਰੇ ਆ ਗਏ, ਕੋਈ ਫਰਕ ਨਹੀਂ ਪੈਂਦਾ। ਇਹ ਤਾਂ ਠੀਕ ਸੀਗਾ। ਕਾਂਗਰਸ ਦੀ ਸਮੱਸਿਆ ਸੀ ਵੀ ਕਾਂਗਰਸ ਜਿਹੜਾ ਸੈਕੂਲਰਿਜ਼ਮ ਸੀਗਾ ਉਹ ਬਹੁਤ ਡਿਊਬੀਅਸ ਸੀਗਾ, ਉਹ ਸਮਝ ਨਹੀਂ ਸੀ ਆਉਂਦਾ। ਤੁਸੀਂ ਜਗਦੀਸ਼ ਟਾਈਟਲ ਦੀ ਗੱਲ ਕੀਤੀ ਆ, ਉਹਨਾਂ ਨੂੰ ਵੀ ਪੈਟਰੋਨਾਈਜ਼ ਕੀਤਾ, ਹਿੰਦੂਤਵ ਦੀ ਰਾਜਨੀਤੀ ਉਹ ਵੀ ਖੇਡਦੇ ਰਹੇ, ਪਰ ਸੌਫਟ ਖੇਡਦੇ ਰਹੇ। ਬੀਜੇਪੀ ਦਾ ਜਿਹੜਾ ਕਮਿਊਨਲਿਜ਼ਮ ਆ ਉਹ ਸਮਝ ਆਉਂਦਾ ਵਾ, ਉਹ ਬਹੁਤ ਖੁੱਲ ਕੇ ਖੇਡਦੇ ਆ। ਇਸੇ ਕਰਕੇ ਉਹਨਾਂ ਨੇ ਬਹੁਤ ਆਪਣੇ ਜਿਹੜੇ ਪੈਰ ਪਸਾਰੇ ਆ। ਉਹ ਇਹ ਬੀਜੇਪੀ ਕਾਂਗਰਸ ਦੋ ਪਾਸੇ ਪੈਰ ਰੱਖਦੀ, ਦੋ ਬੇੜੀਆਂ ਦੇ ਵਿੱਚ, ਸੈਕੂਲਰ ਵੀ ਘਾਉਂਦੀ ਸੀ ਤੇ ਕਮਿਊਨਲ ਪੋਲਿਟਿਕਸ ਵੀ ਖੇਡਦੀ ਸੀਗੀ। ਬੀਜੇਪੀ ਨੇ ਜਿਹੜਾ ਖੁੱਲ ਕੇ ਕਮਿਊਨਲ ਪੋਲਿਟਿਕਸ ਖੇਡੀ ਆ ਔਰ ਇਸ ਕਿਸਮ ਦੀ ਰਾਜਨੀਤੀ ਲੈ ਕੇ ਆ ਉਹਦੇ ਵਿੱਚੋਂ ਕਰਕੇ ਫਿਰ ਇੱਕ ਮੇਰੇ ਧਿਆਨ ਚ ਆ ਰਿਹਾ ਸਵਾਲ ਕਿ ਇੱਕ ਉਹ ਧਿਰ ਬੀਜੇਪੀ ਜਿਹੜੀ ਗੁਜਰਾਤ ਦੰਗੇ ਦੇ ਕਾਤਲਾਂ ਨੂੰ ਬਚਾਉਂਦੀ ਹੈ, ਬਿਲਕਿਸ ਬਾਨੋ ਦੇ ਨਾਲ ਜਿਹੜੇ ਰੇਪ ਕਰਦੇ ਨੇ ਉਹਨਾਂ ਦੀ ਪਿੱਠ ਪਿੱਛੇ ਕਰਦੀ ਹੈ, ਉਹਨਾਂ ਨੂੰ ਸਟੇਜਾਂ ਮੁਹੱਈਆ ਕਰਵਾਉਂਦੀ ਹੈ, ਤੇ ਇੱਕ ਉਹ ਧਿਰ ਜਿਹੜੀ 1984 ਦੇ ਕਾਤਲਾਂ ਨੂੰ ਬਚਾਉਂਦੀ ਹੈ। ਕੀ ਅਸੀਂ ਇਹਨੂੰ ਸੌਫਟ ਤੇ ਹਾਰਡ ਦਾ ਨਾਮ ਦਈਏ ਜਾਂ ਸਿੱਧਾ ਅਸੀਂ ਦੱਸੀਏ ਕਿ ਇਹ ਮਤਲਬ ਕਿ ਸਪਸ਼ਟ ਨੀਤੀ ਇਹ ਆ, ਸੌਫਟ ਕਹਿ ਲਓ ਹਾਰਡ ਕਹਿ ਲਓ, ਉਹਦੇ ਨਾਲ ਥੋੜਾ ਜਿਹਾ ਬਦਲਵਾ ਪੱਖ ਜਿਹਾ ਲੱਗਦਾ ਹੈ ਤਾਂ ਹਿੰਦੂਤਵਾ ਦੀ ਗੱਲ ਆ। ਨਹੀਂ, ਬਿਲਕੁਲ ਮੈਂ ਇਹੀ ਗੱਲ ਮੈਂ ਕਹਿਣ ਡਿਆ ਵੀ ਉਹਦਾ ਸਾਨੂੰ ਸੈਕੂਲਰਿਜ਼ਮ ਸਮਝ ਆਇਆ ਹੀ ਨਹੀਂ ਅਗਲੇ ਸਮੇਂ। ਨਹਿਰੂ ਦੀ ਸਮਝ ਬਿਲਕੁਲ ਕਲੀਅਰ ਸੀਗਾ, ਇੰਦਰਾ ਗਾਂਧੀ ਦੀ ਸਮਝ ਬਿਲਕੁਲ ਕਲੀਅਰ ਸੀਗਾ। ਬਾਅਦ ਦੇ ਵਿੱਚ ਜਦੋਂ ਅੱਜ ਰਾਜੀਵ ਗਾਂਧੀ ਆ ਜਾਂਦਾ ਵਾ, ਬਾਬਰੀ ਮਸਜਿਦ ਦਾ ਦਰਵਾਜ਼ਾ ਉਹਨੇ ਖੋਲਿਆ, ਪੂਜਾ ਉੱਥੇ ਕੀਤੀ ਆ, ਜਦੋਂ ਸ਼ੁਰੂ ਕੀਤੀ ਇਲੈਕਸ਼ਨ ਸ਼ੁਰੂ ਕੀਤੀ ਉਹਦੇ ਵਿੱਚੋਂ ਕਰਕੇ, ਉਹ ਤਾਂ ਗੱਲ ਸਮਝ ਹੀ ਨਹੀਂ ਆਉਂਦੀ। ਬੀਜੇਪੀ ਦਾ ਬਹੁਤ ਆ ਵੀ ਹਿੰਦੂਆਂ ਦੇ ਨਾਲ ਆ, ਅਸੀਂ ਹਿੰਦੂ ਤੇ ਰੈਸਟ ਆਫ ਦਾ ਜਿਹੜੇ ਦੂਸਰੇ ਪਾਸੇ ਵਾਲੇ ਹੈਗੇ ਆ। ਪਰ ਸਿਰਫ ਇਹ ਪਾਰਟ ਨਹੀਂ ਸੀਗਾ ਕਿ ਹਿੰਦੂ ਵਾਲਾ ਪਾਸਾ ਨਹੀਂ ਸੀਗਾ, ਉਹ ਹੋਰ ਹੀ ਪਾਸੇ ਸੀ। ਕਾਂਗਰਸ ਦਾ ਜਿਹੜਾ ਸਿਸਟਮ ਸੀ, ਨਿਜ਼ਾਮ ਸੀਗਾ, ਵੀਕਨੈਸ ਕਹਿ ਲਓ ਤੁਸੀਂ ਜਿਹੜਾ ਉਹਦੇ ਵਿੱਚੋਂ, ਜਾਂ ਜਿਹੜਾ ਕੰਮ ਚੱਲਦਾ ਹੈ ਉੱਦਾਂ ਚਲਾਈ ਚਲੋ, ਜਾਂ ਟੇਕਨ ਫਾਰ ਗ੍ਰਾਂਟਡ ਵੀ ਸਾਡੇ ਮੁਕਾਬਲੇ ਤੇ ਕੋਈ ਵੀ ਨਹੀਂ ਹੈਗਾ। ਹੁਣ ਉਹਨਾਂ ਦੀਆਂ ਵੀ ਅੱਖਾਂ ਖੋਲੀਆਂ। 2 ਵਾਰੀ ਚੋਣਾਂ ਦੇ ਵਿੱਚ ਉਹਨਾਂ ਨੂੰ ਆਪੋਜੀਸ਼ਨ ਪਾਰਟੀ ਦਾ ਲੀਡਰ ਬਣਨ ਵਾਸਤੇ ਵੀ ਉਹਨਾਂ ਕੋਲ ਮੈਜੋਰਟੀ ਨਹੀਂ ਹੈਗੀ। ਪਹਿਲਾਂ 44 ਸੀਟਾਂ ਸੀ, ਮੁੜ ਕੇ 54 ਸੀਟਾਂ ਆਈਆਂ, ਇੱਕ ਸੀਟ ਹੋਰ ਮਿਲਦੀ ਤੇ ਫਿਰ ਰੈਕਗਨਾਈਜ਼ ਲੀਡਰ ਹੋਣਾ ਸੀ ਆਪੋਜੀਸ਼ਨ ਪਾਰਟੀ ਦਾ, ਉਹ ਤਾਂ ਵੀ ਨਹੀਂ ਬਣਿਆ। ਹੁਣ ਮੱਛੀ ਜਿੱਦਾਂ ਪੱਥਰ ਚੱਟ ਕੇ ਮੁੜਦੀ ਆ, ਉਹ ਵੀ ਫਲੈਕਸੀਬਲ ਹੋਏ ਉਹਦੇ ਵਿੱਚੋਂ ਆਣ ਕੇ, ਉਹਨਾਂ ਨੂੰ ਵੀ ਲੱਗਦਾ। ਦੂਸਰੇ ਪਾਸੇ ਪ੍ਰੈਸ਼ਰ ਇਹ ਹੈਗਾ, ਰਾਜਨੀਤੀ ਜਾਵੇ ਠੱਠੇ ਖੂਹ 'ਚ। ਇਸ ਵੇਲੇ ਸਵਾਲ ਸੰਵਿਧਾਨ ਦਾ, ਸੰਵਿਧਾਨ ਦੇਸ਼ ਦਾ ਹੈ। ਸੁਖਵਿੰਦਰ ਜੀ, ਇਹ ਦੇਸ਼ ਤਾਂ ਹੀ ਇਕੱਠਾ ਰਹਿ ਸਕਦਾ ਹੈ, ਇਹਨੂੰ ਕੋਈ ਤਾਕਤ, ਹਥਿਆਰ, ਮਿਜ਼ਾਈਲਾਂ, ਬੰਬ ਜਾਂ ਫੌਜਾਂ ਇਕੱਠੀਆਂ ਨਹੀਂ ਰੱਖ ਸਕਦੀਆਂ। ਇਹਨੂੰ ਪਿਆਰ ਇਕੱਠਿਆਂ ਰੱਖ ਸਕਦਾ ਵਾ, ਇਹਨੂੰ ਭਾਈਚਾਰਾ ਇਕੱਠਿਆਂ ਰੱਖ ਸਕਦਾ ਵਾ, ਇਹਨੂੰ ਸੈਂਸ ਆਫ ਬਿਲੋਂਗਿੰਗ ਆ, ਇਹ ਦੇਸ਼ ਮੇਰਾ ਹੈ। ਹੁਣ ਮਨੀਪੁਰ ਵਾਲੇ ਕੁੱਕੀਆਂ ਨੂੰ ਕਹੋਗੇ ਵੀ ਇਹ ਦੇਸ਼ ਮੇਰਾ ਵਾ, ਜਿੱਦਾਂ ਕਿ ਸਮੇਂ ਦੇ ਵਿੱਚ ਆਪਣੇ ਦਰਬਾਰ ਸਾਹਿਬ ਦੇ ਵਿੱਚ ਹੋਇਆ ਸੀਗਾ, ਜਾਂ ਕਿ ਸਮੇਂ ਦੇ ਵਿੱਚ ਤੁਸੀਂ ਦੇਖੋ ਜਾਂ ਮਿਨੋਰਟੀ ਕਮਿਊਨਿਟੀਜ਼ ਨਾਲ ਹੋ ਰਿਹਾ ਵਾ, ਜਾਂ ਜਿਸ ਤਰੀਕੇ ਨਾਲ ਤੁਸੀਂ ਦੇਖੋ ਕਿ ਇਹਨਾਂ ਨੇ ਲੱਸੀ ਜਿਹੜੀ ਸੀ ਨਾ, ਅਮੁਲ ਦੀ ਲੱਸੀ ਦੇ ਨਾਂ ਦੇ ਨਾਲ ਤਾਮਿਲਨਾਡੂ ਦੇ ਵਿੱਚ ਉਹਨੂੰ ਉੱਥੇ ਇੰਟਰੋਡਿਊਸ ਕੀਤਾ ਸੀ, ਲੋਕਾਂ ਨੇ ਰਜਿਸਟ ਕਰ ਦਿੱਤਾ ਹੈ।
ਇਹ ਤਾਂ ਇੰਨੀਆਂ ਸਾਡਾ ਇਹ ਦੇਸ਼ ਦੇ ਵਿੱਚ ਇੰਨੀਆਂ ਵਿਭਿੰਨਤਾਵਾਂ ਹੈਗੀਆਂ ਵਾ, ਇਹਨੂੰ ਤਾਂ ਤੁਸੀਂ ਬਹੁਤ ਹੀ ਸੈਂਸਿਟਿਵ ਤਰੀਕੇ ਦੇ ਨਾਲ, ਪਿਆਰ ਦੇ ਨਾਲ, ਮੁਹੱਬਤ ਦੇ ਨਾਲ ਸਾਰਿਆਂ ਨੂੰ ਲੈ ਕੇ ਚਲੋ। ਹੁਣ UCC ਲੈ ਆਏ ਆ, ਔਰ UCC ਤੇ ਸਾਰਾ ਠੀਕ ਆ। ਮੈਂ ਕਹਿਣਾ ਕਿ ਉਹਦੇ ਵਿੱਚ ਲਿਖਿਆ ਗਿਆ ਵਾ, ਸਾਡੇ ਡਾਇਰੈਕਟਰ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਹੋਣਾ ਚਾਹੀਦਾ ਹੈ, ਸਿਵਲ ਜਿਹੜਾ ਲਾਜ਼ ਹੈਗੇ ਉਹਦੇ ਉੱਤੇ ਹੋਣਾ ਚਾਹੀਦਾ ਹੈ ਕਿ ਉਹ ਸਾਰਿਆਂ ਨੂੰ ਬਰਾਬਰ ਹੋਣ, ਔਰਤਾਂ ਦੀ ਸਿਕਿਉਰਿਟੀ ਹੋਵੇ, ਉਹਨਾਂ ਦਾ ਹਿੱਸਾ ਬਰਾਬਰ ਹੋਵੇ। ਪਰ ਜਿਹੜੀਆਂ ਸਾਡੀਆਂ ਕਦਰਾਂ ਕੀਮਤਾਂ ਵਾ, ਜਿਹੜੇ ਰੀਤੀ ਰਿਵਾਜ ਹੈਗੇ ਆ, ਜਿਹੜੀਆਂ ਸਾਡੀਆਂ ਧਾਰਮਿਕ ਸਾਡੀਆਂ ਮਾਨਤਾਵਾਂ ਹੈਗੀਆਂ ਵਾ, ਜਾਂ ਜਿਹੜੀਆਂ ਸਾਡੀਆਂ ਵੱਖਰੀ ਵੱਖਰੀ ਆਇਡੈਂਟੀਟੀਜ਼ ਹੈਗੀਆਂ, ਉਹਨਾਂ ਤੇ ਤੁਸੀਂ ਥੋੜਾ ਸੁਹਾਗਾ ਫੇਰ ਸਕਦੇ ਜੋ। ਇਹ ਤਾਂ ਸਿਰਫ ਬੁਲਡੋਜ਼ ਕਰਨ ਵਾਲੇ ਪਾਸੇ ਆਏ ਆ। ਪਹਿਲੀ ਗੱਲ ਤੇ ਇਹਨਾਂ ਨੂੰ ਇਹ ਬੰਦਾ ਪੁੱਛੇ ਵੀ ਤੁਸੀਂ ਆਪਣੇ ਹਿੰਦੂਆਂ ਦੇ ਵਿੱਚ ਹੀ ਇੱਕ ਯੂਨੀਫਾਰਮ ਸਿਵਲ ਕੋਡ ਲਾਗੂ ਲਾ ਦਿਓ, ਤੁਸੀਂ ਦਲਿਤਾਂ ਨੂੰ ਨਾਲ ਬਿਠਾ ਲਓ, ਆਪਣੇ ਉਹਨਾਂ ਨੂੰ ਬਰਾਬਰ ਲੈ ਉਹਨਾਂ ਦੇ ਵਿੱਚ, ਉਹਨਾਂ ਨੂੰ ਜਿਹੜੀ ਤੁਹਾਡੀ ਹੈਗੀ ਆ ਪ੍ਰਾਪਰਟੀ ਉਹਦੇ ਵਿੱਚੋਂ ਹਿੱਸਾ ਦਵਾ ਦਿਓ ਉਹਦੇ ਵਿੱਚੋਂ, ਉਹਨਾਂ ਨੂੰ ਮੰਦਰਾਂ ਦੇ ਵਿੱਚ ਲੈ ਇਕੁਐਲਿਟੀ ਲੈ ਉੱਥੇ ਉਹਨਾਂ ਦੀ ਜਿਹੜੀ ਹੈਗੀ ਸੀ ਰਿਲੀਜੀਅਸ ਇਕੁਐਲਿਟੀ ਹੈਗੀ ਸੀਗੀ। ਸੋ ਮੇਰਾ ਕਹਿਣ ਤੋਂ ਭਾਵ ਹੈ ਇਹ ਤਾਂ ਤਾਕਤ ਉਹਨਾਂ ਲੋਕਾਂ ਦੇ ਵਿੱਚ ਹੱਥਾਂ 'ਚ ਆ ਗਈ ਕਿ ਜਿਨ੍ਹਾਂ ਲੋਕਾਂ ਦੀ ਕੋਈ ਹੈ ਹੀ ਨਹੀਂ, ਮਤਲਬ ਇਮੇਜ ਹੀ ਨਹੀਂ ਸੀਗੀ, ਸਮਝ ਹੀ ਨਹੀਂ ਸੀਗੀ ਕਿ ਦੇਸ਼ ਕੀ ਹੈ। ਇਹ ਤਾਕਤ ਦੇ ਸਿਰ ਦੇ ਉੱਤੇ ਦੇਸ਼ ਚਲਾਉਣਾ ਚਾਹੁੰਦੇ ਆ, ਔਰ ਇਹਨਾਂ ਚਲਾਇਆ ਵੀ ਆ ਜ਼ੋਰ ਦੇ ਸਿਰ ਦੇ ਉੱਤੇ। ਫੌਜਾਂ ਘਲਾ ਦਿਓ, ਪੰਜਾਬ ਨਹੀਂ ਆਖੇ ਲੱਗਦਾ, ਅੱਧਾ ਪੰਜਾਬ ਜਿਹੜਾ ਹੈਗਾ ਉਹਨਾਂ ਨੂੰ ਦੇ ਦਿਓ। ਪ੍ਰਧਾਨ ਮੰਤਰੀ ਜੀ ਵੇਖੋ ਜੀ, ਉਹਨਾਂ ਨੇ ਆਉਣਾ ਸੀ ਉੱਥੇ ਫਿਰੋਜ਼ਪੁਰ ਆਉਣਾ ਸੀਗਾ, ਉਹ ਫਰੀਦਕੋਟੇ ਮੁੜ ਗਏ। ਇਹ ਜਦੋਂ ਇਦਾਂ ਦੀਆਂ ਗੱਲਾਂ ਹੋਈਆਂ, ਸਾਨੂੰ ਸੋਚਣਾ ਚਾਹੀਦਾ ਸੀ, ਸਾਨੂੰ ਸਮਝਣਾ ਚਾਹੀਦਾ ਸੀਗਾ ਕਿ ਅਸੀਂ ਕਿਹੜੇ ਪਾਸੇ ਵੱਲ ਜਾ ਰਹੇ ਹਾਂ, ਕਿਸ ਕਿਸਮ ਦੀ ਰਾਜਨੀਤੀ ਆ ਰਹੀ ਆ। ਰਾਜਨੀਤੀ ਦੇ ਵਿੱਚ ਇਹ ਆ ਕਿ ਕੁੱਟੋ ਵੀ ਤੇ ਉਹਨਾਂ ਨੂੰ ਕੋਈ ਗੱਲ ਕਹਿਣ ਵੀ ਨਾ ਦਿਓ। ਖਾਸ ਕਰਕੇ ਤੁਸੀਂ UP ਦਾ ਐਕਸਪੈਰੀਮੈਂਟ ਜਿਹੜਾ ਹੈਗਾ, ਇਹ ਤੇ ਚੰਗੀ ਗੱਲ ਹੋਈ, ਲੋਕਾਂ ਨੇ ਜਿਹੜਾ ਸੀ ਕਰਨਾਟਕਾ ਦੇ ਵਿੱਚ BJP ਨੂੰ ਹਰਾ ਦਿੱਤਾ। ਜੇ ਕਹੀਏ ਨਾ ਵੀ ਕਾਂਗਰਸ ਜਿੱਤ ਗਈ, ਇਹ ਇੰਨਾ ਸੌਖਾ ਨਹੀਂ, ਕਾਂਗਰਸ ਦੇ ਪੱਲੇ ਕਾਂਗਰਸ ਦਾ ਦਮ ਇੰਨਾ ਜ਼ਿਆਦਾ ਨਹੀਂ ਹੈਗਾ। ਉਹਦਾ ਲੋਕ ਧਿਰ ਬਣ ਗਏ ਉੱਥੇ, ਜਿਹੜੀਆਂ ਖਾਸ ਕਰਕੇ ਜਿਹੜੀਆਂ ਆਰਗੇਨਾਈਜੇਸ਼ਨ ਨੇ ਕੰਮ ਕੀਤਾ, ਸਿਵਲ ਸੋਸਾਇਟੀ ਆਰਗੇਨਾਈਜੇਸ਼ਨ ਨੇ, ਉਹਨਾਂ ਨੇ ਇਹ ਏਜੰਡਾ ਲੈ ਕੇ ਲਿਆਂਦਾ, ਜਿਹੜਾ ਏਜੰਡਾ ਹੁਣ ਇੰਡੀਆ ਦਾ ਏਜੰਡਾ ਹੈਗਾ ਕਿ ਸਾਡੇ ਲਈ ਵੱਡਾ ਜਿਹੜਾ ਸਾਡਾ ਏਜੰਡਾ ਹੈਗਾ ਵਾ, ਉਹ ਦੇਸ਼ ਨੂੰ ਬਚਾਉਣ ਦਾ ਹੈ, ਦੇਸ਼ ਦਾ ਇਤਿਹਾਸ ਨੂੰ, ਦੇਸ਼ ਦੀ ਸੰਸਕ੍ਰਿਤੀ ਨੂੰ, ਸੰਵਿਧਾਨ ਨੂੰ, ਸੰਵਿਧਾਨਕ ਸੰਸਥਾਵਾਂ ਨੂੰ। ਤੁਸੀਂ ਦੇਖੋ ਕਿ ਜੋ ਪੁਰਾਣੇ ਰਿਜੀਜੂ ਸਾਹਿਬ ਸੁਪਰੀਮ ਕੋਰਟ ਵਾਲੇ ਬੋਲਦੇ ਸੀਗੇ, ਡਰ ਲੱਗਦਾ ਸੀਗਾ ਅਸੀਂ ਕਿਹੜੇ ਪਾਸੇ ਜਾ ਰਹੇ ਹਾਂ। ਉਹਦੇ ਨਾਲ ਲਾਉਣਾ ਪਿਆ ਉਹਨੂੰ ਉੱਥੋਂ ਜਾ ਕੇ, ਕਿਹੜੀ ਉਹਦੀ ਬੋਲੀ ਸੀਗੀ। ਹੁਣ ਵੀ ਅੱਜ ਮੈਂ ਇੱਕ ਪੜ੍ਹ ਰਿਹਾ ਸੀਗਾ ਕਿ BJP ਦੀ ਕੋਈ ਪ੍ਰਵਕਤਾ ਉਹ ਕਹਿੰਦੀ ਆ ਇਹ ਕੌਨਸਪੀਰੇਸੀ ਹੋ ਰਹੀ ਆ। ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋ ਜਾਂਦਾ, ਕਦੀ ਉੱਥੋਂ ਲੈ ਆਉਂਦੇ, ਗੋਧਰਾ ਲੈ ਆਉਂਦੇ ਆ, ਕਦੀ BBC ਲੈ ਆਉਂਦੇ ਆ, ਕਦੀ ਹਿੰਡਨਬਰਗ ਲੈ ਆਉਂਦੇ ਆ, ਕਦੀ ਕੁਛ ਲੈ ਜਾਂਦੇ। ਇਹ ਇਹਨਾਂ ਦੀ ਸੈਂਸਿਟਿਵਿਟੀ ਹੈਗੀ ਆ। ਅਨਫੋਰਚੂਨੇਟ ਪਾਰਟ ਹੈਗਾ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਵੀ ਇਹਨਾਂ ਦੇ ਵਿੱਚੋਂ, ਇਹ ਸਿਰਫ ਤੇ ਸਿਰਫ ਡੰਡੇ ਨਾਲ ਦੇਸ਼ ਚਲਾਉਣਾ ਚਾਹੁੰਦੇ ਆ, ਔਰ ਉਹਦੇ ਸਿਰ ਤੇ ਬਾਹਰ ਜਾਂਦੇ ਲੋਕੀ ਇਹਨਾਂ ਨੂੰ ਵੈਲਕਮ ਇਸ ਕਰਕੇ ਕਰਦੇ ਆ ਕਿ ਅਸੀਂ ਮੰਡੀ ਬਹੁਤ ਵੱਡੀ ਆ। ਉਹਨਾਂ ਨੇ ਆਪਣਾ ਸਮਾਨ ਵੇਚਣਾ, ਅਮਰੀਕਾ ਨੇ ਵੇਚਣਾ, ਫਰਾਂਸ ਨੇ ਵੇਚਣਾ, ਦੂਸਰਿਆਂ ਨੇ ਵੇਚਣਾ, ਤੀਜਾ। ਜਦੋਂ ਉੱਥੋਂ ਆ ਜਾਂਦੇ ਆ, ਉਹ ਮੁੜ ਕੇ ਉਹਨਾਂ ਨੂੰ ਪਤਾ ਹੁੰਦਾ ਵੀ ਸਾਡੀ ਔਕਾਤ ਕੀ ਹੈ ਉੱਥੇ ਇਸ ਕਿਸਮ ਦੀ। ਸੋ ਇਹ ਬਹੁਤ ਸੀਰੀਅਸ ਸਮਾਂ ਸਾਡੇ ਸਾਰਿਆਂ ਵਾਸਤੇ, ਤੇ 2024 ਵਾਸਤੇ ਸਾਰੇ ਲੋਕਾਂ ਨੂੰ ਲਾਮਬੰਦ ਹੋਣਾ ਚਾਹੀਦਾ, ਔਰ ਇੱਕ ਏਜੰਡਾ ਤਿਆਰ ਕਰਨਾ ਚਾਹੀਦਾ। ਚੰਗੀ ਗੱਲ ਹੈ, ਇੰਡੀਆ ਅਲਾਇੰਸ ਬਣਨਾ ਕੁਛ ਨਹੀਂ ਹੋਣਾ ਜੇ ਉਹਨਾਂ ਨੇ ਆਪਣੀਆਂ ਉਸੇ ਤਰੀਕੇ ਦੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਤਿਗੜਬਾਜ਼ੀਆਂ ਚਲਾਈਆਂ ਵੀ ਜੇ ਤੂੰ ਮੇਰਾ ਕੰਮ ਕਰੇਗਾ ਤੇਰੇ ਨਾਲ ਆਊਂਗਾ। ਨਹੀਂ, ਉਹ ਲੋਕੀ ਆਪਣੇ ਤੌਰ ਤੇ ਫੈਸਲਾ ਕਰ ਦੇਣਗੇ। ਇਹ ਧਿਆਨ ਰੱਖਣ ਵਾਲੀ ਗੱਲ ਹੈਗੀ ਆ ਕਿ ਲੋਕੀ ਹੀ ਫੈਸਲਾ ਕਰਨਗੇ, ਔਰ ਉਹ ਫੈਸਲੇ ਦੇ ਵਿੱਚ ਜਿਹੜੇ ਤਿਗੜਬਾਜ਼ੀ ਕਰਨ ਵਾਲੇ ਹੋਣਗੇ, ਛੋਟੇ ਮੋਟੇ ਜੋ ਲੀਡਰ ਬਣੇ ਫਿਰਦੇ ਆ, ਉਹ ਆਪਣੇ ਆਪ ਹੀ ਡਿਸਪੀਅਰ ਹੋ ਜਾਣਗੇ, ਉਹ ਬਾਹਰ ਨਿਕਲ ਜਾਣਗੇ ਉਹਦੇ ਵਿੱਚੋਂ। ਪ੍ਰੋਫੈਸਰ, ਜਦੋਂ ਅਸੀਂ ਹੁਣ ਇੰਡੀਆ ਦੀ ਗੱਲ ਕਰਦੇ ਹਾਂ, ਅਲਾਇੰਸ ਦੀ, ਵੱਖੋ ਵੱਖਰੀਆਂ ਧਿਰਾਂ ਨੇ, ਹਰ ਕੋਈ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ। ਕਦੇ ਚਰਚਾ ਚੱਲ ਪਈ ਸੀ ਕਿ ਨਿਤਿਸ਼ ਕੁਮਾਰ ਬਣ ਸਕਦੇ ਨੇ, ਕਦੇ ਚਰਚਾ ਕੇਜਰੀਵਾਲ ਸਾਹਿਬ, ਉਹ ਤਾਂ ਚਲੋ ਖੁੱਲੇ ਰੂਪ ਦੇ ਵਿੱਚ ਹੀ ਕਹਿੰਦੇ ਨੇ ਕਿ ਅਸੀਂ ਬਣਨਾ ਹੈ। ਪਰ ਹਾਲ ਦੀ ਘੜੀ ਜਿਹੜਾ ਉਹ ਸਾਰਾ ਕੁਝ ਇੱਕ ਥਾਂ ਦੇ ਉੱਤੇ ਸਮੇਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਇਕੱਠੇ ਹੋ ਕੇ ਤੁਰੀਏ। ਕੀ ਮਤਲਬ ਕਿ ਇਹ 2024 ਦੇ ਵਿੱਚ ਜਿਵੇਂ ਰਣਨੀਤੀ ਦੀ ਗੱਲ ਹੁੰਦੀ ਹੈ ਕਿ BJP ਦੀ ਰਣਨੀਤੀ ਜਿਹੜੀ ਹੈ ਸਿੱਧੀ, ਸਪਸ਼ਟ ਤੇ ਬਹੁਤ ਮਜ਼ਬੂਤ ਹੁੰਦੀ ਹੈ ਕਿ ਉਹਦੇ ਵਿੱਚ ਕੋਈ ਸੰਨ ਲਾਉਣ ਵਾਲੀ ਕੋਈ ਗੱਲ ਕਿਤੇ ਨਜ਼ਰ ਨਹੀਂ ਆਉਂਦੀ। ਉਹ ਸਥਿਤੀ ਨੂੰ ਜਿਸ ਤਰੀਕੇ ਦੇ ਨਾਲ ਸੰਭਾਲਦੇ ਨੇ, ਹਾਲਾਤਾਂ ਨੂੰ ਸੰਭਾਲਦੇ ਨੇ, ਜਿਵੇਂ ਮਣੀਪੁਰ ਵਾਲਾ ਹੋ ਗਿਆ, ਇਹ ਸਾਰਾ ਕੁਝ ਹੋ ਗਿਆ। ਇਹ ਸਭ ਦੇ ਵਿਚਾਲੇ ਕੀ ਮਤਲਬ ਕਿ ਬਦਲਵੀਂ ਸਿਆਸਤ ਕੋਈ ਇਹਨਾਂ ਤੋਂ ਅਸੀਂ ਤਵੱਕੋ ਕਰ ਸਕਦੇ ਹਾਂ ਕਿ ਉਹ ਲੈ ਕੇ ਆਉਣਗੇ? ਠੀਕ ਹੈ, ਅਸੀਂ ਫਲੈਕਸੀਬਲ ਦੀ ਗੱਲ ਕਰਦੇ ਹਾਂ, ਕਿ ਇਹ ਫਲੈਕਸੀਬਿਲਿਟੀ ਇੱਥੋਂ ਤੱਕ ਹੀ ਰਹੇਗੀ
ਕਿ ਤੁਸੀਂ ਸਿਰਫ ਸੱਤਾ ਦੇ ਉੱਤੇ ਕਾਬਜ਼ ਹੋਣਾ ਹੈ, ਤੁਸੀਂ ਸਿਰਫ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਜਾਣਾ, ਜਾਂ ਜੇ ਹੁਣ ਤੁਸੀਂ ਜੋੜ ਤੋੜ ਕੇ ਕੋਈ ਸਰਕਾਰ ਤੁਹਾਡੀ ਬਣ ਵੀ ਜਾਂਦੀ ਆ ਤਾਂ ਜਿਹੜੇ ਹਾਲਾਤ ਮਹਾਰਾਸ਼ਟਰ 'ਚ ਅਸੀਂ ਦੇਖੇ ਜਾਂ ਹੋਰ ਸੂਬਿਆਂ ਦੇ ਵਿੱਚ ਦੇਖ ਲੈਂਦੇ ਆ, ਤੇ ਕੁਝ ਵੀ ਹੋ ਸਕਦਾ। ਜਿਹੜੀ ਧਿਰ ਮਜ਼ਬੂਤ ਹੈ ਉਹਨੇ ਆਪੋ ਆਪਣੇ ਵੱਲ ਉਹੋ ਜਿਹੇ ਬੰਦੇ ਖਰੀਦੋ ਫਰੋਖਤ ਹੋ ਕੇ ਤੇ ਉੱਤੇ ਕੇਂਦਰੀ ਸੱਤਾ ਦੇ ਉੱਤੇ ਮੁੜ ਤੋਂ ਫਿਰ ਕਾਬਜ਼ ਉਸ ਢੰਗ ਨਾਲ ਹੋ ਸਕਦੇ ਨੇ। ਮੈਂ ਖਬਰ ਕੁਝ ਇੱਕ ਨਾਲ ਜੋੜਦਾ, ਇੱਕ ਤਾਂ ਰਾਹੁਲ ਗਾਂਧੀ ਹੋਰਾਂ ਦਾ ਮਾਮਲਾ ਜਿਹੜਾ ਉਹ ਮੋਦੀ ਸਰਨੇਮ ਨੂੰ ਲੈ ਕੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਅੱਜ ਗਿਆ ਹੋਇਆ, ਉਹ ਵੀ ਬੜਾ ਅਹਿਮ ਫੈਸਲਾ ਆਉਣਾ। ਉਧਰੋਂ ਗਿਆਨ ਵਾਪੀ ਵਾਲਾ ਮਸਲਾ ਚੱਲ ਰਿਹਾ ਆ, ਮਤਲਬ ਕਿ ਹੋਰ ਬਹੁਤ ਇਹੋ ਜਿਹੇ ਮਸਲੇ ਨੇ ਜਿਹੜੇ ਮਾਨਯੋਗ ਸੁਪਰੀਮ ਕੋਰਟ ਜਾਂ ਲੋਕਲ ਕੋਰਟਸ ਦੇ ਵਿੱਚ ਚੱਲ ਰਹੇ ਨੇ, ਜਿਹੜੇ ਸਿੱਧਾ ਇਫੈਕਟ ਕਰਦੇ ਨੇ 2024 ਦੀ ਇਲੈਕਸ਼ਨ ਨੂੰ। ਕਿ ਜੇ ਉਹਨਾਂ ਤੇ ਅੱਜ ਕੋਈ ਫੈਸਲਾ ਆਉਂਦਾ ਹੈ ਜਾਂ ਉਹਨਾਂ ਦੇ ਉੱਤੇ ਕੋਈ ਅੱਗੇ ਗੱਲ ਤੁਰਦੀ ਹੈ, ਜਿਵੇਂ ਧਾਰਾ 370 ਦਾ, ਉਹ ਵੀ ਅਗਸਤ ਦੇ ਪਹਿਲੇ ਹਫਤੇ ਦੇ ਵਿੱਚ ਹੀ ਉਹਦੀ ਸੁਣਵਾਈ ਸ਼ੁਰੂ ਹੋਣੀ ਹੈ ਰੈਗੂਲਰ। ਜੇ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਤੇ ਤੁਸੀਂ ਕਿਸ ਤਰੀਕੇ ਦੇ ਨਾਲ ਮਤਲਬ ਕਿ ਉਹਨਾਂ ਸਭ ਦਾ ਮੁਕਾਬਲਾ ਕਰੋਗੇ? ਮੈਂ ਇੱਕ ਹੋਰ ਖਬਰ ਨਾਲ ਜੋੜਦਾ, ਇਹ ਬਹੁਤ ਅਹਿਮ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਫਲੈਕਸੀਬਲ ਹੋ ਰਹੇ ਹਾਂ ਜਾਂ ਅਸੀਂ ਜ਼ੁਬਾਨਬੰਦੀ ਨਹੀਂ ਕਰਾਂਗੇ, ਸਾਡੀ ਕੋਈ ਵੱਖਰੀ ਸਿਆਸਤ ਹੈ, ਉਹ ਤਾਂ ਜੀ ਮੀਡੀਆ ਦੀ ਵੀ ਸੰਗੀ ਘੁੱਟ ਦਿੰਦੇ ਨੇ, ਉਹ ਤਾਂ ਲੋਕਾਂ ਨੂੰ ਵੀ ਲਤਾੜ ਦਿੰਦੇ ਨੇ, ਨਹੀਂ ਸੁਣਦੇ। ਰਾਜਸਥਾਨ ਦੀ ਅਸੈਂਬਲੀ ਦੇ ਵਿੱਚ ਇੱਕ ਬਿੱਲ ਜਿਹੜਾ ਉਹ ਪਾਸ ਕੀਤਾ ਗਿਆ, ਉਹ ਬਿੱਲ ਹੈ ਕਿ ਜੇ ਕੋਈ ਕਿਸੇ ਦੀ ਲਾਸ਼ ਮਤਲਬ ਕਿ ਮ੍ਰਿਤਕ ਦੇ ਪਰਿਵਾਰ ਲੈ ਕੇ ਸੜਕ ਦੇ ਉੱਤੇ ਆਉਂਦਾ ਹੈ ਜਾਂ ਹਸਪਤਾਲ ਤੋਂ ਲਾਸ਼ ਨਹੀਂ ਲੈਂਦਾ, ਇੱਕ ਰੋਸ ਜ਼ਾਹਰ ਕਰਦਾ, ਗੁੱਸਾ ਜ਼ਾਹਰ ਕਰਦਾ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ, ਤਾਂ ਉਹ ਕਹਿੰਦੇ ਕਿ ਸਜ਼ਾ ਹੋਵੇਗੀ 1 ਤੋਂ ਲੈ ਕੇ 5 ਸਾਲ ਤੱਕ ਦੀ। ਰਾਜਸਥਾਨ 'ਚ ਕਾਂਗਰਸ ਦੀ ਸਰਕਾਰ ਹੈ। ਇਹਦਾ ਕੀ ਮਤਲਬ ਸਮਝਿਆ ਜਾਵੇ ਕਿ ਅਸੀਂ ਕਿਸ ਤਰੀਕੇ ਦੀ ਸਿਆਸਤ ਕਰ ਰਹੇ ਹਾਂ? ਅਸੀਂ ਦੂਜੀਆਂ ਸਰਕਾਰਾਂ ਨੂੰ ਸਮਝਾਉਂਦੇ ਹਾਂ, ਜਿੱਥੇ ਸਾਡੀਆਂ ਆਪਣੀਆਂ ਸਰਕਾਰਾਂ ਹੁੰਦੀਆਂ, ਜਿਵੇਂ ਹਿਮਾਚਲ ਵਾਲਾ ਰੌਲਾ ਪਿਆ ਹੋਇਆ ਕਿ BBMB ਨੂੰ ਲੈ ਕੇ ਜਾਂ ਚੰਡੀਗੜ੍ਹ 'ਚ ਜ਼ਮੀਨ ਦੀ ਗੱਲ ਹੈ। ਇਹ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਕਿ ਤੁਸੀਂ ਕਿਸ ਤਰ੍ਹਾਂ ਸੁਲਝਾਓਗੇ ਇਹਨਾਂ ਸਭ ਨੂੰ? ਸੁਖਵਿੰਦਰ, ਦੇਖੋ ਅਸੀਂ ਬਹੁਤ ਜ਼ਿਆਦਾ ਸਾਡੇ ਖਿਲਾਰਾ ਇਹ ਠੀਕ ਹੈ, ਸਰਕਾਰਾਂ ਨਹੀਂ ਸੁਣਦੀਆਂ, ਜਿੱਥੇ ਜੀ ਕਰਦਾ ਅਸੀਂ ਉੱਥੇ ਡੰਡਾ ਲਾ ਕੇ ਬਹਿ ਜਾਂਦੇ ਆ। ਮੈਂ ਇਹ ਗੱਲ ਦਾ ਹਾਮੀ ਆ ਕਿ ਸਾਨੂੰ ਕਰਨਾ ਚਾਹੀਦਾ। ਉਹ ਵੀ ਲੋਕਾਂ ਦੇ ਜਿਹੜੀ ਹੈ ਨਾ ਗੱਲ ਦੇ ਉੱਤੋਂ ਦੀ ਲੰਘ ਗਈ ਆ ਕਿ ਕੋਈ ਸਰਕਾਰ ਤੋਂ ਇਨਸਾਫ ਨਹੀਂ ਮਿਲਦਾ ਜਾਂ ਕੋਈ ਉਹਨਾਂ ਨੂੰ ਨਹੀਂ ਮਿਲਦਾ, ਉਹਦਾ ਤਰੀਕਾ ਜਿਹੜਾ ਇਸ ਕਿਸਮ ਦਾ ਲੈਂਦੇ ਆ। ਸਾਨੂੰ ਵੀ ਜ਼ਿੰਮੇਵਾਰ ਹੋਣ ਦੀ ਲੋੜ। ਅਸੀਂ ਦੂਸਰੇ ਦੇਸ਼ਾਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਦੇਸ਼ਾਂ ਦੀ ਆਪਾਂ ਗੱਲ ਕਰਦੇ ਹਾਂ ਉੱਥੇ ਕੰਨ 'ਚ ਪਾਇਆ ਨਹੀਂ ਰੜਕਣ ਦਿੰਦੇ। ਇਹ ਠੀਕ ਹੈ, ਸਰਕਾਰਾਂ ਬਹੁਤ ਰਿਸਪੌਂਸੀਬਲ ਹੁੰਦੀਆਂ, ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਸਾਰਾ ਕੁਝ ਕਰਨ ਵਾਸਤੇ, ਪਰ ਜਿਹੜੀ ਐਬਸੋਲਿਊਟ ਲਿਬਰਟੀਜ਼ ਹੈਗੀਆਂ ਨਾ ਸਾਡੀਆਂ, ਉਹ ਵੀ ਸਾਡੇ ਲਈ ਬਹੁਤ ਵੱਡੀ ਸਮੱਸਿਆ ਦਾ ਕਾਰਨ ਹੈ, ਜਿੱਥੇ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਆ। ਅਸੀਂ ਤਾਂ ਇੱਥੇ ਧਾਰ ਗਏ ਸਰਕਾਰ ਦਾ ਕੰਮ ਆ। ਇਹਨਾਂ ਦੇਸ਼ਾਂ 'ਚੋਂ ਕਹਿੰਦੇ ਵੀ ਸਰਕਾਰ, ਜਿੱਦਾਂ ਕੈਨੇਡਾ ਦੀ ਬਹੁਤ, ਜੌਨ ਐਫ ਕੈਨੇਡੀ ਦੀ ਬਹੁਤ ਸੀਗੇ, ਤੁਸੀਂ ਸਰਕਾਰ ਨੇ, ਤੁਸੀਂ ਸਰਕਾਰਾਂ ਲਈ ਕੀ ਕਰਨ ਦਾ ਜੋ, ਤੁਸੀਂ ਦੇਸ਼ ਲਈ ਕੀ ਕਰਨ ਦਾ ਜੋ। ਸਾਡੇ 'ਚ ਉਹ ਭਾਵਨਾ ਦਾ ਆਉਣਾ ਵੀ ਜਿਹੜਾ ਜ਼ਰੂਰੀ ਹੈ। ਸਿਰਫ ਫੰਡਾਮੈਂਟਲ ਰਾਈਟਸ ਨਹੀਂ ਹੈ, ਫੰਡਾਮੈਂਟਲ ਜ਼ਿੰਮੇਵਾਰੀਆਂ, ਰਿਸਪੌਂਸਿਬਿਲਿਟੀ ਐਜ਼ ਏ ਸਿਟੀਜ਼ਨ ਦੇ ਤੌਰ ਤੇ ਹੋਵੇ, ਤਾਂ ਹੀ ਉਸ ਪਾਸੇ ਵੱਲ ਅਸੀਂ ਜਾ ਸਕਦੇ ਹਾਂ। ਦੂਸਰੀ ਗੱਲ ਦਾ ਜਵਾਬ ਬਹੁਤ ਸਿੱਧਾ ਵਾ, ਕੇਜਰੀਵਾਲ ਹੋਵੇ ਦੂਸਰਾ ਹੋਵੇ, ਕਾਂਗਰਸ ਪੈਨ ਇੰਡੀਆ ਪਾਰਟੀ ਆ, ਕੋਈ ਪਾਰਟੀ ਕਾਂਗਰਸ ਨੂੰ ਮੈਚ ਨਹੀਂ ਕਰ ਸਕਦੀ। ਰਾਹੁਲ ਗਾਂਧੀ ਦਾ ਪਿੱਛੇ ਹੋਏ ਸਰਵੇ ਦੇ ਵਿੱਚ ਸਟੇਟ ਆਫ ਨੇਸ਼ਨ ਦੇ ਵਿੱਚ 18% ਤੋਂ ਲੈ ਕੇ 27% ਤੱਕ ਉਹਦੀ ਫਸਟ ਚੋਇਸ ਹੈਗੀ ਆ। ਮੋਦੀ ਸਾਹਿਬ 44% ਤੋਂ 43% ਤੇ ਆਏ ਆ ਲੱਗਦਾ ਕਿ ਜੇ ਮੋਦੀ ਸਾਹਿਬ 7-8-10% ਹੋਰ 5-7% ਹੋਰ ਡਿੱਗੇ, ਰਾਹੁਲ ਗਾਂਧੀ ਉਹਦੇ ਉੱਤੇ ਚੜੂਗਾ। ਬਾਕੀ ਕੇਜਰੀਵਾਲ ਦੂਸਰਾ ਤੀਸਰਾ ਕੋਈ ਵੀ ਨੇੜੇ ਨਹੀਂ ਹੈ। ਕਾਂਗਰਸ ਨੇ 96 ਦੇ ਵਿੱਚ ਐਕਸਪੈਰੀਮੈਂਟ ਕੀਤਾ ਸੀ, ਦੇਵਾ ਗੌੜਾ ਨੂੰ ਬਣਾਇਆ ਸੀਗਾ, ਉਹ ਸਰਜੀਤ ਸਾਹਿਬ ਹੁੰਦੇ, ਹਰਕਿਸ਼ਨ ਸਿੰਘ ਸਰਜੀਤ ਬਣਨਾ ਸੀ, ਜੋਤੀਮਈ ਬਸੂ ਨੇ ਉਹਨਾਂ ਨੇ ਉਹਨੂੰ ਬਣਾਤਾ। ਕਾਂਗਰਸ ਨੇ ਕਿਹਾ ਤੁਸੀਂ ਬਣਾ ਲਓ, ਕਿਉਂਕਿ 5 ਸਾਲ ਪਹਿਲਾਂ ਕਾਂਗਰਸ ਦੀ ਸਰਕਾਰ ਰਹਿ ਚੁੱਕੀ ਸੀ। ਇੰਦਰ ਕੁਮਾਰ ਗੁਜਰਾਲ ਦੀ ਪਾਰਟੀ ਦੇ ਕਿੰਨੇ ਬੰਦੇ ਸੀ, ਉਹਦਾ ਉਹ ਬਣ ਗਿਆ। ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਮੈਂ ਕੁਝ ਪੜ੍ਹ ਸਕਿਆ ਕਿ ਮਮਤਾ ਜਿਹੜੀ ਬੈਨਰਜੀ ਆ ਉਹ ਵੀ ਸੌਫਟ ਹੋਏ ਆ। ਸਭ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਤੋਂ ਬਾਅਦ ਸਾਡਾ ਕੋਈ ਸਪੇਸ ਨਹੀਂ ਹੈ। ਤੁਸੀਂ ਦੇਖੋ 2009 ਦੇ ਵਿੱਚ 22 ਸੀਟਾਂ ਕਾਂਗਰਸ ਨੂੰ ਪਾਤੀਆਂ ਸੀਗੀਆਂ, ਮਿਲ ਗਈਆਂ ਸੀਗੀਆਂ। ਜਦੋਂ ਤੁਹਾਡਾ ਲੀਡਰ ਬਾਰੇ ਇਮੇਜ ਬਣਦਾ, ਜਿੰਨਾ ਇਹ ਰਾਹੁਲ ਨੂੰ ਪੜਤਾਲ ਕਰਨਗੇ, ਰਾਹੁਲ ਨਹੀਂ ਕਹਿੰਦਾ ਮੈਂ ਮੁੱਖ ਮੰਤਰੀ ਚੀਫ ਮਿਨਿਸਟਰ ਨਹੀਂ, ਮੈਂ ਨਹੀਂ ਬਣਦਾ, ਇਹ ਪ੍ਰਾਈਮ ਮਿਨਿਸਟਰ ਨਹੀਂ ਬਣਦਾ। ਸੋਨੀਆ ਨੇ ਵੀ ਕਹਿ ਦਿੱਤਾ ਸੀਗਾ। ਇਹ ਵੈਸਟਰਨ ਕਰੈਕਟਰ ਆ। ਇੱਕ ਆਪਾਂ ਹੋਰ ਗੱਲ ਕਰ ਲਈਏ, ਇਹ ਇਹਨਾਂ 'ਚ ਫਰਕ ਵਾ। ਜੇ ਨਾ ਕਹਿੰਦੇ ਆ ਤੇ ਨਾ ਕਹਿ ਦਿੰਦੇ ਆ। ਇਹ ਸਾਡੇ ਵਾਂਗੂ ਨਹੀਂ ਗਾ ਵੀ ਨਹੀਂ ਜੀ ਉਹਨੇ ਕਹਿਤਾ, ਇਹਨੇ ਉਹ ਜਿਹੜਾ ਪਾਸਾ ਹੁੰਦਾ ਸੀ, ਇਹ ਉਹ ਪਾਸੇ ਵੱਲ ਨਹੀਂ ਜਾਂਦੇ। ਇਹ ਇੱਕ ਬਹੁਤ ਸੀਨੀਅਰ ਪ੍ਰੋਫੈਸਰ ਨੇ ਕਿਹਾ ਸੀਗਾ ਵੀ ਇਹ ਇਹਨਾਂ ਤੁਹਾਨੂੰ ਡਿਸਟਿੰਕਟ ਕਰਨਾ ਪਊਗਾ ਜਦੋਂ ਇਹ ਵੈਸਟਰਨ ਕਰੈਕਟਰ ਆਉਂਦਾ ਤੇ ਜਦੋਂ ਸਾਡਾ ਇੱਥੇ ਅਸੀਂ ਲੋਕਲ ਆਪਣੇ ਵਰਗੇ ਉਹਦੇ ਉੱਤੇ ਆਉਂਦੇ ਆ। ਤਾਂ ਨੈਚੁਰਲੀ ਇਹਦੇ ਵਿੱਚ ਤੁਸੀਂ ਦੇਖੋ ਵੀ ਕਿੱਦਾਂ ਕਲੀਅਰ ਕੱਟ ਮੈਜੋਰਟੀ
ਮਿਲੀ। ਕਾਂਗਰਸ ਪਾਰਟੀ ਆ ਬੀਜੇਪੀ ਦੇ ਅਗੇਂਸਟ ਜਿਹੜੀ ਇਸ ਵੇਲੇ ਤਿੰਨਾਂ ਸਟੇਟਾਂ ਦੇ ਵਿੱਚ ਉਹਦੀ ਸਰਕਾਰ ਹੈਗੀ ਆ। ਛੱਤੀਸਗੜ੍ਹ ਦੇ ਵਿੱਚ ਹੈ ਜਿੱਥੇ ਉਹ ਕੁਆਇਟ ਲਾਈਕਲੀ ਦੁਬਾਰਾ ਬਾਉਂਸ ਬੈਕ ਕਰ ਰਹੀ ਆ। ਬੀਜੇਪੀ ਬਹੁਤ ਮਾਰਜਨਲਾਈਜ਼ ਹੋ ਰਹੀ ਆ। ਮੱਧ ਪ੍ਰਦੇਸ਼ 'ਚ ਬਹੁਤ ਉਹਨਾਂ ਨੂੰ ਸਪੋਰਟ ਤਕੜੀ ਮਿਲ ਰਹੀ ਆ। ਰਾਜਸਥਾਨ ਦਾ ਚਲੋ ਕੀ ਬਣਦਾ ਉਹ ਤਾਂ ਜੇ ਨਹੀਂ ਕਿਹਾ ਜਾਂਦਾ। ਇਹਨਾਂ ਦੋ ਸਟੇਟਾਂ ਬਾਰੇ ਤਾਂ ਬਹੁਤ ਕਲੀਅਰ ਕਿਹਾ ਜਾ ਸਕਦਾ। ਪੰਜਾਬ ਦੇ ਵਿੱਚ ਜੇ ਆ ਕਿਤੇ ਖਾਨਦਾਨੀ ਜਿਹੜੇ ਲੀਡਰਾਂ ਨੂੰ ਪਿਛਾਂਹ ਹਟਾ ਕੇ ਜਿਹੜੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਜਿਹੜੇ ਕਰਪਟ ਹੈਗੇ ਆ ਇਹਨਾਂ ਨੂੰ ਲਾਂਭੇ ਕਰਕੇ ਕੋਈ ਚੰਗੇ ਬੰਦੇ ਦੇ ਦੇਣਗੇ, ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਦੇਣੀਆਂ। ਜੇ ਲੋਕੀ ਅਣਜਾਣ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਵੋਟਾਂ ਪਾ ਦਿੰਦੇ, ਹਾਂ ਜੇ ਕਾਂਗਰਸ ਨੇ ਉਹੀ ਬੰਦੇ ਅੱਗੇ ਲੈ ਕੇ ਆਂਦੇ ਜਿਹੜੇ ਬੰਦਿਆਂ ਦੇ ਜਿਹੜੇ ਦਾਮਨ ਜਿਹੜੇ ਚਿੱਕਣ ਨਾਲ ਲਿਬੜੇ ਆ, ਜਿਹੜੇ ਰਾਜਨੀਤੀ ਕਰਦੇ ਆ, ਜਿਹੜੇ ਕਰਪਟ ਵਾ, ਜਾਂ ਜਿਹੜੇ ਰਾਜਨੀਤੀ ਦੇ ਵਿੱਚ ਆਪਣੇ ਬਿਜ਼ਨਸ ਨੂੰ ਬਣਾਉਣ ਵਾਸਤੇ, ਚਮਕਾਉਣ ਵਾਸਤੇ ਜਾਂ ਇਹ ਕਰਨ ਵਾਸਤੇ ਆਏ, ਫਿਰ ਲੋਕਾਂ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ। ਹਰਿਆਣੇ ਦੇ ਵਿੱਚ ਵੀ ਇਹੀ ਆ। ਤੇ ਜਦੋਂ ਤੁਹਾਡੀ ਲਾਰਜ ਪਾਰਟੀ ਬਣ ਜਾਂਦੀ ਆ, ਲੈਟਸ ਸੀ ਦੈਟ ਕਿ ਤੁਹਾਡੇ ਕੋਲ ਇੰਨੀਆਂ ਸੀਟਾਂ ਆ ਜਾਂਦੀਆਂ ਵਾ, ਤੇ ਫਿਰ ਕਿਹੜਾ ਉਹਨਾਂ ਨੂੰ ਚੈਲੰਜ ਕਰੂ ਉਹਦੇ ਵਿੱਚੋਂ? ਮੈਨੂੰ ਨਹੀਂ ਲੱਗਦਾ, ਕਿਉਂਕਿ ਸ਼ਾਇਦ ਇੱਕ ਜਗ੍ਹਾ ਤੇ ਮੇਰੇ ਖਿਆਲ ਆਪੋਜੀਸ਼ਨ ਲੀਡਰਾਂ ਨੇ ਕਹਿ ਦਿੱਤਾ, ਸ਼ਾਇਦ ਮਮਤਾ ਨਹੀਂ ਕਿਹਾ ਸੀਗਾ, ਕਿਉਂਕਿ ਜਿਸ ਤਰੀਕੇ ਨਾਲ ਮੈਚਿਓਰਿਟੀ ਸ਼ੋ ਕਰ ਰਿਹਾ ਰਾਹੁਲ ਗਾਂਧੀ, ਖਾਸ ਕਰਕੇ ਜਿਹੜੀ ਭਾਰਤ ਜੋੜੋ ਯਾਤਰਾ ਹੈਗੀ ਆ, ਔਰ ਜਿਸ ਤਰੀਕੇ ਦੇ ਨਾਲ ਇਮੇਜ ਲਾਰਜਰ ਦੈਨ ਸਾਈਜ਼ ਹੋ ਰਿਹਾ ਹੈ, ਜਾਂ ਜਿਸ ਤਰੀਕੇ ਦੇ ਨਾਲ ਉਹਦੀ ਐਕਸੈਪਟੇਬਿਲਿਟੀ ਵੱਧ ਰਹੀ ਹੈ, ਜਾਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਉਹ ਜਿਹੜਾ ਹੀ ਖਾਨਦਾਨ ਦਾ ਜਿਹੜਾ ਟੈਕਸ ਸੀਗਾ ਉਹਨੂੰ ਲਾਂਭੇ ਕੀਤਾ ਹੈ, ਤੇ ਮੈਨੂੰ ਲੱਗਦਾ ਐਡਵਾਂਟੇਜ ਇਹਦਾ ਹੋਊਗਾ। ਦੂਸਰੀ ਪੈਰੀਫੇਰੀ ਬਣੂਗੀ। ਪੈਰੀਫੇਰੀ ਇਨ ਦੀ ਸੈਂਸ ਦੈਟ ਕਿ ਉਹਨਾਂ ਨੂੰ ਨਾਲ ਜੋੜਨਾ ਪੈਣਾ। ਹੁਣ ਕੇਜਰੀਵਾਲ ਕਹੀ ਜਾਵੇ, ਕੇਜਰੀਵਾਲ ਕਿੰਨੀਆਂ ਸੀਟਾਂ ਲੈ ਲੂਗਾ? ਪਹਿਲੀ ਗੱਲ ਤਾਂ ਕੇਜਰੀਵਾਲ ਕੋਲ ਇੰਨੀਆਂ ਥਾਵਾਂ ਤੇ ਸੀਟਾਂ ਲੜਨ ਦੀ ਕੈਪੈਸਿਟੀ ਨਹੀਂ ਹੈਗੀ, ਇੰਨੇ ਰਿਸੋਰਸਿਸ ਉਹਦੇ ਕੋਲ ਨਹੀਂ ਹੈਗੇ। ਉਹਦੇ ਤਾਂ ਬੰਦੇ ਦੌੜੇ ਫਿਰਦੇ ਆ। ਪੰਜਾਬ ਦੇ ਵਿੱਚ ਹੀ ਆ, ਤੁਸੀਂ ਪੰਜਾਬ 'ਚ ਦੇਖਿਓ ਕਿ ਜਦੋਂ 13 ਸੀਟਾਂ ਲੜਨੀਆਂ ਪਈਆਂ ਤੇ ਉਹ 13 ਸੀਟਾਂ ਲੜਨ ਵਾਸਤੇ ਕੀ ਕੁਛ ਹੁੰਦਾ ਇਹਨਾਂ ਦਾ, ਲੋਕੀ ਸਵਾਲ ਕਰਨਗੇ। ਹੁਣ ਇਹ 2022 ਨਹੀਂ ਹੋਊਗਾ, ਨਾ ਭਗਵੰਤ ਮਾਨ ਨੇ ਖੁਦ ਆਪ ਲੜਨੀ ਆ, ਇਹਨਾਂ ਨੇ ਫੜ ਤੜ ਕੇ ਬੰਦਿਆਂ ਨੂੰ ਲੜਾਉਣੀ ਆ। ਜਲੰਧਰ ਦਾ ਇੱਕ ਐਕਸੈਪਸ਼ਨਲ ਕੇਸ ਸੀਗਾ, ਉਹਦੇ ਵਿੱਚ ਇਹਨਾਂ ਨੇ ਜ਼ੋਰ ਪੂਰਾ ਲਾਇਆ ਸੀਗਾ। ਇਹ ਠੀਕ ਆ, ਥੱਲੇਲੇ ਤਬਕੇ ਨੂੰ ਲੱਗਦਾ ਸੀ ਵੀ ਸਰਕਾਰ ਇਹਨਾਂ ਦੀ ਹੈਗੀ ਆ, ਬਿਜਲੀ ਦਾ ਵੀ ਅਸਰ ਹੋਇਆ ਸੀਗਾ, ਜਾਂ ਛੋਟੀਆਂ ਮੋਟੀਆਂ ਜਿਹੜੀਆਂ ਉਹਨਾਂ ਦਾ ਵੀ ਅਸਰ ਹੋਇਆ ਸੀ। ਤੁਸੀਂ ਦੇਖ ਲਓ ਦੂਸਰੇ ਪੁੱਠੇ ਹੋ ਕੇ ਟੰਗੇ ਰਹੇ। ਬੀਜੇਪੀ ਨੇ ਸਭ ਤੋਂ ਵੱਧ ਜ਼ੋਰ, ਸਭ ਤੋਂ ਵੱਧ ਪੈਸੇ, ਸਭ ਤੋਂ ਵੱਧ ਰਿਸੋਰਸਿਸ ਲਾਏ ਸੀਗੇ, ਲੋਕਾਂ ਨੇ ਵੋਟਾਂ ਪਾਈਆਂ। ਸੋ ਮੇਰਾ ਕਹਿਣ ਤੋਂ ਭਾਵ ਹੈ ਜੇ ਲੋਕਾਂ ਨੇ ਮਨ ਬਣਾ ਲਿਆ, ਕਿਉਂਕਿ ਇਸ ਵੇਲੇ ਜੇ ਮੋਦੀ ਤੋਂ ਬਾਅਦ ਜਿਹਨੂੰ ਉਹਨੂੰ ਜਿਹੜਾ ਕੋਈ ਟੈਕਲ ਚੈਲੰਜ ਕਰਦਾ ਉਹ ਰਾਹੁਲ ਗਾਂਧੀ ਹੈ, ਕੇਜਰੀਵਾਲ ਨਹੀਂ ਹੈਗਾ, ਜਾਂ ਹੋਰ ਕੋਈ ਲੀਡਰ ਨਹੀਂ ਹੈਗਾ, ਜਾਂ ਆਪਣਾ ਉਹ ਜਿਹੜਾ ਯਾਦਵ ਨਹੀਂ ਹੈਗਾ ਉੱਥੋਂ ਵਾਲਾ, ਜਿਹੜਾ ਅਖਿਲੇਸ਼ ਯਾਦਵ ਨਹੀਂ ਹੈਗਾ, ਨਤੀਸ਼ ਨਹੀਂ ਹੈਗਾ। ਨਤੀਸ਼ ਖੁਦ ਕਹਿ ਰਿਹਾ ਵਾ ਨਹੀਂ ਹੈਗਾ, ਦੂਸਰੇ ਨਹੀਂ ਹੈਗੇ। ਉਹ ਠੀਕ ਆ, ਕੱਲ ਨੂੰ ਹੋ ਸਕਦਾ ਉਹ ਖੜਗੇ ਨੂੰ ਖੜਾ ਕਰ ਦੇਣ, ਕੁਆਇਟ ਲਾਈਕਲੀ ਕਿ ਜੇ ਖੜਗੇ ਸਾਹਿਬ ਖੜੇ ਹੁੰਦੇ ਆ, ਉਹ ਇੱਕ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਜਿਹੜੀ ਦਲਿਤ ਕਮਿਊਨਿਟੀ ਆ, ਉਹਨਾਂ ਦਾ ਆਪਣਾ ਇੱਕ ਇਮੇਜ ਹੈਗਾ ਵਾ। ਟ੍ਰਾਈਬਲ ਪਾਪੂਲੇਸ਼ਨ ਤੇ ਸਾਡੀ ਇਹ ਪਾ ਕੇ 25% ਪਾਪੂਲੇਸ਼ਨ ਆ। ਅਕਲੀਅਤ ਜਿਹੜੀਆਂ ਹੈਗੀਆਂ 20% ਜਿਹੜੀਆਂ ਘੱਟ ਗਿਣਤੀਆਂ ਵਾਲੇ ਆ, ਉਹਨਾਂ ਦੇ ਨਾਲ ਜਾ ਸਕਦੇ ਆ। ਤੁਸੀਂ ਦੇਖਿਆ ਹੋਣਾ ਜਿਸ ਤਰੀਕੇ ਦੇ ਨਾਲ ਇਹਦੇ ਗ੍ਰੈਂਡਸਨ ਨੇ ਕਰਨਾਟਕਾ ਦੇ ਵਿੱਚ ਆਰਐਸਐਸ ਦੇ ਅਗੇਂਸਟ ਸਟੈਂਡ ਲਿਆ ਵਾ ਹੈ, ਉਹ ਤਾਂ ਮੈਂ ਉਹਨੇ ਕਾਂਗਰਸ ਨੂੰ ਇਦਾਂ ਦਾ ਸਟੈਂਡ ਲੈਣਾ ਪਊਗਾ, ਖੁੱਲ ਕੇ ਸਟੈਂਡ ਲੈਣਾ ਪਊਗਾ ਕਿ ਜੇ ਅਸੀਂ ਜਿਹੜਾ ਹੈਗਾ ਜਿਹੜੇ ਮਤਲਬ ਵਿਘਟਨਕਾਰੀ ਤਾਕਤਾਂ ਹੈਗੀਆਂ ਜਾਂ ਫੁੱਟਬਾਲ ਤਾਕਤਾਂ ਹੈਗੀਆਂ ਜਾਂ ਇਸ ਕਿਸਮ ਦੇ ਐਲੀਮੈਂਟ ਹੈਗੇ ਆ, ਇਹਨਾਂ ਨੂੰ ਅਸੀਂ ਕਿੱਦਾਂ ਟੈਕਲ ਕਰਨਾ, ਫਿਰ ਲੋਕੀ ਇਹਨਾਂ ਦੇ ਨਾਲ ਖੜੇ ਹੋਣਗੇ। ਔਰ ਮੈਨੂੰ ਲੱਗਦਾ ਹੈ ਕਿ ਜਿਸ ਕਿਸਮ ਦਾ ਕਾਂਗਰਸ ਦੀ ਨਵੀਂ ਲੀਡਰਸ਼ਿਪ ਦਾ ਸੋਸ਼ਲਾਈਜੇਸ਼ਨ ਹੋ ਰਿਹਾ, ਤੁਸੀਂ ਦੇਖੋ ਇਹਨਾਂ ਕੋਲ ਬੰਦੇ ਕੀ ਕਿਸੇ ਹੋਰ ਆਪੋਜੀਸ਼ਨ ਪਾਰਟੀ ਕੋ ਕਨਈਆ ਕੁਮਾਰ ਦੇ ਬਰਾਬਰ ਦਾ ਆਰਗੂਮੈਂਟੇਟਿਵ ਲੀਡਰ ਹੈਗਾ, ਯੂਥ ਆਈਕਨ ਹੈਗਾ? ਮੈਂ ਕਹਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਦਾ ਬਣਾਤਾ, ਉਹਦੇ ਨਾਲ ਕੋਈ ਆਰਟੀਕੂਲੇਟ ਕਰ ਸਕਦਾ? ਨਹੀਂ ਕਰ ਸਕਦਾ। ਇਸੇ ਤਰੀਕੇ ਨਾਲ ਹੋਰ ਨਵਾਂ ਲੋਕ ਉਹਦੇ ਨਾਲ ਜੁੜ ਰਹੇ ਆ। ਮੈਂ ਇੱਕ ਦਿਨ ਮੈਨੂੰ ਕੋਈ ਪੁੱਛ ਰਿਹਾ ਸੀਗਾ ਲੀਡਰ, ਮੈਂ ਕਿਹਾ ਜਿੰਨੇ ਇਹਨਾਂ ਦੇ ਕਾਂਗਰਸ ਦੇ ਪੁਰਾਣੇ ਇਹਨਾਂ ਦੇ ਗਲੋਂ ਲੈ ਜਾਣਗੇ ਸੌਖਾ ਹੋ ਜਾਊਗਾ, ਜਿੰਨੇ ਜੇਲ੍ਹਾਂ 'ਚ ਚਲ ਜਾਣਗੇ, ਜਿੰਨੇ ਕਰਪਸ਼ਨ ਦੇ ਵਿੱਚ ਚਲ ਜਾਣਗੇ। ਹੁਣ ਜਿਹੜੇ ਅੰਦਰ ਫੜ ਕੇ, ਸਾਰੀ ਦੁਨੀਆ ਨੂੰ ਪਤਾ ਵੀ ਕਿਹੜੇ ਜਿਹੜੇ ਬੰਦਿਆਂ ਨੂੰ ਫੜ ਕੇ ਅੰਦਰ ਦੇਣ ਡਏ ਆ ਵੀ ਉਹ ਕਰਪਟ ਹੈ ਕਿ ਨਹੀਂ ਹੈਗੇ, ਕੀ ਕੁਛ ਉਹਨਾਂ ਨੇ ਬਣਾ ਲਿਆ, ਕਿੱਦਾਂ ਲੋਕਾਂ ਦੀ ਨਫ਼ਰਤ ਦੇ ਉਹ ਹੈਗੇ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਡਿਪੈਂਡ ਕਰਦਾ। ਔਰ ਜਿੱਥੋਂ ਤੱਕ ਮੈਨੂੰ ਥੋੜਾ ਬਹੁਤਾ ਲੱਗਦਾ ਵੀ ਕਾਂਗਰਸ ਨੇ ਕੁਝ ਸਬਕ ਸਿੱਖਿਆ ਹੈ, ਔਰ ਜੇ ਉਹ ਸਿੱਖੇ ਹੋਏ ਸਬਕ ਦੇ ਮੁਤਾਬਕ ਚੱਲਣਗੇ, ਕੱਲ ਨੂੰ ਪਤਾ ਨਹੀਂ ਕੀ ਹੁੰਦਾ ਕਿ ਨਹੀਂ ਹੁੰਦਾ। ਤੇ ਆ ਜਿਹੜਾ ਨੈਟਵਰਕ ਹੈਗਾ, ਜਿਹੜੇ ਵੈਸਟਡ ਇੰਟਰਸਟ ਹੈਗੇ ਆ, ਜਿਹੜੇ ਉਹ ਸੋ ਕਾਲਡ ਜਿਹੜੇ ਟੇਕਨ ਫਾਰ ਗ੍ਰਾਂਟਡ ਆ ਵੀ ਸਾਡਾ ਦਾਦਾ ਹੀ ਬਾਬਾ ਹੀ ਪੜਦਾਦਾ ਸੀਗਾ, ਸਾਡਾ ਹੱਕ ਬਣਦਾ ਵਾ, ਜੇ ਉਹਨਾਂ ਤੋਂ ਥੋੜੇ ਜਿਹੇ ਲਾਂਭੇ ਹੋ ਜਾਣਗੇ। ਇਸ ਵੇਲੇ ਰਾਜਨੀਤੀ ਦੇ ਵਿੱਚ ਸਰਕੂਲੇਸ਼ਨ ਆਫ ਐਲੀਟ ਚਾਹੀਦੀ ਆ। ਹਰ ਜਿਹੜੇ ਲੀਡਰ ਉਹ ਨਹੀਂ, ਮੈਂ ਤੇ ਕਹਿੰਦਾ ਵੀ ਆਉਣ ਵਾਲੇ ਸਮੇਂ 'ਚ ਕਾਨੂੰਨ ਬਣਨਾ ਚਾਹੀਦਾ, ਕੋਈ ਵੀ ਵਿਅਕਤੀ ਜਿਹੜਾ ਜਿੱਤ ਜਾਂਦਾ ਵਾ 2 ਵਾਰ ਤੋਂ ਵੱਧ ਜਿਹੜਾ ਉਹ ਮੁੜ ਕੇ ਇਲੈਕਸ਼ਨ ਨਹੀਂ ਲੜਨਾ ਚਾਹੀਦਾ, ਇਹ ਕਾਨੂੰਨ ਬਣਨਾ ਚਾਹੀਦਾ
ਤਾਂ ਕਿ ਸਰਕੂਲੇਸ਼ਨ ਆਫ ਲੀਡ ਹੋਵੇ, ਹੋਰ ਨਵੇਂ ਬੰਦੇ ਆਉਣ। ਡੈਮੋਕ੍ਰੇਸੀ ਤਾਂ ਹੀ ਬਣੂਗੀ ਨਾ। ਇਹ ਤੇ ਸਾਰੇ ਉਹਨਾਂ ਦੇ ਵਿੱਚ ਹੀ ਤੁਰੀ ਰਹਿੰਦੀ ਆ ਕਿ ਉਹਦਾ ਕਿਸੇ ਦਾ ਕੁਛ ਆ ਗਿਆ 10-10 ਬੰਦੇ ਇੱਕ ਟੱਬਰ ਦੇ ਜਿਹੜੇ ਆ ਉਹ ਨਾਲ ਤੁਰੇ ਫਿਰਦੇ ਆ, ਲੋਕਾਂ ਵੋਟਾਂ ਪਾ ਦਿੰਦੇ ਉਹਦੇ ਵਿੱਚੋਂ। ਤੇ ਇਸ ਕਰਕੇ ਆਸ ਤੇ ਇਹ ਲੱਗਦੀ ਆ ਕਿ ਕੋਈ ਨਾ ਕੋਈ ਵੇ ਆਊਟ ਜਿਹੜਾ ਹੈਗਾ, ਕਿਉਂਕਿ ਆਸਵਾਦ ਹੋਣਾ ਜ਼ਰੂਰੀ ਆ, ਨਹੀਂ ਹੋਊਗਾ ਤੇ ਫਿਰ ਵੇਖੀ ਜਾਊਗੀ। ਹਾਂ, ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ, ਕਿਸਾਨ ਜਥੇਬੰਦੀਆਂ, ਮੈਨੂੰ ਲੱਗਦਾ ਵੀ ਕਾਂਗਰਸ ਇਹਨਾਂ ਨੂੰ ਆਪਣਾ ਏਜੰਡਾ ਬਣਾ ਕੇ ਕਾਂਗਰਸ ਕੋਲੋਂ ਕਮਿਟਮੈਂਟ ਲੈਣੀ ਚਾਹੀਦੀ ਆ ਕਿ ਸਾਡਾ MSP ਦਾ ਇਹ ਮਸਲਾ ਹੱਲ ਕਰਨਗੇ। ਇਸ ਦੇਸ਼ ਦੇ ਵਿੱਚ 2/3 ਕਿਸਾਨ ਇਸ ਮੋਦੀ ਸਰਕਾਰ ਦੇ ਤੋਂ ਸਖਤ ਡਿਸਸੈਟੀਸਫਾਈਡ ਹੈ। NDTV ਦੇ ਉੱਤੇ ਥੋੜੇ ਦਿਨ ਪਹਿਲਾਂ ਇੱਕ ਸਰਵੇ ਹੋਇਆ ਸੀਗਾ NDTV ਦੇ ਉੱਤੇ, 35,000 ਬੰਦਿਆਂ ਨੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ। 85% ਕਹਿੰਦੇ ਸੀ ਮੋਦੀ ਸਰਕਾਰ ਜਾਣੀ ਚਾਹੀਦੀ ਆ। ਭਾਵੇਂ ਕਿ ਚਲੋ NDTV ਵੇਖਣ ਵਾਲੇ ਬੰਦੇ ਕੁਝ ਹੋਰ ਕਿਸਮ ਦੇ ਹੁੰਦੇ ਆ, ਇਹ ਇੰਡੀਕੇਟਰ ਹੈਗੇ ਆ। ਔਰ ਇਹ ਜਿਹੜੀ ਮਨੀਪੁਰ ਦੀ ਘਟਨਾ ਵਾ, ਇਹ ਵੀ ਉਸੇ ਹੀ ਜਿਹੜਾ ਦਿਸ਼ਾ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਇੱਕ ਕਹਿੰਦੇ ਆ ਵੀ ਉਹ ਇੱਕ ਇਨਸੀਡੈਂਟ ਜਿਹੜਾ ਹੈਗਾ ਵਾ, ਉਹ ਲੋਕਾਂ ਦੀ ਜਿਹੜੀ ਕੌਨਸ਼ੀਅਸ ਆ ਉਹਨੂੰ ਥੋੜਾ ਬਹੁਤਾ ਝੰਜੇੜੂਗਾ ਵੀ ਇਹਨਾਂ ਤੋਂ ਕਿਸ ਤਰੀਕੇ ਨਾਲ ਛੁਟਕਾਰਾ ਕੀਤਾ ਜਾਵੇ। ਪ੍ਰੋਫੈਸਰ, ਮੈਂ ਆਖਰੀ ਸਵਾਲ ਕਰਾਂਗਾ, ਚਰਚਾ ਬੇहद ਹੈ, ਮੈਂ ਭਾਵੇਂ ਸਮਾਂ ਥੋੜਾ ਜਿਹਾ ਹੋਰ ਲੱਗੇ ਆਪਣਾ, ਤਾਂ ਕਿ ਮੁਕੰਮਲ ਹੋਵੇ NDA ਬਨਾਮ ਇੰਡੀਆ ਜੋ ਗੱਠਜੋੜ ਦੀ ਗੱਲ ਚੱਲੀ ਹੈ ਅੱਗੇ, ਜੋ ਅੱਗੇ ਜਾ ਕੇ ਨਤੀਜੇ ਕੱਢਣਗੇ, ਕਿ ਕੀ ਜੋ ਕਾਂਗਰਸ ਜਾਂ ਹੋਰ ਜਿੰਨੀਆਂ ਵਿਰੋਧੀ ਧਿਰਾਂ ਬੈਠੀਆਂ, ਕਿ ਉਹਨਾਂ ਨੂੰ ਸੱਤਾ ਤੇ ਕਾਬਜ਼ ਹੋਣ ਦੀ ਕਾਲ ਤੋਂ ਮੁਕਤ ਹੋ ਕੇ ਇਸ ਪਾਸੇ ਵੱਲੋਂ ਤੁਰਨ ਲਈ ਰਾਜ਼ੀ ਹੋਣਗੀਆਂ ਕਿ ਅਸੀਂ ਆਪਣੇ ਅੰਦਰੋਂ ਇਹੋ ਜਿਹੇ ਲੋਕਾਂ ਨੂੰ ਬਾਹਰ ਕੱਢੀਏ ਜਿਹੜੇ ਧੰਨਾ ਸੇਠ ਨੇ, ਜਾਂ ਜਿਹੜੇ ਇੱਕ ਇਹ ਵੀ ਹੁੰਦਾ ਨਾ ਕਿ ਪਾਰਟੀ ਫੰਡ ਦੇ ਨਾਂ ਦੇ ਉੱਤੇ ਵੀ ਟਿਕਟਾਂ ਬਹੁਤ ਵੰਡ ਹੋ ਜਾਂਦੀ ਹੈ, ਕੀ ਇਹ ਉਸ ਕਾਰਪੋਰੇਟੀ ਜਿਹੜਾ ਗਲਬਾ ਆ ਉਹਦੇ ਚੋਂ ਬਾਹਰ ਨਿਕਲ ਕੇ ਕੀ ਇਹ ਪਬਲਿਕ ਸੈਕਟਰ ਵਾਲੇ ਪਾਸੇ ਤੁਰਨਗੇ? ਕੀ ਲੋਕ ਇਹਨਾਂ ਨੂੰ ਫੇਰ ਮੂੰਹ ਲਾਉਣਗੇ? ਕਿਉਂਕਿ ਜਦੋਂ ਮੋਦੀ ਸਾਹਿਬ ਇਹ ਗੱਲ ਕਹਿ ਦਿੰਦੇ ਨੇ ਕਿ ਇਹ ਤਾਂ ਜੀ ਇੰਨੇ ਲੱਖ ਕਰੋੜ ਜਿਹੜਾ ਆ ਮੁਲਕ ਦਾ ਖਾ ਗਏ, ਭ੍ਰਿਸ਼ਟਾਚਾਰੀ ਨੇ, ਜਾਂ ਹੋਰ ਵੀ BJP ਵੱਲੋਂ ਬੜੀਆਂ ਤੌਹਮਤਾਂ ਲੱਗਦੀਆਂ ਨੇ, ਹਾਲਾਂਕਿ 4G ਜਾਂ ਜਿੰਨੇ ਵੀ ਘੁਟਾਲਿਆਂ ਦੀ ਗੱਲ 2014 ਤੋਂ ਪਹਿਲਾਂ ਹੋਈ ਸੀ ਉਹ ਕੋਈ ਤਣ ਪੱਤਰ ਨਹੀਂ ਲੱਗੀ, ਇਸ ਕਰਕੇ ਉਹਨਾਂ ਤੇ ਵੀ ਸਵਾਲ ਉੱਠਦੇ ਨੇ। ਪਰ ਪਬਲਿਕ ਸੈਕਟਰ ਦੀ ਗੱਲ ਤਾਂ ਆਮ ਆਦਮੀ ਪਾਰਟੀ ਬੜਾ ਹੁੱਬ ਕੇ ਕਹਿੰਦੀ ਹੈ ਵੀ ਅਸੀਂ ਕਰਦੇ ਆ, ਫਿਰ ਕਿਉਂ ਨਹੀਂ ਲੋਕ ਇਹਨਾਂ ਵਾਲੇ ਪਾਸੇ ਤੁਰਨਗੇ? ਲੋਕ ਕਿਉਂ ਉਹਨਾਂ ਵਾਲੇ ਪਾਸੇ ਜਾਣਗੇ ਜਿਹੜੀਆਂ ਧਿਰਾਂ ਨੇ ਕਾਰਪੋਰੇਟ ਦੇ ਦੇਸ਼ ਦੇ ਵਿੱਚ ਪੈਰ ਲਾਏ, ਜਾਂ ਜਿਹੜੀਆਂ ਧਿਰਾਂ WTO ਦੇ ਨਾਲ ਉਸ ਤਰੀਕੇ ਨਾਲ ਗੱਲਬਾਤ ਅੱਗੇ ਤੋਰ ਕੇ ਫਿਰ ਮੁਲਕ ਨੂੰ ਚਲਾਉਂਦੀਆਂ ਨੇ? ਇਹ ਬਹੁਤ ਸਾਰੇ ਫਿਰ ਅੱਗੇ ਸਵਾਲ ਖੜੇ ਹੋਣਗੇ ਕਿ ਤੁਹਾਨੂੰ ਕੌੜਾ ਘੁੱਟ ਕੀ ਤੁਸੀਂ ਪੀ ਸਕਦੇ ਹੋ? ਸਿਰਫ 2024 ਨਿਸ਼ਾਨਾ ਹੈ ਕਿ ਗਾਹ ਤੁਸੀਂ ਪੂਰੇ ਮੁਲਕ ਦੀ ਸਿਆਸਤ ਨੂੰ ਤਬਦੀਲ ਕਰਨ ਲਈ ਉਹਦਾ ਹੋਰ ਅੱਗੇ ਮੁਕਾਬਲਾ ਕਰ ਸਕਦੇ ਹੋ ਕਿ ਜੇ ਇਸ ਵਾਰ ਨਹੀਂ ਸਹੀ ਤੇ ਅਗਲੀ ਵਾਰ ਸਹੀ, ਪਰ ਤਬਦੀਲੀ ਜ਼ਰੂਰ ਲਿਆਉਣੀ ਹੈ। ਰਾਜਨੀਤੀ ਜਿਹੜੀ ਹੈਗੀ ਆ, ਸਿਆਸਤ ਤੇ ਜਿਹੜਾ ਕੰਟਰੋਲ ਹੈਗਾ, ਇੱਕ ਤਬਦੀਲੀ ਦਾ ਇੱਕ ਬਹੁਤ ਵੱਡਾ ਸਾਧਨ ਆ। ਦੋ ਕਿਸਮ ਦੀ ਤਬਦੀਲੀ ਹੁੰਦੀ ਹੈ, ਇੱਕ ਚੰਗੀ ਹੁੰਦੀ ਹੈ, ਇੱਕ ਮਾੜੀ ਹੁੰਦੀ ਆ। ਤਬਦੀਲੀ ਨਾਲ ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਸਕਦੇ ਜੋ, ਤਬਦੀਲੀ ਨਾਲ ਲੋਕਾਂ ਦੀਆਂ ਤੁਸੀਂ ਜ਼ਿੰਦਗੀਆਂ ਤਬਾਹ ਕਰ ਸਕਦੇ ਜੋ, ਇਹ ਚੋਇਸ ਹੁੰਦੀ ਤੁਹਾਡੇ ਕੋਲ। ਤੇ ਰਾਜਨੀਤੀ ਜਿਹੜੀ ਹੁੰਦੀ ਹੈ ਵਿਅਕਤੀਆਂ ਦੁਆਰਾ ਚਲਾਈ ਜਾਂਦੀ ਆ ਕਿ ਵਿਅਕਤੀ ਕੌਣ ਵਾ, ਉਹਨਾਂ ਦਾ ਇਮੇਜ ਕੀ ਹੈਗਾ, ਉਹਨਾਂ ਦੀ ਇਮੈਜੀਨੇਸ਼ਨ ਕੀ ਹੈਗੀ ਆ, ਉਹਨਾਂ ਦੀ ਕੰਪੀਟੈਂਸ ਕੀ ਹੈਗੀ ਆ, ਉਹਨਾਂ ਦੀ ਕਮਿਟਮੈਂਟ ਕਿੰਨੀ ਹੈਗੀ ਆ। ਅਸੀਂ WTO ਤੋਂ ਬਿਨਾਂ ਦੇਖੋ ਆਪਾਂ ਗਲੋਬਲ ਸਿਸਟਮ 'ਚ ਰਹਿ ਰਹੇ ਹਾਂ। ਗਲੋਬਲ ਸਿਸਟਮ ਤੋਂ ਤੁਸੀਂ ਜਿਹੜਾ ਹੈਗਾ ਉਹ ਬਾਹਰ ਨਹੀਂ ਦੌੜ ਸਕਦੇ। ਤੁਹਾਨੂੰ ਆਪਣਾ ਸਿਸਟਮ ਨਿਜ਼ਾਮ ਤਕੜਾ ਕਰਨਾ ਪਊਗਾ। ਸਾਡਾ ਬਹੁਤ ਵੱਡਾ ਪੋਟੈਂਸ਼ੀਅਲ ਆ, ਸਾਡੀ ਯੂਥ ਜਿਹੜੀ ਹੈਗੀ, ਖਾਸ ਕਰਕੇ ਇਹਦਾ ਬਹੁਤ ਵੱਡਾ ਜਿਹੜੀ ਪਾਪੂਲੇਸ਼ਨ ਸਾਡੀ ਯੂਥ ਆ। ਤੁਸੀਂ ਦੇਖੋ ਯੂਥ ਦੀ ਸਾਰੀ ਦੁਨੀਆ ਦੇ ਵਿੱਚ ਡਿਮਾਂਡ ਹੈ। ਅੱਜ ਤੱਕ ਸਾਡਾ ਇਮੇਜ ਹੁਣ ਵੀ ਹੈਗਾ ਕਿ ਅਸੀਂ ਕਿਉਂ ਜ਼ਿਆਦਾ ਐਕਸੈਪਟੇਬਿਲਿਟੀ ਹੈਗੀ ਆ ਯੂਥ ਦੀ ਯੂਰਪ ਦੇ ਵਿੱਚ ਜਾਂ ਵੈਸਟਰਨ ਕੰਟਰੀਆਂ ਦੇ ਵਿੱਚ ਜਾਂ ਓਪਨ ਕੰਟਰੀ ਦੇ ਵਿੱਚ, ਕਿਉਂਕਿ ਸਾਡੇ ਸੁਭਾਅ, ਅਸੀਂ ਨਾ ਡੈਮੋਕ੍ਰੈਟਿਕ ਪ੍ਰੋਸੈਸ ਚੋਂ ਇਵੋਲਵ ਹੋਏ ਆ, ਅਸੀਂ ਡਾਈਸੈਂਟ ਦੇ ਵਿੱਚੋਂ ਆਏ ਆ, ਅਸੀਂ ਇੱਕ ਫ੍ਰੀ ਸੁਸਾਇਟੀ ਚੋਂ ਆਏ ਆ। ਸਾਡੀ ਚੰਗੀ ਜਿਹੜੀ ਹੈਗੀ ਆ ਇੰਗਲਿਸ਼ ਸਪੀਕਿੰਗ ਜਿਹੜਾ ਕੋਰਸ ਸਾਡੇ ਹੈਗੇ ਆ ਉਹ ਸਾਨੂੰ ਐਕਸੈਪਟੇਬਲ, ਉਹਦੇ ਵਿੱਚੋਂ ਅਸੀਂ ਇਵੋਲਵ ਹੋਏ ਆ। ਇਸ ਕਰਕੇ ਅਸੀਂ ਜਿਹੜੇ ਹੈਗੇ ਆ ਬਾਹਰਲੇ ਪਾਸੇ ਬਹੁਤ ਐਕਸੈਪਟੇਬਲ ਆ ਜੇ ਅਸੀਂ ਕੰਪੀਟੈਂਟ ਹੈਗੇ ਆ। ਤਬਦੀਲੀ ਦੇ ਨਾਲ ਜੇ ਤੁਸੀਂ ਲੋਕਾਂ ਨੂੰ ਐਜੂਕੇਸ਼ਨ ਵੀ ਦੇ ਸਕਦੇ ਜੋ, ਤੁਸੀਂ ਦੇਖੋ ਉਹਦੇ ਆਪਣੇ ਜਵਾਹਰ ਲਾਲ ਨਹਿਰੂ ਸਮੇਂ ਦੇ ਉੱਤੋਂ ਜਿਹੜੀ ਸਭ ਤੋਂ ਪਹਿਲਾਂ IIT ਸੀ ਖੜਗਪੁਰ ਵਾਲੀ, ਉਹ ਜੇਲ੍ਹ ਸੀਗੀ, ਜੇਲ੍ਹ ਨੂੰ ਤੋੜ ਕੇ ਜਿਹੜਾ ਹੈਗਾ ਸੀਗਾ ਉਹ IIT ਬਣਾਈ ਸੀਗੀ। ਇਹਦਾ ਮੈਸੇਜ ਸਮਝੋ ਕੀ ਸੀਗਾ। ਜਿੱਦਾਂ ਉਹਨੇ ਭਾਖੜਾ ਡੈਮ ਨੂੰ ਇਨੋਗ੍ਰੇਟ ਕੀਤਾ ਸੀਗਾ, ਇਹ ਕਹਿੰਦਾ ਟੈਂਪਲਸ ਆਫ ਮਾਡਰਨ ਇੰਡੀਆ ਹੈਗੇ ਆ, ਇਹ ਟੈਂਪਲ ਆ ਮਾਡਰਨ ਇੰਡੀਆ ਦੇ ਜਿੱਥੋਂ ਇੰਪਲਾਇਮੈਂਟ ਮਿਲਣੀ ਆ। ਤੁਸੀਂ ਉਹ ਸਿੰਬਲ ਦੇਖੋ, ਤੁਸੀਂ ਉਹਨਾਂ ਦੀ ਇਮੈਜੀਨੇਸ਼ਨ ਦੇਖੋ। ਤੋ ਇਸ ਕਰਕੇ ਤਾਕਤ ਦੇ ਨਾਲ ਹੀ ਤਾਂ ਹੁਣ ਜਿਹੜੀ BJP ਜੋ ਤਬਾਹੀ ਕਰ ਰਹੀ ਆ, ਤਾਕਤ ਦੇ ਨਾਲ ਹੀ ਕਰ ਰਹੀ ਹੈ ਨਾ, ਹੈ ਕਿ ਜੋ ਕੁਝ ਉਹਨਾਂ ਨੇ ਬੁਲਡੋਜ਼ ਕਰਨਾ ਹੈਗਾ, ਡਾਈਸੈਂਟ ਨੂੰ ਬੁਲਡੋਜ਼ ਕਰ ਰਹੇ ਆ, ਜੁਡੀਸ਼ਰੀ ਨੂੰ ਬੁਲਡੋਜ਼ ਕਰ ਰਹੇ ਆ,
ਆਪੋਜੀਸ਼ਨ ਪਾਰਟੀਆਂ ਨੂੰ ਬੁਲਡੋਜ਼ ਕਰ ਰਹੇ ਆ। ਬਹੁਤ ਵਧੀਆ ਸੰਸਥਾ, ਬਹੁਤ ਵਧੀਆ ਹੈ। ਜਾਂ ਇਹ ਤੋਂ ਬਾਅਦ ਜਿਹੜੀ ਤੁਸੀਂ ਦੇਖੋ CBI ਹੈਗੀ ਹੈ, ਹੋਣਾ ਚਾਹੀਦਾ ਵਾ। ਇਹ ਠੀਕ ਆ ਵੀ ਕਾਂਗਰਸ ਨੇ ਵੀ ਨਹੀਂ, ਸਾਰੇ ਮਿਸਯੂਜ਼ ਕਰਦੇ ਆ, ਪਰ ਜਿੰਨਾ ਨੰਗਾ ਚਿੱਟਾ ਹੁਣ ਮਿਸਯੂਜ਼ ਹੋ ਰਿਹਾ ਸ਼ਾਇਦ ਪਹਿਲਾਂ ਇਸ ਕਿਸਮ ਦਾ ਨਹੀਂ ਸੀ ਹੈਗਾ। ਕਦੀ ਮੀਡੀਆ ਦਾ ਰੋਲ ਏਦਾਂ ਵੀ, ਮੀਡੀਆ ਤਾਂ ਹਮੇਸ਼ਾ ਸਰਕਾਰ ਨੂੰ ਸਵਾਲ ਕਰਦਾ ਸੀਗਾ, ਹੁਣ ਮੀਡੀਆ ਆਪੋਜੀਸ਼ਨ ਨੂੰ ਸਵਾਲ ਕਰਨ ਡਿਆ ਵਾ। ਤੋ ਇਸ ਕਰਕੇ ਤਾਕਤ ਨੂੰ ਪ੍ਰਾਪਤ ਕਰਨਾ ਹਰ ਪੋਲੀਟੀਕਲ ਪਾਰਟੀ ਦਾ, ਹਰ ਅਲਾਇੰਸ ਦਾ ਮੇਜਰ ਕੰਮ ਹੈਗਾ। ਚੈਰੀਟੇਬਲ ਆਰਗੇਨਾਈਜੇਸ਼ਨ ਨਹੀਂ ਹੈ। ਜੇ ਉਹ ਤਾਕਤ ਨੂੰ ਉਸ ਜਿਹੜੀ ਪ੍ਰਾਪਤ ਕੀਤੀ ਹੋਈ ਤਾਕਤ ਨੂੰ ਵੈਲਫੇਅਰ ਵਾਸਤੇ ਕਰਦੇ ਆ ਤਾਂ ਬਹੁਤ ਚੰਗੀ ਗੱਲ ਆ। ਤੁਸੀਂ ਲੋਕਾਂ ਲਈ ਐਜੂਕੇਸ਼ਨ ਲੈ ਕੇ ਆਉਂਦੇ ਹੋ। ਇਹ ਮਨਮੋਹਨ ਸਿੰਘ ਸੀ ਜਿਹਨੇ ਸਾਰੇ ਪੰਜਾਬ ਦੇ, ਸਾਰੇ ਦੇਸ਼ ਦੇ ਵਿੱਚ ਜਿਹੜੀਆਂ ਸੈਂਟਰਲ ਯੂਨੀਵਰਸਿਟੀਆਂ ਖੋਲੀਆਂ ਸੀਗੀਆਂ, ਟੌਪ ਦੇ ਵਾਈਸ ਚਾਂਸਲਰ ਲਾਏ ਸੀਗੇ। ਹੁਣ ਤੁਸੀਂ ਦੇਖੋ ਜਿਹੜੀ ਉੱਥੇ ਭਰਤੀ ਹੋ ਰਹੀ ਆ, PhD ਉਹਨਾਂ ਨੇ ਕੰਪਲਸਰੀ ਕੀਤਾ ਸੀਗਾ ਯੂਨੀਵਰਸਿਟੀ ਐਜੂਕੇਸ਼ਨ ਵਾਸਤੇ, ਇਹਨਾਂ ਡਾ ਕੇ MA ਕਰਤੀ, ਆਪਣੇ ਬੰਦੇ ਭਰਤੀ ਕਰਨ ਵਾਲੇ ਪਾਸੇ ਤੁਰ ਪਏ। ਜਿੰਨਾ ਤੈਸ਼ ਨਸ਼ੇ ਕਰ, ਮੈਂ ਪਹਿਲਾਂ ਕਿਹਾ ਸੀਗਾ, ਇਸ ਰਾਜਨੀਤੀ ਨੇ ਸਾਡੀਆਂ ਸੰਸਥਾਵਾਂ ਨੂੰ ਖੋਰਾ ਲੱਗਾ। ਔਰ ਸੁਖਜਿੰਦਰ ਜੀ, ਸੰਸਥਾਵਾਂ ਨੂੰ ਖੋਰਾ, ਸੰਸਥਾ ਬਣਾਉਣੀਆਂ ਬਹੁਤ ਔਖੀਆਂ, ਚਲਾਉਣੀਆਂ ਹੋਰ ਬਹੁਤ ਔਖੀਆਂ, ਪਰ ਸੰਸਥਾ ਨੂੰ ਤਬਾਹ ਕਰਨਾ ਬਹੁਤ ਸੌਖਾ। ਜਿਹੜੀਆਂ ਸੰਸਥਾ ਪਿਛਲੇ 60 ਸਾਲਾਂ 'ਚ, 65 ਸਾਲਾਂ 70 'ਚ ਬਣੀਆਂ ਸੀਗੀਆਂ, ਉਹ 8-9 ਸਾਲਾਂ ਦੇ ਮੀਡੀਆ ਤੁਹਾਡੇ ਕੋਲ ਐਗਜ਼ਾਮਪਲ ਹੈਗੀ ਆ। ਕਿਸੇ ਸਮੇਂ ਦੇ ਵਿੱਚ ਦੂਰਦਰਸ਼ਨ ਸੁਣਦੇ ਹੁੰਦੇ ਸੀਗੇ ਦੂਸਰੇ ਨਾਲੋਂ ਵੀ, ਦੂਰਦਰਸ਼ਨ ਦੇ ਵਿੱਚ ਹੀ ਆਉਂਦਾ। ਰਾਜ ਸਭਾ ਦੀਆਂ ਜਿਹੜੀਆਂ ਉਹਦੇ ਡਿਬੇਟਸ ਹੁੰਦੀਆਂ ਸੀ, ਲੋਕ ਸਭਾ ਦੀਆਂ, ਅਸੀਂ ਆਪਣੇ ਸਟੂਡੈਂਟਸ ਨੂੰ ਕਹਿੰਦੇ ਹੁੰਦੇ ਆ ਜਿਹੜੇ ਸਿਵਲ ਸਰਵਿਸ ਦੀ ਤਿਆਰੀ ਕਰਦੇ ਸੀ ਜਾਂ ਹੋਰ ਤਿਆਰੀਆਂ ਕਰਦੇ ਵੀ, ਰਾਜ ਸਭਾ ਦੀਆਂ ਡਿਬੇਟ ਸੁਣਿਆ ਕਰੋ, ਲੋਕ ਸਭਾ ਦੀਆਂ ਡਿਬੇਟ ਸੁਣਿਆ ਕਰੋ। ਉਹਦੇ ਵਿੱਚੋਂ ਤੁਹਾਨੂੰ ਬੈਸਟ ਕੁਆਲਿਟੀ ਦੇ ਜਿਹੜੇ ਉਹਦੇ ਵਿੱਚੋਂ ਤੁਹਾਨੂੰ ਐਕਸਪਰਟ ਜਿਹੜੇ ਆ ਉਹ ਡਿਸਕਸ ਕਰਦੇ ਮਿਲਣਗੇ। ਕੀ ਕੋਈ ਸੁਣਦਾ ਅੱਜ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਹੈ? ਰੇਲਵੇ ਦਾ ਤੁਸੀਂ ਹਿਸਾਬ ਦੇ ਲਾ ਲਓ, ਉਹਦੇ ਵਿੱਚੋਂ ਆਰਮੀ ਨੇ ਕੀ ਕੀਤਾ। ਮੈਂ ਕਹਿੰਦਾ ਜਿਹਨੇ ਦੇਸ਼ ਬਚਾਉਣਾ ਵਾ, ਹੁਣ ਇਹ ਤਾਂ ਹੈਗਾ ਵੀ ਗੁਜਰਾਤ ਚੋਂ ਕਿੰਨੇ ਲੋਕ ਆਏ, ਮੈਨੂੰ ਪਤਾ ਹੀ ਨਹੀਂ ਜਿਸ ਚੀਜ਼ ਦਾ। ਸੁਖਜਿੰਦਰ, ਜੇ ਮੈਂ ਖੇਤੀ ਕਰਦਾ ਹੀ ਨਹੀਂਗਾ ਤੇ ਮੈਨੂੰ ਖੇਤੀ ਵਾਲਿਆਂ ਦਾ ਬਾਰੇ ਕੀ ਪਤਾ। ਜੇ ਮੈਂ ਛੋਟਾ ਇੰਡਸਟਰੀਅਲਿਸਟ ਨਹੀਂ ਹੈਗਾ, ਚਾਹੇ ਮੇਰੇ ਛੋਟੀ ਸਮਾਲ ਸਕੇਲ ਇੰਡਸਟਰੀ ਨਹੀਂ, ਤੇ ਮੈਨੂੰ ਉਹਦੀ ਦਰਦ ਕਿੱਥੇ ਹੈਗੀ ਆ। ਜੇ ਮੈਂ ਗਰੀਬੀ ਨਹੀਂ ਵੇਖੀ ਤੇ ਮੈਨੂੰ ਗਰੀਬਾਂ ਦੀ ਦਰਦ ਕਿੱਥੋਂ ਹੋਣੀ ਆ। ਜੇ ਮੈਂ ਖੁਦ ਨਹੀਂ ਪੜ੍ਹਿਆ ਤੇ ਮੈਨੂੰ ਪੜ੍ਹਿਆ ਲਿਖਿਆਂ ਦੀ ਕਦਰ ਕਿੱਥੋਂ ਹੋਣੀ ਆ। ਅਨਪੜ੍ਹ ਲੀਡਰ ਜਿਹੜਾ ਹੁੰਦਾ ਨਾ, ਇਹ ਪੜ੍ਹੇ ਲਿਖੇ ਨੂੰ ਬਹੁਤ ਨਫ਼ਰਤ ਕਰਦਾ, ਚਾਹੇ ਉਹ ਮੁੱਖ ਮੰਤਰੀ ਹੋਵੇ, ਚਾਹੇ ਉਹ ਮੰਤਰੀ ਹੋਵੇ, ਚਾਹੇ MLA ਹੋਵੇ, ਤੇ ਚਾਹੇ ਪਿੰਡ ਦਾ ਸਰਪੰਚ ਹੋਵੇ, ਤੇ ਚਾਹੇ ਪ੍ਰਧਾਨ ਮੰਤਰੀ ਹੋਵੇ, ਤੇ ਚਾਹੇ ਜੋ ਮਰਜ਼ੀ ਹੋਵੇ। ਉਹਨੂੰ ਸਭ ਤੋਂ ਵੱਧ ਖੁੰਦਕ ਪੜ੍ਹੇ ਲਿਖੇ ਨੂੰ ਹੁੰਦੀ ਆ, ਔਰ ਹਮੇਸ਼ਾ ਉਹਨੂੰ ਨੀਵਾਂ ਦਿਖਾਉਣ ਦੀ ਉਹ ਕੋਸ਼ਿਸ਼ ਕਰੂਗਾ। ਦੇਸ਼ ਨੂੰ ਅੱਗੇ ਵਧਣ ਵਾਸਤੇ ਬਹੁਤ ਵੱਡੇ ਪਲੇਟਫਾਰਮ ਦੀ, ਰੀਜ਼ਨ ਦੀ, ਆਈਡੀਆ ਦੀ, ਡਾਈਸੈਂਟ ਦੀ, ਡਿਸਕਸ਼ਨ ਦੀ ਲੋੜ ਹੁੰਦੀ ਆ। ਸੰਸਥਾਵਾਂ ਤਾਂ ਬਣਦੀਆਂ ਉਹਦੇ ਵਿੱਚੋਂ। ਇਸ ਕਰਕੇ ਸਾਰਾ ਕੁਝ ਰਾਜਨੀਤੀ ਨਾਲ ਲਿਆਂਦਾ ਜਾ ਸਕਦਾ, ਬਦਲਵੀ ਰਾਜਨੀਤੀ ਦੇ ਨਾਲ, ਆਲਟਰਨੇਟਿਵ ਪੋਲਿਟਿਕਸ ਦੇ ਨਾਲ। ਤੇ ਮੈਨੂੰ ਲੱਗਦਾ ਵੀ ਜੇ ਇਹ ਸਾਰੇ ਹੁਣ ਇਹ ਜੇ ਇਕੱਠੇ ਹੋ ਰਹੇ ਆ, ਅਜੇ ਨਹੀਂ ਮੈਨੂੰ ਪਤਾ ਵੀ ਕਿੰਨਾ ਕਿ ਸਿਰੇ ਲੱਗਦੇ ਵਿੱਚੋਂ ਕਿਹੜਾ ਟਪੂਸ ਨਹੀਂ ਮਾਰਦਾ, ਪਰ ਸਾਰੇ ਹੁਣ ਨਿਸਲ ਹੋਏ ਆ। ਹੁਣ ਕਿੱਦਾਂ ਕੇਜਰੀਵਾਲ ਤੇ ਭਗਵੰਤ ਮਾਨ ਜਿਹੜੇ ਹੈਗੇ ਆ, ਜਿਹਨੂੰ ਇਹ ਕਰਪਟ ਕਹੀ ਜਾਂਦੇ, ਦੁਨੀਆ ਦੇ ਕਰਪਟ ਆ, ਹੁਣ ਉਹਨਾਂ ਗੜੀ ਹੱਥ ਜੋੜਦੇ ਫਿਰਦੇ ਆ। ਉਹਨਾਂ ਦੇ ਮਗਰ ਤੁਰੇ ਫਿਰਦੇ ਆ। ਜਿੱਥੇ ਇੱਕ ਬੰਦੇ ਦੀ ਜਾਣ ਦੀ ਲੋੜ ਹੁੰਦੀ, ਉਹ ਸਾਰੇ ਟੱਬਰ ਹੀ ਉੱਥੇ ਪਹੁੰਚਿਆ ਹੁੰਦਾ ਉਹਦੇ ਵਿੱਚੋਂ ਕਰਕੇ। ਆਪਣੇ ਆਪ ਨੂੰ ਥੋੜੇ ਪੂਛ ਨੂੰ ਜਿਹੜਾ ਕਹਿੰਦੇ ਨਾ ਪੈਰ ਆਇਆ ਵਾ ਤੇ ਚੀਕਾਂ ਮਾਰਨ ਡਿਆ ਸਾਰਿਆਂ ਤੋਂ, ਫਿਰ ਉਹਨਾਂ ਦੇ ਕੰਡੀਸ਼ਨਾਂ ਲਾਉਣ ਡਏ ਆ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਸਭ ਨੂੰ ਪਤਾ ਲੱਗ ਗਿਆ, BJP ਨੂੰ, ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੂੰ ਉਹਨਾਂ ਦੀ ਔਕਾਤ ਜਿਹੜੀ ਹੈਗੀ ਆ ਉਹ ਦੱਸ ਦਿੱਤੀ ਵੀ ਉਹ ਕਿੰਨੇ ਪਾਣੀ ਦੇ ਵਿੱਚ ਆ। ਜਿਹੜੇ ਡਰਦੇ ਸੀ ਉਹਨਾਂ ਦੇ ਨਾਲ ਚਲੇ ਗਏ। ਮੈਂ ਤਾਂ ਜੀ ਯਕੀਨ ਵੀ ਜਿਹੜੇ ਖਲੋਤੇ ਆ ਉਹ ਬਹੁਤ ਬਹਾਦਰ ਵਾ, ਚਾਹੇ ਉਹਦੇ ਵਿੱਚੋਂ ਬਿਹਾਰ ਵਾਲੇ ਆ, ਚਾਹੇ ਮਮਤਾ ਹੈਗੀ ਆ, ਚਾਹੇ ਆਪਣਾ ਇਹ ਇੱਥੋਂ ਵਾਲੇ ਹੈਗੇ ਆ, UP ਵਾਲਾ ਹੈ, ਚਾਹੇ ਪੰਜਾਬ ਦੀ ਜਿਹੜੀ ਕਾਂਗਰਸ ਵਾਲੇ ਹੈਗੇ ਆ। ਇਹ ਜਿਹੜੇ ਹੈਗੇ ਆਪ ਦਾ ਦੇਸ਼ ਕਰਕੇ ਨਹੀਂ ਵੀ ਉਹਨਾਂ ਦਾ ਤਾਂ ਕੋਈ ਬਹੁਤਾ ਹੈ ਨਹੀਂ ਸਟੇਕ ਇਸ ਕਿਸਮ ਦਾ ਵੀ ਜਿਹੜਾ ਉਹਦੇ ਵਿੱਚ ਉਹਦੇ ਦੀ ਆਪਣੀ ਰਾਜਨੀਤੀ ਵੱਖਰੀ ਕਿਸਮ ਦੀ ਨਵੇਂ ਆਏ ਉਹਦੇ ਵਿੱਚੋਂ ਜਿੰਨੇ ਵੀ ਖੜੇ ਉਹਦੇ ਕੇਸ, ਚਾਹੇ ਉਹ ਤਾਮਿਲਨਾਡੂ ਵਾਲੇ ਆ, ਚਾਹੇ ਉਧਰ ਜਿਹੜਾ ਠਾਕਰੇ ਹੈ, ਉਹਦੇ ਵਰਗੇ ਜਿਹੜੇ ਬੰਦੇ ਹੈਗੇ ਆ, ਉਹ ਜਿਹੜੇ ਖੜੇ ਆ ਉਹ ਇਸੇ ਕਰਕੇ ਖੜੇ ਆ ਕਿ ਤਾਂ ਕਿ ਕੋਈ ਨਾ ਕੋਈ ਰਾਜਨੀਤੀ ਨੂੰ ਲੈ ਕੇ ਕਿ ਇਹ ਜਿਹੜਾ ਇਹਨਾਂ ਦਾ ਰਸਤਾ ਹੈਗਾ ਵਾ ਉਹਨੂੰ ਰੋਕਿਆ ਜਾਵੇ, ਉਹਨੂੰ ਠੱਲ ਪਾਈ ਜਾਵੇ। ਦੇਸ਼ ਜਿਹੜਾ ਹੈਗਾ ਜਿੱਥੇ ਪਹੁੰਚ ਚੁੱਕਾ ਵਾ ਉੱਥੋਂ ਨੂੰ ਪਛਾਣ ਲਿਆਂਦਾ ਜਾਵੇ। ਹਰ ਥਾਂ ਮਨੀਪੁਰ ਕਰ ਸਕਦੇ ਆ ਜਿਹਨਾਂ ਦਾ ਵਸ ਚੱਲੇ ਤਾਂ। UP ਦੇ ਵਿੱਚ ਕੋਈ ਲਾਇਸੈਂਸ ਨਹੀਂ ਹੈ, ਮਿਨੋਰਟੀ ਕਮਿਊਨਿਟੀ ਜਿਹੜੀ ਆ ਉੱਥੇ ਬੋਲ ਨਹੀਂ ਸਕਦੀ, ਬੁਲਡੋਜ਼ਰ ਪਹਿਲਾਂ ਪਹੁੰਚ ਜਾਂਦਾ ਉੱਥੇ। ਤੁਸੀਂ ਦੇਖੋ ਅਦਾਲਤਾਂ ਦੇ ਵਿੱਚ ex-MP ex-MLA ਜਿਹੜੇ ਹੈਗੇ ਆ ਉਹਨਾਂ ਨੂੰ ਗੋਲੀਆਂ ਵੱਜ ਰਹੀਆਂ। ਉਹਨਾਂ ਨੂੰ ਜਿਹੜਾ ਹੈਗਾ ਮਤਲਬ ਜਿਹੜੀ ਜੁਡੀਸ਼ੀਅਲ ਕਸਟਡੀ ਦੇ ਵਿੱਚ
ਉਹਨਾਂ ਨੂੰ ਗੋਲੀਆਂ ਵੱਜ ਰਹੀਆਂ, ਉਹ ਮਾਰੇ ਜਾ ਰਹੇ ਆ। ਕਿਹੜਾ ਬੋਲੂਗਾ ਉੱਥੇ ਇਸ ਤਰੀਕੇ ਦੇ ਨਾਲ ਕਰਕੇ? ਗੁਜਰਾਤ ਦੇ ਵਿੱਚ ਤੁਸੀਂ ਗੱਲ ਕੀਤੀ ਸੀ, ਉੱਥੇ ਕੀ ਹੋ ਰਿਹਾ? ਜਿਹੜੇ ਲੋਕਾਂ ਨੇ ਇੰਨੇ ਹੀਨੀਅਸ ਕ੍ਰਾਈਮ ਕੀਤੇ ਸੀਗੇ, ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ। ਹਾਥਰਸ ਦੇ ਵਿੱਚ ਕੀ ਹੋਇਆ? ਇਹ ਬੜੀਆਂ ਚੀਜ਼ਾਂ, ਇਹ ਤਾਂ ਕੰਨ ਤੇ ਲਿਖੀਆਂ ਪਈਆਂ। ਮੈਨੂੰ ਲੱਗਦਾ ਵੀ ਇਹ ਲੀਡਰਾਂ ਨੂੰ ਲੱਗਾ ਵੀ ਇਹ ਲੋਕ ਹੁਣ ਮਾਫ ਨਹੀਂ ਕਰਨਗੇ। ਮੈਨੂੰ ਲੱਗਦਾ ਵੀ ਕਿ ਇਹਨਾਂ ਨੇ ਜੋ ਨਾ ਪਲਸ ਹੁੰਦੀ ਲੋਕਾਂ ਦੀ, ਉਹਨੂੰ ਵੇਖਿਆ, ਉਹਨੂੰ ਸਮਝਿਆ, ਫਿਰ ਇਹਨਾਂ ਦੇ ਪ੍ਰੈਸ਼ਰ ਪਿਆ ਔਰ ਇਹਨਾਂ ਨੇ ਕਿਹਾ ਵੀ ਕੋਈ ਨਾ ਕੋਈ ਹੱਲ ਜਿਹੜਾ ਇਹਦਾ ਲੱਭਣਾ ਚਾਹੀਦਾ, ਨਹੀਂ ਤੇ ਜਿਹੜਾ ਥੋੜਾ ਬਹੁਤ ਕੁਝ ਹੈਗਾ ਉਹ ਵੀ ਖਿੱਲਰ ਜਾਊਗਾ, ਉਹ ਵੀ ਇਹਨਾਂ ਦੇ ਹੱਥੋਂ ਜਾਂਦਾ ਰਹੂਗਾ। ਹਮੇਸ਼ਾ ਰਾਜਨੀਤੀ ਦੇ ਵਿੱਚ ਤਾਕਤ ਹੀ ਨਹੀਂ ਹੁੰਦੀ, ਤਾਕਤ ਇੱਕ ਤਰੀਕੇ ਤੱਕ ਜਾਂਦੀ ਆ, ਉਹ ਤੋਂ ਅੱਗੇ ਤੁਸੀਂ ਕੀ ਲੈ ਲੈਣਾ ਹੁੰਦਾ। ਨਤੀਜ ਸਾਹਿਬ ਇੰਨਾ ਸਮਾਂ ਉੱਥੇ ਰਹਿ ਚੁੱਕੇ ਆ, ਠੀਕ ਆ, ਅਖੀਰ ਦੇ ਉੱਤੇ ਕਿਤੇ ਨਾ ਕਿਤੇ ਤੇ ਆ ਜਾਂਦੀ ਆ। ਬੀਜੇਪੀ ਨਾਲ ਛੱਡ ਕੇ ਬਾਹਰ ਆਏ, ਬਹੁਤ ਵੱਡੀ ਗੱਲ ਸੀਗੀ। ਇਹ ਇੰਡੀਆ ਦਾ ਆਈਡੀਆ ਜਿਹੜਾ ਹੁਣ ਹੌਲੀ ਹੌਲੀ ਰਿਐਲਿਟੀ ਵਾਲੇ ਪਾਸੇ ਜੇ ਚੱਲਦਾ ਹੈ, ਇਹ ਅਸਲੀ ਆਈਡੀਆ ਜਿਹੜਾ ਸੀ ਉਹ ਨਤੀਸ਼ ਕੁਮਾਰ ਦਾ ਸੀਗਾ। ਔਰ ਸਾਨੂੰ ਇਹ ਪਤਾ ਹੁੰਦਾ ਕਿ ਬਿਹਾਰ ਦੇ ਵਿੱਚੋਂ ਜਦੋਂ ਕੋਈ ਚੀਜ਼ ਉੱਠਦੀ ਆ ਨਾ, ਚਾਹੇ ਉਹ ਕੋਈ ਵੀ ਚੀਜ਼ ਤਬਦੀਲੀ ਦੀ, 75 ਵਾਲੀ ਤਬਦੀਲੀ ਵੀ ਉੱਥੋਂ ਉੱਠੀ ਸੀਗੀ। ਔਰ ਉਸ ਤੋਂ ਬਾਅਦ ਤੁਸੀਂ ਦੇਖੋ 89 91 ਦੇ ਵਿੱਚ ਜਦੋਂ ਲਾਲੂ ਪ੍ਰਸਾਦ ਨੇ ਇਹਨੂੰ ਆਪਣੇ ਨੂੰ ਫੜ ਕੇ ਅੰਦਰ ਦਿੱਤਾ ਸੀ, ਲਾਲ ਕ੍ਰਿਸ਼ਨ ਅਡਵਾਨੀ ਨੂੰ ਦਿੱਤਾ ਸੀਗਾ। ਕਾਂਗਰਸ ਦਾ ਡਿਕਲਾਈਨ ਉੱਥੇ ਸ਼ੁਰੂ ਹੋਇਆ ਸੀਗਾ। 2004 ਦੇ ਵਿੱਚ ਵੀ ਰਾਈਜ਼ ਉਸ ਪਾਸੇ ਬਿਹਾਰ ਦੇ ਵਿੱਚੋਂ, ਔਰ ਜਿਹੜਾ ਤੁਹਾਡਾ ਦੂਸਰਾ ਪਾਸਾ ਸੀ ਬੰਗਾਲ ਦੇ ਵਿੱਚੋਂ ਇਨਵੋਲਵ ਹੋਇਆ ਸੀਗਾ, ਯੂਪੀ ਦੇ ਵਿੱਚੋਂ ਆਇਆ ਸੀਗਾ। ਸੋ ਇਸ ਕਰਕੇ ਰਾਜਨੀਤੀ ਦਾ ਤੁਸੀਂ ਕਿਸ ਕੰਮ ਲਈ ਵਰਤਣੀ ਚਾਹੁੰਦੇ ਜੋ? ਰਾਜਨੀਤੀ ਨਾਲ ਤੁਹਾਨੂੰ ਤਾਕਤ ਆਉਂਦੀ ਹੈ, ਤਾਕਤ ਆਉਣੀ ਜ਼ਰੂਰੀ ਹੈ। ਔਰ ਤਾਕਤ ਨੂੰ ਲਿਆਉਣ ਵਾਸਤੇ ਜੇ ਅਸੂਲਾਂ ਦੀ ਰਾਜਨੀਤੀ ਕੀਤੀ ਜਾਵੇ, ਸਾਰੇ ਇਕੱਠੇ ਹੋ ਜਾਣ, ਲੋਕਾਂ ਨੂੰ ਸੈਂਟਰ 'ਚ ਰੱਖਿਆ ਜਾਵੇ, ਉਹਨਾਂ ਦਾ ਜਿਹੜਾ ਫਿਊਚਰ ਸੈਂਟਰ 'ਚ ਰੱਖਿਆ ਜਾਵੇ, ਤੇ ਜੇ ਉਸ ਕੰਮ ਲਈ ਰਾਜਨੀਤੀ ਰਾਹੀਂ ਜੇ ਤਾਕਤ ਆਉਂਦੀ ਹੈ ਤੇ ਉਹ ਬਹੁਤ ਚੰਗੀ ਗੱਲ ਆ, ਸਾਨੂੰ ਉਹਦਾ ਵੈਲਕਮ ਕਰਨਾ ਚਾਹੀਦਾ ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਥੈਂਕ ਯੂ, ਥੈਂਕ ਯੂ। ਮੇਰੇ ਨਾਲ ਮੌਜੂਦ ਸਨ ਕਿ ਸਿਆਸੀ ਮਾਹਰ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ। ਚਰਚਾ ਐਨਡੀਏ ਬਨਾਮ ਇੰਡੀਆ ਤੇ ਜੋ ਮਨੀਪੁਰ ਦੇ ਹਾਲਾਤ ਬਣੇ ਹੋਏ ਨੇ, ਜੋ ਮੁਲਕ ਦੇ ਹਾਲਾਤ ਬਣੇ ਹੋਏ ਨੇ, ਉਹਦੇ ਉੱਤੇ ਕੀਤੀ ਹੈ। ਤੁਸੀਂ ਆਪਣੇ ਵਿਚਾਰ ਜਿਹੜੇ ਨੇ ਉਹ ਪੰਜਾਬੀ ਦੇ ਵਿੱਚ ਜ਼ਰੂਰ ਲਿਖਿਓ। ਮੈਨੂੰ ਇਜਾਜ਼ਤ ਦਿਓ। ਤਾਕਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਧੰਨਵਾਦ।